ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਭਾਵੇਂ ਜੀਵਨ ਬੜਾ ਥੋੜ੍ਹਾ ਸੀ ਉਹਨਾਂ ਦਾ, ਇਹ ਕਹਿ ਲਓ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਸਿਰਫ 5 ਮਹੀਨੇ ਕੰਮ ਕੀਤਾ। ਅਮਰੀਕਾ ਦੇ ਵਿੱਚ ਵੀ ਸਿਰਫ 2 ਸਾਲ ਕੰਮ ਕੀਤਾ ਜਥੇਬੰਦੀ ਦਾ ਤੇ ਲਹਿਰ ਖੜੀ ਕਰਨ ਦਾ। ਬੰਦੇ ਇੱਥੇ ਦਹਾਕੇ ਤੇ ਉਮਰਾਂ ਗੁਜ਼ਾਰ ਦਿੰਦੇ ਹੈ, ਪਰ ਇੰਨੇ ਥੋੜ੍ਹੇ ਸਮੇਂ 'ਚ ਜੋ ਕੁਛ ਕੀਤਾ ਉਹਦਾ ਜੇ ਲੇਖਾ ਕਰਨ ਲੱਗੀਏ ਤਾਂ ਸ਼ਾਇਦ ਸਾਨੂੰ ਕਈ ਦਿਨ ਚਾਹੀਦੇ ਹੈ। ਕਿਉਂਕਿ ਮੈਂ ਜਦੋਂ ਇਹ ਜੀਵਨੀ ਲਿਖੀ, ਪਹਿਲਾਂ ਵੀ ਮੈਨੂੰ ਵੀ ਕੋਈ ਬਹੁਤਾ ਪਤਾ ਨਹੀਂ ਸੀਗਾ, ਤੇ ਜਦੋਂ ਕੁਛ ਅਲੱਗ-ਅਲੱਗ ਸੋਮਿਆਂ ਤੋਂ ਦੇਖਿਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਵਿੱਚ ਕਿਸ ਕਿਸਮ ਦੀ ਊਰਜਾ ਸੀ ਤੇ ਕਿਸ ਕਿਸਮ ਦੀ ਜੋਸ਼, ਲਗਨ, ਕੁਰਬਾਨੀ ਤੇ ਦ੍ਰਿੜਤਾ ਸੀ, ਜਿਹਦੇ 'ਚ ਉਹਨੇ ਇਸ ਤਰ੍ਹਾਂ ਦੇ ਕਾਰਨਾਮੇ ਕੀਤੇ। ਚਲੋ ਆਪਾਂ ਉਹ ਸਾਰੇ ਕਾਰਨਾਮਿਆਂ ਦਾ ਕੋਈ ਲੇਖਾ ਅੱਜ ਕਰੀਏ ਇਹ ਤਾਂ ਸੰਭਵ ਨਹੀਂ, ਪਰ ਕੁਛ ਕੁ ਗੱਲਾਂ ਮੈਂ ਚੁਣਵੀਆਂ ਗਈਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਤਾਂ ਇਹ ਹੈ ਕਿ ਜਦੋਂ ਵੀ ਕੌਮਾਂ ਆਪਣੀ ਆਜ਼ਾਦੀ ਦਾ ਸੰਘਰਸ਼ ਲੜਦੀਆਂ, ਕੋਈ ਵੀ ਦੁਨੀਆ 'ਚ, ਇੱਕ ਆਮ ਅਸੂਲ ਹੈ ਕਿ ਉਹਦੇ ਵਿੱਚੋਂ ਬਹੁਤ ਸਾਰੇ ਲੋਕ ਨਾਇਕ ਪੈਦਾ ਹੁੰਦੇ ਹੈ, ਅਜਿਹੇ ਸੂਰਮੇ, ਅਜਿਹੇ ਜੁਝਾਰੂ ਜਿਹੜੇ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾ ਲੈਂਦੇ ਹੈ, ਪੂਜਣਯੋਗ ਹਸਤੀਆਂ ਬਣ ਜਾਂਦੀਆਂ ਲੋਕਾਂ ਵਾਸਤੇ। ਇਹ ਹਰ ਕੌਮ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਨਾਇਕ ਉਹ ਮਿਲ ਜਾਣਗੇ। ਦੂਜੀ ਗੱਲ, ਸੰਘਰਸ਼ ਦੌਰਾਨ ਨਾਇਕ ਤਾਂ ਬਹੁਤ ਹੁੰਦੇ ਨੇ, ਇੱਕ ਨਹੀਂ ਹੁੰਦਾ, ਪਰ ਉਹਨਾਂ ਵਿੱਚੋਂ ਮਹਾਨਾਇਕ ਇੱਕ ਹੁੰਦਾ ਹੈ। ਇਸ ਕਰਕੇ ਜਦੋਂ ਕਿਸੇ ਲਹਿਰ ਨੂੰ ਦੇਖਣਾ ਹੈ ਅਸੀਂ, ਤਾਂ ਲਹਿਰ ਦਾ ਜੋ ਕੁਛ ਵੀ ਚੰਗਾ ਹੈ, ਸੁਚਾਰੂ ਪੱਖ, ਉਹ ਉਸ ਮਹਾਨਾਇਕ ਦੇ ਵਿੱਚ ਰੂਪਮਾਨ ਹੋ ਰਿਹਾ ਹੁੰਦਾ ਹੈ। ਐਕਚੁਅਲੀ ਉਹ ਮਹਾਨਾਇਕ ਨੂੰ ਸਮਝਣ ਦਾ ਯਤਨ ਹੀ ਹੁੰਦਾ ਜਾਂ ਉਸ ਨਾਇਕ ਦੀ ਵਿਆਖਿਆ ਹੀ ਹੁੰਦੀ ਹੈ। ਅੱਜ ਤੋਂ ਬਹੁਤ ਸਾਲ ਪਹਿਲਾਂ, ਸ਼ਾਇਦ 10-12 ਸਾਲ ਹੋ ਗਏ ਹੋਣਗੇ, ਹਿੰਦੁਸਤਾਨ ਟਾਈਮਜ਼ ਨੇ ਇੱਕ ਓਪੀਨੀਅਨ ਪੋਲ ਕੀਤਾ ਸੀਗਾ ਆਪਣੇ ਪਾਠਕਾਂ ਤੋਂ। ਉਹਨਾਂ ਦੇ ਵਿਚਾਰ ਮੰਗੇ ਸੀ ਕਿ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਮਹਾਨਾਇਕ ਕੌਣ ਸੀ। ਉਹਦੇ 'ਚ ਉਹਨੇ ਕੁਝ ਆਪਸ਼ਨਸ ਦਿੱਤੀਆਂ। ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਸੁਭਾਸ਼ ਚੰਦਰ ਬੋਸ, ਇਸ ਤਰ੍ਹਾਂ ਮਤਲਬ ਕੁਝ ਆਪਸ਼ਨਸ ਦਿੱਤੀਆਂ ਵੀ ਇਹਨਾਂ ਵਿੱਚੋਂ ਤੁਸੀਂ ਕਿਹਨੂੰ ਮਹਾਨਾਇਕ ਸਮਝਦੇ ਹੋ। ਉਹ ਓਪੀਨੀਅਨ ਪੋਲ ਦਾ ਜੋ ਰਿਜ਼ਲਟ ਸੀ ਉਹਦੇ ਵਿੱਚੋਂ ਇਹ ਸੀ ਕਿ ਤਕਰੀਬਨ ਬਰਾਬਰ ਬੰਦਿਆਂ ਨੇ ਸ਼ਹੀਦ ਭਗਤ ਸਿੰਘ ਤੇ ਗਾਂਧੀ ਨੂੰ ਦੇ ਪੱਖ ਵਿੱਚ ਵੋਟ ਪਾਈ ਸੀ। ਪਰ ਕਿਉਂਕਿ ਇਹ ਪੋਲ ਪੰਜਾਬ ਐਡੀਸ਼ਨ ਨੇ ਕਰਵਾਇਆ ਸੀ, ਹਿੰਦੁਸਤਾਨ ਟਾਈਮਜ਼ ਦੇ ਨੇ, ਇਸ ਕਰਕੇ ਭਗਤ ਸਿੰਘ ਗਾਂਧੀ ਦੇ ਬਰਾਬਰ ਆ ਗਿਆ। ਹੋਰ ਕਿਸੇ ਸਟੇਟ ਦੇ ਵਿੱਚ ਹੋਇਆ ਹੁੰਦਾ ਤਾਂ ਸ਼ਾਇਦ ਉਹਦਾ ਨਾਂ ਵੀ ਬਹੁਤ ਪਿੱਛੇ ਰਹਿਣਾ ਸੀ। ਸੋ ਮਹੱਤਵਪੂਰਨ ਗੱਲ ਇਹਦੇ ਵਿੱਚ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਬਾਰੇ ਆਪਸ਼ਨ ਵੀ ਕੋਈ ਨਹੀਂ ਸੀ ਉਹਦੇ 'ਚ। ਉਹਨੂੰ ਇਸ ਗਿਣਤੀ 'ਚ ਵੀ ਨਹੀਂ ਰੱਖਿਆ ਗਿਆ ਕਿ ਉਹਦੇ ਬਾਰੇ ਲੋਕਾਂ ਕੋਲੋਂ ਰਾਏ ਲਈ ਜਾਵੇ। ਹੁਣ ਇਹ ਜਿਹੜੀ ਗੱਲ ਹੈ, ਇਹਦੇ ਵਿੱਚੋਂ ਬੜਾ ਕੁਛ ਪ੍ਰਗਟ ਹੁੰਦਾ ਹੈ ਕਿ ਕਿਉਂਕਿ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਬਾਰੇ ਪੜ੍ਹਦੇ ਹਾਂ, ਤਕਰੀਬਨ ਸਭ ਨੇ ਇਹ ਗੱਲ ਕਹੀ ਹੈ ਕਿ ਉਹਦਾ ਰੋਲ ਮਾਡਲ ਸ਼ਹੀਦ ਕਰਤਾਰ ਸਿੰਘ ਸਰਾਭਾ ਸੀ। ਭਗਤ ਸਿੰਘ ਦੀ ਮਾਂ ਨੇ ਕਿਹਾ ਕਿ ਉਹ ਹਰ ਵੇਲੇ ਸਰਾਭੇ ਦੀ ਫੋਟੋ ਆਪਦੀ ਜੇਬ 'ਚ ਰੱਖਦਾ ਸੀ, ਐਡਾ ਫੈਨ ਸੀ ਉਹ ਸਰਾਭੇ ਦਾ। ਫਿਰ ਇਹ ਕਿਵੇਂ ਹੋ ਗਿਆ ਕਿ ਜਿਹੜਾ ਉਹਦਾ ਰੋਲ ਮਾਡਲ ਸੀ ਉਹ ਪਾਸੇ ਹੋ ਗਿਆ ਤੇ ਸ਼ਹੀਦ ਭਗਤ ਸਿੰਘ ਇੱਕ ਬਹੁਤ ਵੱਡਾ ਬਿੰਬ ਜਾਂ ਨਾਇਕ ਬਣ ਕੇ ਉੱਭਰਿਆ ਆ।
ਇਹਦੇ ਕੋਈ ਨਾ ਕੋਈ ਕਾਰਨ, ਇਹਦਾ ਵਿਸ਼ਲੇਸ਼ਣ, ਇਹਦੀ ਪੜਚੋਲ ਹੋਣੀ ਚਾਹੀਦੀ ਹੈ, ਇਹਦੇ ਬਾਰੇ ਵਿਚਾਰ ਹੋਣੀ ਚਾਹੀਦੀ ਹੈ, ਅਜਿਹਾ ਕਿਉਂ ਵਾਪਰ ਗਿਆ। ਇਸੇ ਤਰ੍ਹਾਂ ਜਿਹੜਾ ਗਾਂਧੀ ਦਾ ਗੱਲ ਹੈ ਕਿ ਉਸ ਨੂੰ ਭਾਰਤ ਦੀ ਆਜ਼ਾਦੀ ਦਾ ਮੁੱਖ ਨਾਇਕ ਬਣਾ ਕੇ ਪੇਸ਼ ਕਰਨਾ, ਜਿੱਦਣ ਉਹਦੀ ਮੌਤ ਹੋਈ 30 ਜਨਵਰੀ ਉਹਨੂੰ ਹੀ ਬਲੀਦਾਨ ਦਿਵਸ ਕਹਿ ਕੇ, ਵੀ ਜਿਵੇਂ ਸਾਰੀਆਂ ਸ਼ਹਾਦਤਾਂ ਉਹਦੇ ਵਿੱਚ ਹੀ ਆ ਗਈਆਂ, ਜਿਵੇਂ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ। ਸੋ ਇਹ ਵੀ ਇੱਕ ਰਾਜਨੀਤੀ ਹੁੰਦੀ ਹੈ ਕਿ ਤੁਸੀਂ ਕਿਹੜੀ ਹਸਤੀ ਨੂੰ ਉਭਾਰਨਾ ਹੈ ਤੇ ਕਿਹੜੀ ਨੂੰ ਪਿੱਛੇ ਰੱਖਣਾ ਹੈ। ਇਹਦੇ ਪਿੱਛੇ ਬੜੀ ਵੱਡੀ ਸੋਚ ਕੰਮ ਕਰ ਰਹੀ ਹੁੰਦੀ ਹੈ। ਸੋ ਇਸ ਕਰਕੇ ਜਦੋਂ ਅਸੀਂ ਇਹ ਜਿਹੜਾ ਸਾਡੇ ਸਾਹਮਣੇ ਸਵਾਲ ਹੈ ਅੱਜ ਕਿ ਕਰਤਾਰ ਸਿੰਘ ਸਰਾਭਾ ਨੂੰ ਇੰਨਾ ਨਜ਼ਰਅੰਦਾਜ਼ ਕਿਉਂ ਕੀਤਾ ਗਿਆ, ਤਾਂ ਇਹਦੇ ਵਿੱਚੋਂ ਬੜਾ ਕੁਝ ਹੋਰ ਉੱਧੜੂਗਾ। ਕਿਉਂਕਿ ਇੱਥੋਂ ਤੱਕ ਕਿ ਸ਼ਹੀਦ ਭਗਤ ਸਿੰਘ ਦੀ ਜਿਹੜੀ ਜਥੇਬੰਦੀ ਸੀ, ਉਸ ਦੇ ਮੈਂ ਮੈਂਬਰਾਂ ਦੀਆਂ ਬਹੁਤ ਲਿਖਤਾਂ ਪੜ੍ਹ ਲਈਆਂ। ਕਿਤੇ ਵੀ ਕਿਸੇ ਦੇ ਮਨ 'ਤੇ ਕਰਤਾਰ ਸਿੰਘ ਸਰਾਭਾ ਦਾ ਕੋਈ ਅਸਰ ਨਹੀਂ, ਵੀ ਉਹਦਾ ਪ੍ਰਭਾਵ ਕਬੂਲਦੇ ਹੋਣ ਜਾਂ ਉਹਨੂੰ ਉਹ ਕਿਸੇ ਪੱਧਰ 'ਤੇ ਰਿਕਗਨਾਈਜ਼ ਕਰਦੇ ਹੋਣ। ਇਕੱਲਾ ਭਗਤ ਸਿੰਘ ਹੀ ਸੀ। ਇੱਥੋਂ ਤੱਕ ਕਿ ਜਿਹੜਾ ਰਾਮ ਪ੍ਰਸਾਦ ਬਿਸਮਲ, ਤੁਸੀਂ ਸੁਣਿਆ ਹੋਵੇਗਾ ਨਾਂ, ਉਹਨਾਂ ਦੀ ਜਥੇਬੰਦੀ ਦਾ ਹੀ ਬਹੁਤ ਅਹਿਮ ਕਾਰਕੁਨ ਸੀ ਸਹਾਰਨਪੁਰ ਦਾ, ਜਿਹਨੂੰ ਕਕੋਰੀ ਕੇਸ ਦੇ ਵਿੱਚ ਫਾਂਸੀ ਲੱਗੀ ਸੀ। ਉਹਨੇ ਫਾਂਸੀ ਲੱਗਣ ਤੋਂ ਪਹਿਲਾਂ ਜੇਲ੍ਹ ਦੇ ਵਿੱਚੋਂ ਆਪਦੀ ਸਵੈ ਜੀਵਨੀ ਲਿਖੀ। ਉਸ ਜੀਵਨੀ ਦੇ ਵਿੱਚ ਸਰਾਭੇ ਦਾ ਜ਼ਿਕਰ ਤਾਂ ਕਿੱਥੇ ਹੋਣਾ ਸੀ, ਕਿਸੇ ਵੀ ਗਦਰੀ ਬਾਬੇ ਦਾ ਜ਼ਿਕਰ ਤੱਕ ਨਹੀਂ। ਇੱਕੋ ਹੀ ਬੰਦੇ ਦਾ ਜ਼ਿਕਰ ਹੈ, ਭਾਈ ਪਰਮਾਨੰਦ ਲਾਹੌਰ ਦਾ। ਭਾਈ ਪਰਮਾਨੰਦ ਲਾਹੌਰ ਉਹ ਪੱਕਾ ਆਰੀਆ ਸਮਾਜੀ ਸੀ। ਜਦੋਂ ਗਦਰ ਪਾਰਟੀ ਬਣੀ ਉਹ ਅਮਰੀਕਾ ਵਿੱਚ ਸੀ, ਬਰਕਲੇ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ। ਪਾਰਟੀ ਦਾ ਉਹ ਮੈਂਬਰ ਨਹੀਂ ਬਣਿਆ, ਪਾਰਟੀ 'ਚ ਉਹਦਾ ਕੋਈ ਰੋਲ ਨਹੀਂ, ਪਰ ਉਹਨੇ ਇੱਕ ਕਿਤਾਬ ਲਿਖੀ ਹਿੰਦੁਸਤਾਨ ਦੀ ਹਿਸਟਰੀ ਬਾਰੇ, ਜਿਹੜੀ ਅੰਗਰੇਜ਼ਾਂ ਦੇ ਖਿਲਾਫ ਜਾਂਦੀ ਸੀ। ਉਸ ਕਿਤਾਬ ਦੇ ਆਧਾਰ 'ਤੇ ਉਹਨੂੰ ਗ੍ਰਿਫਤਾਰ ਕੀਤਾ। ਤੇ ਇਹ ਜਿਹੜਾ ਆਮ ਦਸਤੂਰ ਅਸੀਂ ਦੇਖਦੇ ਹਾਂ ਕਿ ਜੇ ਕਿਸੇ ਨੂੰ ਤੁਸੀਂ ਲੰਮਾ ਚਿਰ ਜੇਲ੍ਹ 'ਚ ਰੱਖਣਾ ਹੈ ਤਾਂ ਜਿਹੜੀ ਉਸ ਮੌਕੇ ਦੀ ਖਤਰਨਾਕ ਲਹਿਰ ਹੈ ਉਹਦੇ ਨਾਲ ਜੋੜ ਦਿਓ। ਨਕਸਲੀ ਲਹਿਰ ਵੇਲੇ ਵੀ ਇਸ ਤਰ੍ਹਾਂ ਹੋਇਆ, ਸਿੱਖ ਖਾੜਕੂ ਸੰਘਰਸ਼ ਵੇਲੇ ਵੀ ਇਸ ਤਰ੍ਹਾਂ ਹੋਇਆ। ਸੋ ਭਾਈ ਪਰਮਾਨੰਦ ਲਾਹੌਰ ਤੇ ਉਹਨਾਂ ਨੇ ਸਿਰਫ ਉਹਨੂੰ ਗਦਰ ਪਾਰਟੀ ਦਾ ਅੰਗਰੇਜ਼ਾਂ ਨੇ ਮੈਂਬਰ ਬਣਾ ਕੇ ਜਾਂ ਲੀਡਰ ਬਣਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ। ਸੋ ਰਾਮ ਪ੍ਰਸਾਦ ਬਿਸਮਲ ਨੇ ਸਾਰੀ ਕਿਤਾਬ ਦੇ ਵਿੱਚ ਇੱਕੋ ਹੀ ਜ਼ਿਕਰ ਕੀਤਾ ਕਿ ਕਿੱਡਾ ਅਨਰਥ ਫੈਲ ਗਿਆ ਹਿੰਦੁਸਤਾਨ ਦੇ ਵਿੱਚ, ਕਿੱਡੇ ਜ਼ੁਲਮ ਹੋ ਰਹੇ ਨੇ। ਭਾਈ ਪਰਮਾਨੰਦ ਲਾਹੌਰ ਵਰਗੀਆਂ ਸ਼ਖਸੀਅਤਾਂ ਨੂੰ ਵੀ ਜੇਲ੍ਹਾਂ 'ਚ ਰੱਖਿਆ ਜਾ ਰਿਹਾ ਹੈ। ਨਾ ਉਹਨੂੰ ਫਾਂਸੀ ਵਾਲੇ ਬੰਦਿਆਂ ਦਾ ਕੁਝ ਪਤਾ ਕਿ ਕਿੰਨੇ ਬੰਦਿਆਂ ਨੂੰ ਫਾਂਸੀ ਲੱਗ ਗਈ, ਕਿੰਨੇ ਹੋਰ ਬੰਦੇ ਜੇਲ੍ਹਾਂ 'ਚ ਸੜ ਰਹੇ ਨੇ। ਇਹ ਹੈ ਇੱਕ ਪੱਖਪਾਤ ਕਿ ਇੱਕ ਆਰੀਆ ਸਮਾਜੀ ਦ੍ਰਿਸ਼ਟੀ ਨੂੰ ਜਿਹੜਾ ਬੰਦਾ ਆਰੀਆ ਸਮਾਜੀ ਨਹੀਂ, ਉਹਦੀ ਉਹ ਕਦਰ ਨਹੀਂ ਹੋ ਸਕਦੀ, ਉਹ ਤੰਗ ਨਜ਼ਰੀ ਇੱਕ ਹੈ ਉਹਨਾਂ ਦੇ ਵਿੱਚ। ਸੋ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭੇ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਫਰਕ ਪਿਆ ਕਿ ਸ਼ਹੀਦ ਭਗਤ ਸਿੰਘ ਨੂੰ ਇੱਕ ਸਟੇਜ ਤੇ ਜਾ ਕੇ ਉਹਨਾਂ ਨੇ ਪੂਰਾ ਉਭਾਰਨ ਦੀ ਕੋਸ਼ਿਸ਼ ਕੀਤੀ। ਇਹਦੇ ਪਿੱਛੇ ਵੀ ਇੱਕ ਕਹਾਣੀ ਹੈ, ਕਿਉਂਕਿ ਗਾਂਧੀ ਬਾਰੇ ਤਾਂ ਆਪਾਂ ਨੂੰ ਪਤਾ ਸਾਰਿਆਂ ਨੂੰ ਕਿ ਜਦੋਂ ਉਹ ਐਂਟਰੀ ਹੋਇਆ ਸੰਘਰਸ਼ ਦੇ ਵਿੱਚ, ਉਹ ਤਾਂ ਇੱਕ ਪੂਰੇ ਸਕੀਮ ਤਹਿਤ, ਇੱਕ ਪੂਰੇ ਪ੍ਰੋਜੈਕਟ ਦੇ ਅਧੀਨ ਉਹ ਆਇਆ। ਉਦੋਂ ਬਾਅਦ ਸਾਰੀ ਪ੍ਰੈਸ ਨੇ ਉਹਦਾ ਗੁੱਡਾ ਬੰਨ੍ਹਣਾ, ਨੈਸ਼ਨਲ ਪੂਰੀਆਂ ਲੌਬੀਆਂ ਸਰਗਰਮ ਹੋਈਆਂ ਕਿ ਉਹਨੂੰ ਲਹਿਰ ਦਾ ਨਾਇਕ ਜਾਂ ਲੀਡਰ ਦਰਸਾਇਆ ਜਾਵੇ। ਉਹ ਤਾਂ ਉਹਦੇ ਜਿਉਂਦੇ ਜੀ ਉਹਨੂੰ ਬਹੁਤ ਵੱਡਾ ਮਹਾਤਮਾ ਦਾ ਰੁਤਬਾ ਵੀ ਦੇਤਾ, ਉਹਨੂੰ ਉਪਾਧੀ ਵੀ ਬਖਸ਼ਤੀ, ਸਭ ਕੁਝ ਹੋਇਆ। ਪਰ ਭਗਤ ਸਿੰਘ ਦੇ ਮਾਮਲੇ 'ਚ ਇਸ ਤਰ੍ਹਾਂ ਨਹੀਂ ਸੀ ਹੋਇਆ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਕਾਲਜਾਂ ਦੇ ਵਿੱਚ
ਉਦੋਂ ਭਗਤ ਸਿੰਘ ਦਾ ਐਡਾ ਅਜੇ ਨਹੀਂ ਸੀ। ਸਾਨੂੰ ਯਾਦ ਹੈ ਕਿ ਜਿਹੜੀ ਉਸ ਮੌਕੇ ਨਕਸਲੀ ਲਹਿਰ ਚੱਲੀ, ਉਹਦੇ ਜਦੋਂ ਈਵਨ ਸਾਡੇ ਜਦੋਂ ਕਮਰਿਆਂ 'ਚ ਛਾਪੇ ਮਾਰੇ ਤਾਂ ਉਹਨਾਂ ਨੇ ਉਹ 'ਚੋਂ ਭਗਤ ਸਿੰਘ ਦੀ ਫੋਟੋ ਜੇ ਲੱਭਦੀ ਹੈ ਤਾਂ ਉਹ ਵੀ ਇੱਕ ਨੁਕਤਾ ਬਣਦਾ ਸੀ ਕਿ ਇਹਦੇ ਕੋਲੋਂ ਭਗਤ ਸਿੰਘ ਦੀ ਫੋਟੋ ਪ੍ਰਾਪਤ ਹੋਈ, ਜਿਹਦਾ ਮਤਲਬ ਉਦੋਂ ਭਗਤ ਸਿੰਘ ਕੀ ਸੀ? ਭਗਤ ਸਿੰਘ ਬਗਾਵਤ ਦਾ ਪ੍ਰਤੀਕ ਸੀ। ਜਿਹੜੇ ਬੰਦੇ ਬਾਗੀ ਬਣਦੇ ਸੀ ਉਹ ਭਗਤ ਸਿੰਘ ਕੋਲੋਂ ਪ੍ਰੇਰਨਾ ਲੈਂਦੇ ਸੀ, ਦੂਜੇ ਬੰਦੇ ਨਹੀਂ। ਸੋ ਉਹ ਬਗਾਵਤ ਦਾ ਪ੍ਰਤੀਕ ਸੀ। ਜਦੋਂ ਲੱਗਿਆ ਕਿ ਸਮਾਜ ਦੇ ਵਿੱਚ ਬਗਾਵਤ ਹੋ ਰਹੀ ਹੈ ਨਕਸਲੀ ਲਹਿਰ ਦੇ ਰੂਪ 'ਚ, ਤਾਂ ਉਸ ਮੌਕੇ 1972 ਵਿੱਚ ਗਿਆਨੀ ਜੈਲ ਸਿੰਘ ਨੇ ਪਹਿਲੀ ਵਾਰ ਉਸ ਦਾ ਸਰਕਾਰੀਕਰਨ ਕਰਨਾ ਸ਼ੁਰੂ ਕੀਤਾ, ਭਗਤ ਸਿੰਘ ਦਾ। ਭਗਤ ਸਿੰਘ ਦੀ ਮਾਂ ਉਦੋਂ ਜਿਉਂਦੀ ਸੀ, ਮਾਇਆਵਤੀ, ਉਹਨੇ ਪੰਜਾਬ ਮਾਤਾ ਦੀ ਉਪਾਧੀ ਦਿੱਤੀ ਕਿ ਭਗਤ ਸਿੰਘ ਦੀ ਮਾਂ ਨਹੀਂ, ਇਹ ਪੰਜਾਬ ਮਾਤਾ ਹੈ। ਸੋ ਜਿਹਦੇ ਜਵਾਬ 'ਚ ਸੰਤ ਰਾਮ ਉਦਾਸੀ ਜਿਹੜਾ ਇਨਕਲਾਬੀ ਕਵੀ ਸੀ ਉਦੋਂ, ਉਹਨੇ ਬਹੁਤ ਦੁਖੀ ਹੋ ਕੇ ਗੀਤ ਲਿਖਿਆ ਸੀ, ਜਿਹਦੇ 'ਚ ਉਹਨੇ ਇੱਕ ਤਰਲਾ ਪਾਇਆ ਸੀ ਮਾਇਆਵਤੀ ਅੱਗੇ ਜਾਂ ਭਗਤ ਸਿੰਘ ਦੀ ਮਾਂ ਅੱਗੇ ਕਿ ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਓ ਪਰ ਬਣਿਓ ਨਾ ਕਿਤੇ ਪੰਜਾਬ ਮਾਤਾ, ਕਿ ਫਿਰ ਤੂੰ ਸਾਡੀ ਮਾਂ ਨਹੀਂ ਰਹਿ ਜਾਣੀ, ਬਾਗੀਆਂ ਦੀ ਜੁਝਾਰੂਆਂ ਦੀ ਮਾਂ ਨਹੀਂ ਰਹਿ ਜਾਣੀ। ਸੋ ਸ਼ਹੀਦਾਂ ਨੂੰ, ਜੁਝਾਰੂਆਂ ਨੂੰ ਖੋਹਣਾ ਲੋਕਾਂ ਕੋਲੋਂ, ਇਹ ਵੀ ਇੱਕ ਕੰਮ ਚੱਲਦਾ ਹੈ। ਸੋ ਉਦੋਂ ਖੋਇਆ ਨਕਸਲੀ ਲਹਿਰ ਦੇ ਪ੍ਰਤੀਕਰਮ 'ਚ, ਜਿਸ ਤੋਂ ਬਾਅਦ ਖੜਕੜ ਕਲਾਂ ਤੇ ਹੁਸੈਨੀ ਵਾਲਾ 'ਚ ਵੱਡੇ ਇਕੱਠ ਹੋਣ ਲੱਗ ਗਏ, ਮਨਿਸਟਰ ਆਉਣ ਲੱਗ ਗਏ, ਰਾਸ਼ਟਰਪਤੀ ਆਉਣ ਲੱਗ ਗਏ। ਹੁਣ ਜਿੱਥੇ ਸਰਕਾਰ ਦੇ ਵੱਡੇ ਵਜ਼ੀਰ ਆਉਂਦੇ ਆ ਉੱਥੇ ਉਹਦੀ ਮਹੱਤਤਾ ਆਪੇ ਬਣ ਜਾਂਦੀ ਹੈ। ਸੋ ਮੇਲੇ ਬਣ ਗਏ ਪੂਰੇ ਕਿ ਉਹਨਾਂ ਦਿਨਾਂ ਨੂੰ ਮਨਾਇਆ ਜਾਵੇ। ਇਹ ਸਿਲਸਿਲਾ 1972 ਤੋਂ ਸ਼ੁਰੂ ਹੋਇਆ। ਫਿਰ 1985 'ਚ ਨਕਸਲੀ ਲਹਿਰ ਤਾਂ ਖਤਮ ਹੋ ਗਈ, ਉਦੋਂ ਵੀ ਵੱਡਾ ਜੋ ਚੈਲੰਜ ਉੱਠਿਆ ਪੰਜਾਬ ਦੇ ਵਿੱਚ ਉਹ ਸਿੱਖ ਖਾੜਕੂ ਸੰਘਰਸ਼ ਸੀ। 1985 'ਚ ਜਦੋਂ ਅਰਜਨ ਸਿੰਘ ਨੂੰ ਗਵਰਨਰ ਬਣਾ ਕੇ ਭੇਜਿਆ ਰਾਜੀਵ ਗਾਂਧੀ ਨੇ, ਤਾਂ ਅਰਜਨ ਸਿੰਘ ਨੇ ਜਾਂਦੇ ਦੋਵੇਂ ਕੰਮ ਕਰਨੇ ਸ਼ੁਰੂ ਕੀਤੇ। ਇੱਕ ਤਾਂ ਵੀ ਜ਼ੁਲਮ ਤੇ ਤਸ਼ੱਦਦ ਕਰਨਾ ਲਹਿਰ ਨੂੰ ਦਬਾਉਣ ਵਾਸਤੇ, ਦੂਜਾ ਇਹ ਸੀ ਕਿ ਲੋਕਾਂ ਦੇ ਦਿਲ ਜਿੱਤੀਏ, ਕਿ ਲੋਕਾਂ ਨੂੰ ਇਸ ਪਾਸੋਂ ਮੋੜਿਆ ਜਾਵੇ। ਇਹ ਗੱਲ ਉਹਨੇ ਬੁੱਝ ਲਈ ਸੀ ਕਿ ਪੰਜਾਬ ਦੇ ਲੋਕ ਆਪਦੇ ਸ਼ਹੀਦਾਂ, ਆਪਦੇ ਜੁਝਾਰੂਆਂ ਤੇ ਆਪਦੇ ਸੂਰਮਿਆਂ ਨਾਲ ਜੁੜੇ ਹੋਏ। ਸੋ ਉਹਨੇ ਆਪਦੀ ਸਵੈ ਜੀਵਨੀ 'ਚ ਇਹ ਗੱਲ ਲਿਖੀ ਹੈ ਕਿ ਮੈਨੂੰ ਇਹ ਸੀ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ। ਕਹਿੰਦਾ ਫਿਰ ਮੈਨੂੰ ਯਾਦ ਆ ਗਿਆ ਵੀ 23 ਮਾਰਚ ਆ ਰਿਹਾ। ਸੋ ਰਾਜੀਵ ਗਾਂਧੀ ਨੂੰ ਉਹਨੇ ਹੁਸੈਨੀ ਵਾਲੇ ਮਿਲਾਇਆ, ਉੱਥੇ ਬਹੁਤ ਵੱਡਾ ਫੰਕਸ਼ਨ ਕੀਤਾ। ਫਿਰ ਪੰਜਾਬ ਦੀਆਂ ਜਿੰਨੀਆਂ ਵੀ ਉਹਨਾਂ ਦੀਆਂ ਹਮਖਿਆਲ ਪਾਰਟੀਆਂ, ਤਾਕਤਾਂ ਸੀ, ਉਹਨਾਂ ਨੂੰ ਇਸ ਪਾਸੇ ਲਾਤਾ ਕਿ ਜਿੰਨੇ ਵੀ ਸ਼ਹੀਦ ਨੇ ਪੰਜਾਬ ਦੇ, ਜਿਨ੍ਹਾਂ ਦੇ ਲੋਕਾਂ ਦੇ ਮਨਾਂ 'ਚ ਜਿਨ੍ਹਾਂ ਬਾਰੇ ਬਹੁਤ ਸਤਿਕਾਰ ਤੇ ਸ਼ਰਧਾ ਹੈ, ਉਹਨਾਂ ਦਾ ਸਰਕਾਰੀਕਰਨ ਕਰ ਦਿਓ। ਸੋ ਭਗਤ ਸਿੰਘ ਦਾ ਸਰਕਾਰੀਕਰਨ ਹੋਇਆ। ਫਿਰ ਹੌਲੀ ਹੌਲੀ ਜਿਹੜੇ ਗਦਰੀ ਬਾਬੇ ਸੀ ਉਹਨਾਂ ਬਾਰੇ ਵੀ, ਉਦੋਂ ਪਹਿਲਾਂ ਕਿਤੇ ਕੋਈ ਚਰਚਾ ਨਹੀਂ ਸੀ। ਸਰਾਭੇ ਦਾ ਕਿਸੇ ਨੂੰ ਪਤਾ ਵੀ ਨਹੀਂ ਸੀ, ਐਵੇਂ ਕਿਤੇ ਟੁੱਟਵਾਂ ਦਾ ਜ਼ਿਕਰ ਆਉਂਦਾ ਸੀਗਾ, ਬਸ ਕੋਈ ਜੀਵਨੀ ਨਹੀਂ, ਕਿਤੇ ਉਹਦੇ ਬਾਰੇ ਕੁਝ ਬਹੁਤਾ ਲਿਖਿਆ ਨਹੀਂ ਮਿਲਦਾ। ਸੋ ਉਦੋਂ ਬਾਅਦ ਫਿਰ ਇਹ ਪੰਜਾਬ ਦੇ ਵਿੱਚ ਉਸ ਲਹਿਰ ਦਾ ਟਾਕਰਾ ਕਰਨ ਵਾਸਤੇ ਉਹਨਾਂ ਦਾ ਕੌਮੀਕਰਨ ਤੇ ਸਰਕਾਰੀਕਰਨ ਹੋਣਾ ਸ਼ੁਰੂ ਹੋਇਆ। ਸੋ ਇਹ ਇੱਕ ਸਿਲਸਿਲਾ ਇਸ ਤਰ੍ਹਾਂ ਦਾ ਚੱਲਿਆ। ਪਰ ਇੱਕ ਪ੍ਰੋਬਲਮ ਉਹਨਾਂ ਨੂੰ ਹੁਣ ਤੱਕ ਵੀ ਆ ਰਹੀ ਹੈ, ਕਿਉਂਕਿ ਇਹ ਸਵਾਲ ਫਿਰ ਖੜਾ ਹੁੰਦਾ ਹੈ ਕਿ ਸ਼ਹੀਦ ਭਗਤ ਸਿੰਘ ਜਿੰਨਾ ਸਾਰੇ ਦੇਸ਼ ਦੇ ਵਿੱਚ ਜਾਣਿਆ ਜਾਂਦਾ ਹੈ, ਜੋ ਬਿੰਬ ਉਹਦਾ ਬਣ ਗਿਆ, ਉਹ ਸਰਾਭੇ ਦਾ ਜਾਂ ਕਿਸੇ ਵੀ ਗਦਰੀ ਬਾਬੇ ਦਾ ਨਹੀਂ ਬਣਿਆ। ਉਹ ਯਤਨ ਕੀਤਿਆਂ ਵੀ ਨਹੀਂ ਬਣ ਸਕਣਾ। ਕਿਉਂ? ਕਾਰਨ ਇਹ ਹੈ ਕਿ ਜਿਹੜੀ ਇਸ ਮੌਕੇ ਦੇ ਉੱਤੇ ਹੁਕਮਰਾਨ ਵਰਗ ਹੈ, ਉਹਦੀ ਜਿਹੜੀ ਮੁੱਖ ਵਿਚਾਰਧਾਰਾ ਹੈ
ਜਿਹੜੇ ਸ਼ਹੀਦ ਦੇ ਵਿਚਾਰ ਤੇ ਅਮਲ ਉਸ ਵਿਚਾਰਧਾਰਾ ਦੇ ਚੌਕਟੇ 'ਚ ਫਿੱਟ ਨਹੀਂ ਹੁੰਦੇ, ਉਸ ਨੂੰ ਉਹ ਬਹੁਤਾ ਚਾਹਣ ਦੇ ਬਾਵਜੂਦ ਨਹੀਂ ਵਰਤ ਸਕਦੇ। ਸ਼ਹੀਦ ਭਗਤ ਸਿੰਘ ਦੇ ਸੰਬੰਧ 'ਚ ਉਹਨਾਂ ਨੂੰ ਬਹੁਤੀ ਦਿੱਕਤ ਨਹੀਂ ਆਈ, ਕਿਉਂਕਿ ਭਗਤ ਸਿੰਘ ਦੋ ਗੱਲਾਂ ਦਾ ਪ੍ਰਤੀਕ ਸੀ, ਇਕੱਲੀ ਬਗਾਵਤ ਦਾ ਨਹੀਂ। ਇੱਕ ਪਾਸੇ ਉਹ ਬਗਾਵਤ ਦਾ ਪ੍ਰਤੀਕ ਸੀ ਜਿਹਦੇ ਕਰਕੇ ਉਹ ਤੋਂ ਬਾਗੀ ਪ੍ਰੇਰਨਾ ਲੈਂਦੇ ਸੀ, ਦੂਜੇ ਪਾਸੇ ਉਹ ਰਾਸ਼ਟਰਵਾਦ ਦਾ ਪ੍ਰਤੀਕ ਸੀ, ਨੈਸ਼ਨਲਿਜ਼ਮ ਦਾ। ਸੋ ਇਹਨਾਂ ਨੇ ਕੀ ਕੀਤਾ ਬੜੀ ਹੁਸ਼ਿਆਰੀ ਨਾਲ ਕਿ ਉਹਨੂੰ ਬਗਾਵਤ ਦੇ ਪ੍ਰਤੀਕ ਤੋਂ ਰਾਸ਼ਟਰਵਾਦ ਦੇ ਪ੍ਰਤੀਕ ਵਾਲਾ ਪੱਖ ਉਭਾਰ ਕੇ ਲਿਆਂਦਾ ਕਿ ਉਹ ਦੇਸ਼ ਭਗਤ ਸੀ, ਰਾਸ਼ਟਰਵਾਦੀ ਸੀ। ਉਹਦੀਆਂ ਲਿਖਤਾਂ 'ਚੋਂ, ਉਹਦੇ ਵਿਚਾਰਾਂ 'ਚੋਂ ਇਹ ਗੱਲ ਸਿੱਧ ਵੀ ਹੋ ਜਾਂਦੀ ਸੀ ਕਿ ਉਹ ਇੰਡੀਅਨ ਨੈਸ਼ਨਲਿਜ਼ਮ ਦਾ ਪੱਕਾ ਮਰੀਦ ਸੀ। ਸਰਾਭਾ ਨੂੰ ਉਹ ਯਤਨ ਕਰਕੇ ਵੀ ਰਾਸ਼ਟਰਵਾਦ ਦੇ ਪੱਖ 'ਚ ਨਹੀਂ ਭੁਗਤਾ ਸਕਦੇ। ਇੱਥੇ ਇੱਕ ਛੋਟੀ ਜਿਹੀ ਘੁੰਡੀ ਹੈ, ਘੁੰਡੀ ਛੋਟੀ ਜਿਹੀ, ਅਰਥ ਬੜੇ ਵੱਡੇ ਨੇ ਕਿ ਦੇਸ਼ ਭਗਤੀ ਤੇ ਰਾਸ਼ਟਰਵਾਦ ਕੀ ਇਹ ਦੋਵੇਂ ਇੱਕੋ ਚੀਜ਼ਾਂ ਹੈ? ਬਹੁਤੇ ਲੋਕਾਂ ਨੂੰ ਮਨ ਦੇ ਵਿੱਚ ਇਹ ਗੱਲ ਦਾ ਨਿਖੇੜਾ ਨਹੀਂ ਹੁੰਦਾ ਕਿ ਸਰਾਭਾ ਵੀ ਤਾਂ ਦੇਸ਼ ਭਗਤ ਸੀ, ਬਾਬਾ ਸੋਹਣ ਸਿੰਘ ਭਾਖੜਾ ਵੀ ਦੇਸ਼ ਭਗਤ ਸੀ। ਦੇਸ਼ ਭਗਤ ਹੋਣਾ ਤੇ ਰਾਸ਼ਟਰਵਾਦੀ ਹੋਣਾ, ਇਹਦੇ 'ਚ ਬਹੁਤ ਵੱਡਾ ਫਰਕ ਹੈ। ਦੇਸ਼ ਭਗਤੀ ਇੱਕ ਬੜਾ ਸਹਿਜ ਤੇ ਕੁਦਰਤੀ ਜਜ਼ਬਾ ਹੈ ਜਿਹੜਾ ਹਰ ਮਨੁੱਖ 'ਚ ਜਾਂ ਹਰ ਜੀਵ 'ਚ ਹੀ ਹੁੰਦਾ ਹੈ। ਬੰਦਾ ਜਿੱਥੇ ਜੰਮਿਆ, ਜਿੱਥੇ ਪਲਿਆ, ਜਿੱਥੇ ਰਹਿੰਦਾ ਹੈ, ਉਸ ਧਰਤੀ ਨਾਲ ਉਹਦਾ ਮੋਹ ਹੁੰਦਾ ਹੈ। ਇਹ ਤੁਸੀਂ ਇਹ ਦੇਖੋ ਵੀ ਜਦੋਂ ਦੋ ਪਿੰਡਾਂ ਦੀਆਂ ਟੀਮਾਂ ਖੇਡਦੀਆਂ, ਉਹ ਸਾਰੇ ਪਿੰਡ ਆਪਦੀ ਆਪਦੀ ਟੀਮ ਨਾਲ ਕਿਉਂ ਹੁੰਦੇ ਆ? ਕੋਈ ਵਿਚਾਰਧਾਰਾ ਨਹੀਂ ਇੱਥੇ, ਇੱਕ ਜਜ਼ਬਾ ਹੈ। ਜੇ ਪੰਜਾਬ ਦਾ ਬੰਗਾਲ ਨਾਲ ਮੈਚ ਪੈ ਗਿਆ ਤਾਂ ਪੰਜਾਬ ਵਾਲੇ ਪੰਜਾਬ ਦੀ ਜਿੱਤ ਦੀ ਸੁੱਖ ਮੰਗਣਗੇ। ਇਹ ਹੈਗਾ ਇੱਕ ਬੜਾ ਨੈਚੁਰਲ ਜਿਹਾ ਜਜ਼ਬਾ, ਇਹ 'ਚ ਕੋਈ ਵਿਚਾਰਧਾਰਾ ਵਾਲੀ ਗੱਲ ਨਹੀਂ। ਜਿਹੜਾ ਨੈਸ਼ਨਲਿਜ਼ਮ ਹੈ ਇਹ ਇੱਕ ਵਿਸ਼ੇਸ਼ ਵਿਚਾਰਧਾਰਾ ਹੈ, ਕਿਉਂਕਿ ਨੈਸ਼ਨਲਿਜ਼ਮ ਨੇਸ਼ਨ ਤੋਂ ਬਣਿਆ। ਨੇਸ਼ਨ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੈ ਕਿ ਆਹ ਨੇਸ਼ਨ ਜਿਹਦੀ ਆਹ ਸੱਭਿਅਤਾ, ਆਹ ਸੱਭਿਆਚਾਰ, ਆਹ ਇਤਿਹਾਸ, ਆਹ ਰਵਾਇਤਾਂ, ਆਹ ਵਿਰਸਾ, ਉਹਦਾ ਇੱਕ ਪੂਰਾ ਦਿੱਤਾ ਜਾਂਦਾ। ਉਸ ਨੂੰ ਪ੍ਰਮੋਟ ਕਰਨਾ ਹੁੰਦਾ ਨੈਸ਼ਨਲਿਜ਼ਮ ਇੱਕ ਜਜ਼ਬੇ ਰਾਹੀਂ, ਉਸ ਨੇਸ਼ਨ ਨੂੰ ਤਕੜਾ ਕਰਨਾ ਹੁੰਦਾ। ਹੁਣ ਜਿਹੜੇ ਦੇਸ਼ ਦੇ ਵਿੱਚ ਇੱਕ ਤੋਂ ਬਹੁਤੀਆਂ ਕੌਮਾਂ ਨੇ, ਡਾਇਵਰਸਿਟੀ ਹੈ, ਵੰਨ ਸੁਵੰਨਤਾ ਹੈ, ਉੱਥੇ ਫਿਰ ਜਿਹੜੀ ਮੈਜੋਰਟੀ ਹੈ ਉਹ ਪ੍ਰਭਾਸ਼ਿਤ ਕਰਦੀ ਹੈ ਕਿ ਇਸ ਦੇਸ਼ ਦੀ ਸੰਸਕ੍ਰਿਤੀ ਕੀ ਹੈ, ਇਹਦਾ ਸੱਭਿਆਚਾਰ ਕੀ ਹੈ, ਇਹਦੀ ਮਰਿਆਦਾ ਕੀ ਹੈ। ਬਾਕੀਆਂ ਨੂੰ ਉਹ ਉਸ ਮੁਤਾਬਕ ਢਾਲਣ ਦੇ ਯਤਨ ਕਰਦੀ ਹੈ। ਸੋ ਨੈਸ਼ਨਲਿਜ਼ਮ ਦੇ ਵਿੱਚ ਇੱਕ ਤੰਗ ਨਜ਼ਰੀ ਹੈ, ਇੱਕ ਏਜੰਡਾ ਹੈ ਕਿ ਮੈਜੋਰਟੀ ਨੂੰ ਤਕੜਾ ਕਰਕੇ ਜਿਹੜੀਆਂ ਮਾਈਨੋਰਟੀਜ਼ ਹੈ ਉਹਨਾਂ ਨੂੰ ਉਹਦੇ ਅਧੀਨ ਰੱਖਣਾ, ਤੇ ਸਟੇਟ ਮੇਨ ਇੰਸਟਰੂਮੈਂਟ ਬਣਦੀ ਹੈ ਸਾਰੇ ਕੁਛ ਦਾ। ਦੁਨੀਆ 'ਚ ਜਿੱਥੇ ਵੀ ਚੱਲਿਆ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਿਆ। ਸੋ ਨੇਸ਼ਨ ਤੇ ਨੈਸ਼ਨਲਿਜ਼ਮ ਇਹ ਬੜਾ ਬੈਡ ਆਈਡੀਆ ਹੈ, ਜਿਹਦੇ ਵਿੱਚੋਂ ਜੰਗਾਂ ਨਿਕਲਦੀਆਂ, ਖੂਨ ਖਰਾਬੇ ਨਿਕਲਦੇ ਆ, ਨਫ਼ਰਤ ਨਿਕਲਦੀ ਹੈ। ਦੇਸ਼ ਭਗਤੀ ਕਿਸੇ ਨਫ਼ਰਤ 'ਤੇ ਨਹੀਂ ਖੜੀ ਹੁੰਦੀ, ਉਹ ਇੱਕ ਪੋਜ਼ੀਟਿਵ ਗੱਲ ਹੈ। ਨੈਸ਼ਨਲਿਜ਼ਮ ਦੇਸ਼ ਭਗਤੀ ਦੀ ਪ੍ਰਵਰਸ਼ਨ ਹੈ, ਉਹਦਾ ਵਿਗਾੜ ਹੈ, ਇੱਕ ਵਿਕਾਰ ਹੈ ਉਹਦਾ, ਜਿਹਦੇ ਪਿੱਛੇ ਵਿਸ਼ੇਸ਼ ਹਿੱਤ ਜੁੜੇ ਹੁੰਦੇ ਨੇ। ਸੋ ਭਗਤ ਸਿੰਘ ਦੀਆਂ ਲਿਖਤਾਂ 'ਚੋਂ ਆਪਣਾ ਇੱਥੇ ਇੱਕ ਅੱਜ ਇਹ ਵਿਸ਼ਾ ਨਹੀਂ, ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਤਾਂ ਮੇਰੇ ਇਹ ਏਜੰਡੇ ਦੇ ਉੱਤੇ ਹੈ ਕਿ ਭਗਤ ਸਿੰਘ ਦੀ ਇੱਕ ਪੂਰੀ ਇਸ ਪੱਖੋਂ ਸਟੱਡੀ ਕੀਤੀ ਜਾਵੇ ਕਿ ਉਹਦੇ ਵਿੱਚ ਜਿਹੜਾ ਨੈਸ਼ਨਲਿਜ਼ਮ ਜਾਂ ਨੈਸ਼ਨਲਿਸਟ ਵਿਚਾਰਧਾਰਾ ਦਾ ਪ੍ਰਭਾਵ ਕਿੰਨਾ ਤਕੜਾ ਸੀ। ਉਹਦੀਆਂ ਲਿਖਤਾਂ ਦੇ ਵਿੱਚੋਂ ਸਾਫ਼ ਜ਼ਾਹਰ ਹੋ ਜਾਂਦਾ ਹੈ। ਉਹ ਸਾਰੇ ਦੇਸ਼ ਦੀ ਇੱਕ ਭਾਸ਼ਾ ਚਾਹੁੰਦਾ ਸੀ, ਸਾਫ਼ ਲਿਖਿਆ ਉਹਨੇ। ਉਹ ਕਹਿੰਦਾ ਸੀ ਸਾਰਿਆਂ ਨੂੰ ਇੰਡੀਅਨਾਈਜ਼ ਹੋਣਾ ਚਾਹੀਦਾ ਹੈ। ਭਾਰਤ ਦੇ ਮੁਸਲਮਾਨਾਂ ਦੇ ਵਿੱਚ ਭਾਰਤੀਅਤਾ ਦੀ ਘਾਟ ਹੈ। ਇਹੀ ਬੋਲੀ ਜਿਹੜੀ ਅੱਜ ਹਿੰਦੂ ਤਵੀ ਬੋਲ ਰਹੇ ਨੇ।
ਸੋ ਸਭ ਦਾ ਭਾਰਤੀਕਰਨ ਕਰਨਾ, ਸਾਰਿਆਂ ਦਾ ਹਿੰਦੂਕਰਨ ਕਰਨਾ ਤੇ ਸਾਰੀਆਂ ਭਾਸ਼ਾਵਾਂ ਉੱਤੇ ਸੰਸਕ੍ਰਿਤ ਦੀ ਚੌਧਰ ਮੜ੍ਹਨੀ, ਇਹ ਹਰ ਜਿਹੜਾ ਨੈਸ਼ਨਲਿਸਟ ਹੈ, ਇੰਡੀਅਨ ਨੈਸ਼ਨਲਿਸਟ, ਉਹਦਾ ਇਹ ਏਜੰਡਾ ਹੋਊਗਾ। ਪਰ ਕਰਤਾਰ ਸਿੰਘ ਸਰਾਭੇ ਦੀ ਜਾਂ ਗਦਰੀ ਬਾਬਿਆਂ ਦੀ, ਉਹਨਾਂ ਦੀ ਇਸ ਕਿਸਮ ਦੀ ਕਿਤੇ ਵੀ ਕੋਈ ਗੱਲ ਨਹੀਂ। ਸੋ ਆਮ ਤੌਰ 'ਤੇ ਆਪਾਂ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਲੱਗ-ਅਲੱਗ ਲਹਿਰਾਂ ਨੂੰ ਇੱਕੋ ਹੀ ਜਗ੍ਹਾ ਬੰਨ੍ਹ ਦਿੰਦੇ ਹਾਂ ਕਿ ਆਹ ਵੀ ਚੱਲੀ, ਆਹ ਵੀ ਚੱਲੀ, ਆਹ ਵੀ ਚੱਲੀ। ਅਸਲੀਅਤ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਦੇਸ਼ ਦੀ ਆਜ਼ਾਦੀ ਲਈ ਲੜ ਰਹੀਆਂ ਵੱਖ-ਵੱਖ ਕੌਮਾਂ ਜਾਂ ਵੱਖ-ਵੱਖ ਤਾਕਤਾਂ, ਉਹਨਾਂ ਦੇ ਨਿਸ਼ਾਨਾ ਦੇਖਣ ਨੂੰ ਇੱਕ ਲੱਗਦਾ ਹੈ ਕਿ ਸਾਰੇ ਆਜ਼ਾਦੀ ਵਾਸਤੇ ਲੜ ਰਹੇ, ਪਰ ਆਜ਼ਾਦੀ ਤੋਂ ਭਾਵ ਕੀ ਹੈ ਉਹ ਸਾਰਿਆਂ ਦਾ ਵੱਖ-ਵੱਖ ਹੁੰਦਾ। ਇੱਕ ਤਾਂ ਇਹ ਜੋ ਹਿੰਦੂ ਆਗੂਆਂ ਦਾ ਆਜ਼ਾਦੀ ਤੋਂ ਭਾਵ ਸੀ, ਉਹ ਗਦਰੀ ਬਾਬਿਆਂ ਦਾ ਨਹੀਂ ਸੀ। ਜਿਹੜੀ ਮੈਂ ਕਈ ਜਗ੍ਹਾ ਉੱਤੇ ਗੱਲ ਸਾਫ਼ ਦੱਸੀ ਹੈ ਕਿ ਜਦੋਂ ਅਸੀਂ ਬਾਬਾ ਸੋਹਣ ਸਿੰਘ ਭਾਕਣਾ ਨੂੰ ਮਿਲੇ 1968 'ਚ, ਉਸੇ ਸਾਲ ਹੀ ਉਹਨਾਂ ਦੀ ਮੌਤ ਹੋ ਗਈ, 95-96 ਸਾਲ ਦੇ ਸੀ। ਤਾਂ ਅਸੀਂ ਉਹਨਾਂ ਨੂੰ ਸਟੇਜ 'ਤੇ ਬੈਠਿਆਂ ਨੂੰ ਸਵਾਲ ਪੁੱਛਿਆ ਸੀ ਕਿ ਕੀ ਤੁਸੀਂ ਇਸੇ ਆਜ਼ਾਦੀ ਲਈ ਲੜੇ ਸੀ ਜਿਹੜੀ ਅੱਜ ਜਿਹਨੂੰ ਕਹਿੰਦੇ ਆ ਕਿ ਆਜ਼ਾਦੀ ਆ ਗਈ? ਉਹ ਕਹਿੰਦਾ ਨਹੀਂ, ਅਸੀਂ ਇਸ ਆਜ਼ਾਦੀ ਵਾਸਤੇ ਨਹੀਂ ਸੀ ਲੜੇ। ਉਹ ਕਹਿੰਦਾ ਜਿਹੜੀ ਮੇਰੀ ਕਮਰ ਦੂਰੀ ਹੋ ਗਈ ਨਾ, ਉਹ ਝੁੱਕ ਕੇ ਬਿਲਕੁਲ ਕਮਾਨ ਬਣ ਗਿਆ ਸੀ। ਇਹ ਕਮਰ ਕਹਿੰਦਾ ਮੇਰੀ ਅੰਗਰੇਜ਼ਾਂ ਦੀਆਂ ਜੇਲ੍ਹਾਂ ਕਰਕੇ ਨਹੀਂ ਹੋਈ, ਇਹ ਆਜ਼ਾਦ ਦੇਸ਼ ਦੀਆਂ ਜੇਲ੍ਹਾਂ ਕਰਕੇ ਹੋਈ ਹੈ ਕਿ ਸਾਡਾ ਆਜ਼ਾਦੀ ਤੋਂ ਭਾਵ ਵੱਖਰਾ ਸੀਗਾ। ਸੋ ਇਹ ਜਿਹੜੀ ਗੱਲ ਹੈ ਕਿ ਇੱਕੋ ਨਿਸ਼ਾਨਾ ਸਾਨੂੰ ਕਈ ਵਾਰ ਲੱਗਦਾ ਹੁੰਦਾ ਕਿ ਇੱਕੋ ਨਿਸ਼ਾਨੇ ਵਾਸਤੇ ਲੜ ਰਹੇ ਹਾਂ, ਉਹ ਐਵੇਂ ਦੇਖਣ ਨੂੰ ਲੱਗਦਾ ਹੁੰਦਾ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਅਪੀਅਰੈਂਸ ਤੇ ਰਿਐਲਿਟੀ 'ਚ ਫਰਕ ਹੁੰਦਾ ਹਮੇਸ਼ਾ ਹੀ। ਅਪੀਅਰੈਂਸ ਤੋਂ ਰਿਐਲਿਟੀ ਤੱਕ ਜਾਣਾ ਹੁੰਦਾ। ਦੇਖਣ ਨੂੰ ਇੱਕ ਚੀਜ਼ ਲੱਗ ਰਹੀ ਹੈ, ਪਰ ਜਦੋਂ ਤੁਸੀਂ ਹੋਰ ਘੋਖ ਕੇ ਦੇਖੋਗੇ ਤੁਹਾਨੂੰ ਉਹ ਦੋ ਅਲੱਗ-ਅਲੱਗ ਦਿਸਣ ਲੱਗ ਪੈਣਗੀਆਂ। ਸੋ ਇਹ ਜਿਹੜਾ ਇਹ ਬਣ ਗਿਆ ਕਿ ਸਾਰੇ ਬੰਦੇ ਆਜ਼ਾਦੀ ਲਈ ਲੜੇ, ਆਜ਼ਾਦੀਆਂ ਦਾ ਇੱਕ ਤਾਂ ਆਜ਼ਾਦੀ ਤੋਂ ਉਹਨਾਂ ਦਾ ਭਾਵ ਅਲੱਗ-ਅਲੱਗ ਸੀ। ਦੂਜੀ ਗੱਲ, ਪ੍ਰੇਰਨਾ ਕਿੱਥੋਂ ਲੈਂਦਾ ਕੋਈ ਬੰਦਾ ਜਦੋਂ ਲੜਦਾ ਹੈ, ਉਦੋਂ ਵੀ ਉਹਦੇ ਨਿਸ਼ਾਨੇ ਨਾਲ ਬੜਾ ਸੰਬੰਧ ਹੁੰਦਾ ਹੈ। ਸੋ ਬਾਕੀ ਦੇਸ਼ ਦੇ ਲੋਕ ਕਿੱਥੋਂ ਪ੍ਰੇਰਨਾ ਲੈ ਰਹੇ ਸੀ ਤੇ ਗਦਰੀ ਬਾਬੇ ਕਿੱਥੋਂ, ਉਹ ਮੈਂ ਬਹੁਤ ਡਿਟੇਲ 'ਚ ਜਿਹੜੀ ਗਦਰੀ ਬਾਬੇ ਕੌਣ ਹਨ ਉਹ ਕਿਤਾਬ ਵੀ ਲਿਖੀ ਹੈ ਤੇ ਸ਼ਹੀਦ ਕਰਤਾਰ ਸਿੰਘ ਵਾਲਾ ਸਰਾਭਾ ਵੀ ਲਿਖੀ ਹੈ। ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੀਆਂ ਲਿਖਤਾਂ, ਉਹਨਾਂ ਦਾ ਸਾਰਾ ਕੁਛ, ਜਿੱਥੇ ਉਹ ਵਾਰ-ਵਾਰ ਜਿਹੜਾ ਸਿੱਖ ਗੁਰੂ, ਸਿੱਖ ਇਤਿਹਾਸ, ਸਿੱਖ ਸੂਰਮੇ, ਸਿੱਖ ਸ਼ਹੀਦ, ਉਹਨਾਂ ਦੇ ਪ੍ਰੇਰਨਾ ਸਰੋਤ ਉਹ ਸੀ। ਉਹ ਉੱਥੋਂ ਪ੍ਰੇਰਨਾ ਲੈ ਕੇ ਚੱਲ ਰਹੇ ਸੀ। ਇਸ ਕਰਕੇ ਉਹਨਾਂ ਦਾ ਨਿਸ਼ਾਨਾ ਵੀ ਉਹੀ ਸੀ ਜੋ ਗੁਰੂ ਸਾਹਿਬਾਨ ਦਾ ਸੀ। ਨਾ ਕਿਸੇ ਦੇ ਖਿਲਾਫ ਕੋਈ ਤੰਗ ਨਜ਼ਰੀ, ਨਾ ਕਿਸੇ ਨਾਲ ਕੋਈ ਉਸ ਤਰ੍ਹਾਂ ਦੀ ਬੇਇਨਸਾਫੀ ਕਿ ਅਸੀਂ ਇੱਕ ਇਸ ਕਿਸਮ ਦਾ ਸਮਾਜ ਜਾਂ ਰਾਜ ਸਿਰਜਣਾ ਹੈ ਜਿੱਥੇ ਸਾਂਝੀਵਾਲਤਾ ਤੇ ਭਾਈ ਭਰਾਤਰੀ ਭਾਵ ਨਾਲ ਲੋਕ ਰਹਿਣਗੇ। ਸੋ ਇਹ ਤਾਂ ਇੱਕ ਗੱਲ ਕਿ ਉਹਨਾਂ ਦੇ ਜਿਹੜੇ ਪ੍ਰੇਰਨਾ ਸਰੋਤ ਆ ਉਹ ਕੀ ਸੀ। ਦੂਜੇ ਪਾਸੇ ਜਿਹੜਾ ਸ਼ਹੀਦ ਭਗਤ ਸਿੰਘ ਹੈ, ਉਹਦੇ ਪ੍ਰੇਰਨਾ ਸਰੋਤ ਹੋਰ ਬਣਦੇ। ਉਹਦੇ ਪ੍ਰੇਰਨਾ ਸਰੋਤ ਬਹੁਤੇ ਬਾਹਰਲੇ ਹੈ, ਯੂਰਪ ਦੇ। ਇਹਨਾਂ ਦੇ ਕਿਤੇ ਨਹੀਂ, ਇਹਨਾਂ ਦੇ ਆਪਦੇ ਨੇ। ਬਾਰ-ਬਾਰ ਬਾਬਾ ਦੀਪ ਸਿੰਘ ਦਾ ਜ਼ਿਕਰ ਆਉਂਦਾ, ਭਾਈ ਤਾਰੂ ਸਿੰਘ ਦਾ ਆਉਂਦਾ, ਜਾਂ ਹੋਰ ਜਿਹੜੇ ਸਿੱਖ ਸ਼ਹੀਦ ਨੇ ਉਹਨਾਂ ਦਾ ਜ਼ਿਕਰ ਆਉਂਦਾ। ਪਰ ਜਿੱਥੇ ਮੈਂ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਸ਼ਹੀਦ ਭਗਤ ਸਿੰਘ ਤਾਂ ਸਰਾਭਾ ਨੂੰ ਕਿਤੇ ਆਪਦਾ ਰੋਲ ਮਾਡਲ ਮੰਨ ਰਿਹਾ, ਪਰ ਉਹਦੀ ਸਾਰੀ ਜਥੇਬੰਦੀ ਬਿਲਕੁਲ ਹੀ ਕਿਤੇ ਉਹਨੂੰ ਰਿਕਗਨਾਈਜ਼ ਨਹੀਂ ਕਰ ਰਹੀ। ਇਹ ਪਾੜਾ ਕਿਉਂ? ਇਹਦਾ ਵੀ ਸ਼ਾਇਦ ਇਹ ਹੈ ਕਿ ਸ਼ਹੀਦ ਭਗਤ ਸਿੰਘ ਰੈਸ਼ਨ ਲੈਵਲ 'ਤੇ ਭਾਵੇਂ ਨੈਸ਼ਨਲਿਸਟ ਬਣ ਗਿਆ ਸੀ, ਪਰ ਉਹਦੇ ਅਵਚੇਤਨ 'ਚ ਕਿਤੇ ਨਾ ਕਿਤੇ ਫਿਰ ਵੀ ਕੋਈ ਸਿੱਖੀ ਦਾ ਅੰਸ਼ ਪਿਆ ਸੀ। ਅਵਚੇਤਨ ਦੇ ਵਿੱਚ ਜਿਹੋ ਜਿਹੇ ਮਾਹੌਲ 'ਚੋਂ ਪਲਿਆ, ਕਿਉਂਕਿ ਬਹੁਤੇ ਲੋਕਾਂ ਨੂੰ ਉਹਦੇ ਖਾਨਦਾਨ ਦੇ ਇਤਿਹਾਸ ਦਾ ਨਹੀਂ ਪਤਾ। ਉਹਦਾ ਜੋ ਵਡੇਰਾ ਸੀਗਾ ਫਤਿਹ ਸਿੰਘ, ਉਸ ਨੇ ਉਸ ਦਿਨ 10ਮ ਪਾਤਸ਼ਾਹ ਤੋਂ ਅੰਮ੍ਰਿਤ ਪਾਨ ਕੀਤਾ ਸੀਗਾ,
ਵਿਸਾਖੀ ਵਾਲੇ ਦਿਨ। ਉਸ ਤੋਂ ਬਾਅਦ ਉਹਨਾਂ ਦੇ ਖਾਨਦਾਨ 'ਚ ਰਵਾਇਤ ਸੀ ਕਿ ਅਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਪਾਨ ਕਰਨਾ। ਇਹ ਰਵਾਇਤ ਆਰੀਆ ਸਮਾਜ ਦੇ ਆਉਣ ਨਾਲ ਟੁੱਟੀ। ਉਹਦਾ ਦਾਦਾ ਆਰੀਆ ਸਮਾਜ ਦਾ ਬਹੁਤ ਸਰਗਰਮ ਆਗੂ ਬਣ ਗਿਆ, ਅਰਜਨ ਸਿੰਘ। ਗਾਂ ਫਿਰ ਉਹਦੇ ਮੁੰਡੇ ਵੀ, ਗਾਂ ਫਿਰ ਉਹਦੇ ਪੋਤਰੇ ਵੀ। ਇਹ ਸ਼ਿਫਟ ਜਿਹੜੀ ਆਈ ਇਹ ਆਰੀਆ ਸਮਾਜ ਤੋਂ ਬਾਅਦ ਆਈ। ਇੱਕ ਬਹੁਤ ਹੀ ਅਹਿਮ ਤੱਥ ਇਹ ਹੈ ਕਿ ਆਰੀਆ ਸਮਾਜੀ ਬਣਨ ਕਰਕੇ ਉਹ ਆਰੀਆ ਸਮਾਜੀ ਰਸਮਾਂ ਕਰਨ ਲੱਗ ਪਿਆ ਸੀਗਾ ਅਰਜਨ ਸਿੰਘ ਦਾ ਦਾਦਾ। ਇਸ ਕਰਕੇ ਸ਼ਹੀਦ ਭਗਤ ਸਿੰਘ ਤੇ ਇਹਦਾ ਭਰਾ, ਉਹਨਾਂ ਦਾ ਜਦੋਂ ਉਹਨਾਂ ਨੇ ਮੁੰਡਨ ਕਰਨਾ ਸੀ ਕਿ ਸਿਰ ਦੇ ਵਾਲ ਸਾਰੇ ਉਸ ਤਰ੍ਹਾਂ ਫੇਰ ਕੇ ਮੁੰਡਨ ਕਰਨਾ, ਤੇ ਜਦੋਂ ਉਹ ਕਰਨ ਲੱਗਿਆ ਤਾਂ ਸ਼ਹੀਦ ਭਗਤ ਸਿੰਘ ਦੀ ਦਾਦੀ ਉਹ ਅੜ ਗਈ ਇਸ ਗੱਲ ਤੇ। ਕਹਿੰਦੀ ਮੈਂ ਕੇਸ ਨਹੀਂ ਕਤਲ ਕਰਾਉਣ ਦੇਣੇ। ਜਿਹਦਾ ਮਤਲਬ ਉਹਦੇ ਮਨ 'ਚ ਕਿਤੇ ਜਿਹੜਾ ਕੇਸ ਪ੍ਰੇਮ ਹੈ ਉਹ ਫੇਰ ਵੀ ਪਿਆ ਸੀ ਦਾਦੀ ਦੇ ਮਨ 'ਚ। ਸੋ ਇਹ ਜਿਹੜੀਆਂ ਗੱਲਾਂ ਦਾ ਬੰਦੇ ਦੇ ਮਨ 'ਤੇ ਕਿਤੇ ਲੁਕਵੇਂ ਰੂਪ ਦੇ ਵਿੱਚ ਕਿਤੇ ਨਾ ਕਿਤੇ ਅਸਰ ਹੁੰਦਾ ਹੈ ਕਿ ਉਹ ਜ਼ਾਹਰਾ ਤੌਰ 'ਤੇ ਰੈਸ਼ਨਲ ਤੌਰ 'ਤੇ ਲੱਖ ਅਬਦੀ ਵਿਚਾਰਧਾਰਾ ਦਾ ਢੰਡੋਰਾ ਪਿੱਟੀ ਜਾਵੇ, ਪਰ ਸ਼ਾਇਦ ਮਨ ਦੇ ਕਿਸੇ ਕੋਨੇ ਅੰਦਰ ਕੋਈ ਸਿੱਖੀ ਵਾਲੀ ਗੱਲ ਪਈ ਸੀ ਜਿਹਦੇ ਕਰਕੇ ਉਹਨੂੰ ਗਾਦਰੀ ਬਾਬੇ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਹੁਤ ਵੱਡੇ ਲੱਗਦੇ ਸੀ, ਹੋਰ ਕਿਸੇ ਨੂੰ ਨਹੀਂ ਲੱਗੇ ਉਹ। ਸੋ ਇੱਕ ਤਾਂ ਇੱਥੋਂ ਆਪਾਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਕਿ ਮਹਾਨਾਇਕ ਬਣਨ ਦਾ ਸਿਲਸਿਲਾ ਕੀ ਹੁੰਦਾ ਹੈ ਤੇ ਇਸ ਲਹਿਰ ਨੂੰ ਕਿਉਂ ਭੁਲਾਇਆ ਗਿਆ, ਕਿਉਂਕਿ ਇਹ ਇਹਨਾਂ ਦੀ ਵਿਚਾਰਧਾਰਾ ਦੇ ਤੇ ਸਰਾਸੀ ਸਵਾਰਥ ਦੇ ਫਿੱਟ ਨਹੀਂ ਆਉਂਦੀ, ਉਹਨੂੰ ਸਰਵ ਨਹੀਂ ਕਰਦੀ ਜਿੰਨੇ ਦੂਜੇ ਕਰਦੇ ਨੇ। ਸੋ ਇਹ ਤਾਂ ਇੰਨੀ ਕੁ ਗੱਲ ਹੋ ਗਈ। ਹੁਣ ਜਿਹੜੀ ਲਹਿਰ ਦੀ ਗੱਲ ਹੈ ਕਿ ਉਂਝ ਤਾਂ ਆਪਾਂ ਜੇ ਉਹ ਗੱਲ ਦੀ ਲਹਿਰ ਦੀ ਗੱਲ ਕਰਨ ਲੱਗੇ ਤਾਂ ਬਹੁਤ ਲੰਬੀ ਹੈ। ਮੈਂ ਇੱਥੇ 2-3 ਗੱਲਾਂ ਜਿਹੜੀਆਂ ਪਹਿਲਾਂ ਮਨਧੀਰ ਸਿੰਘ ਨੇ ਵੀ ਕੀਤੀਆਂ ਕਿ ਜਿਹੜਾ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਉਹ ਕਿਸੇ ਸ਼ੌਕ ਪੂਰਤੀ ਵਾਸਤੇ ਨਹੀਂ ਹੁੰਦੀ। ਖਾਸ ਕਰਕੇ ਜਿਹੜੇ ਬੰਦੇ ਕਿਸੇ ਕਾਲ 'ਚ ਲੱਗੇ ਪਏ ਆ, ਕੁਛ ਬਦਲਣ ਨੂੰ ਲੱਗੇ ਪਏ ਨੇ, ਜਦੋਂ ਉਹ ਇਤਿਹਾਸ ਦੀ ਗੱਲ ਕਰਦੇ ਨੇ ਤਾਂ ਉਹ ਉਸ ਇਤਿਹਾਸ ਤੋਂ ਕੋਈ ਸੇਧ ਤੇ ਪ੍ਰੇਰਨਾ ਤੇ ਰੌਸ਼ਨੀ ਲੈਣ ਦੀ ਕੋਸ਼ਿਸ਼ ਕਰਦੇ ਨੇ। ਅਨੇਕਾਂ ਗੱਲਾਂ ਸ਼ਹੀਦ ਭਗਤ ਸਿੰਘ ਦੇ ਜੀਵਨ 'ਚ, ਆਪਣੇ ਕਰਤਾਰ ਸਿੰਘ ਸਰਾਭਾ ਦੀ ਸਾਰੀ ਜੋ ਸੰਗਰਾਮੀ ਜੀਵਨ ਹੈ ਉਹ ਤੁਸੀਂ ਜਦੋਂ ਦੇਖੋਗੇ ਉਹ ਸਾਨੂੰ ਐਂ ਲੱਗੂ ਜਿਵੇਂ ਅੱਜ ਦੇ ਸਮੇਂ 'ਚ ਹੀ ਜਿਉਂ ਰਿਹਾ। ਉਹੀ ਉਵੇਂ ਤਾਕਤਾਂ, ਉਹੀ ਰੁਝਾਨ, ਉਹੀ ਵਰਤਾਰੇ ਉਵੇਂ ਵਾਪਰਦੇ ਨੇ। ਟੁੱਟਵੀਆਂ ਜਿਹੀਆਂ ਗੱਲਾਂ ਆਪਾਂ ਕੁਛ ਕਰਦੇ ਹਾਂ, ਬਹੁਤਾ ਸਿਸਟੇਮੈਟਿਕਲੀ ਲੰਬੀ ਚੌੜੀ ਗੱਲਬਾਤ ਨਹੀਂ ਕਰਦੇ। ਇੱਕ ਗੱਲ ਜਿਹੜੀ ਗਦਰ ਲਹਿਰ ਸੀ, ਮੇਰੇ ਖਿਆਲ ਤੁਹਾਨੂੰ ਸਾਰਿਆਂ ਨੂੰ ਇੰਨਾ ਕੁ ਪਤਾ ਹੋਣਾ ਕਿ ਉਹਨਾਂ ਨੇ ਅਮਰੀਕਾ 'ਚ ਜਥੇਬੰਦ ਹੋਏ, ਇੱਥੇ ਆਏ, ਪ੍ਰਚਾਰ ਕੀਤਾ, ਪਰ ਜਦੋਂ ਉਹ ਇੱਥੇ ਆਏ, ਜਦੋਂ ਫੈਸਲਾ ਕੀਤਾ ਇੱਥੇ ਆਉਣ ਦਾ, ਉਹਦੀ ਸੰਸਾਰ ਜੰਗ ਲੱਗ ਗਈ। ਤੇ ਜਦੋਂ ਜੰਗ ਲੱਗ ਜਾਂਦੀ ਆ ਉਦੋਂ ਹਾਲਤਾਂ ਬਹੁਤ ਬਣ ਜਾਂਦੀਆਂ, ਕੱਸ ਦਿੱਤੀਆਂ ਜਾਂਦੀਆਂ ਸਰਕਾਰ ਵੱਲੋਂ। ਬੜੇ ਸਟੈਪਸ ਲਏ ਕਿ ਸਰਕਾਰ ਦੇ ਵਿਰੁੱਧ ਕੋਈ ਬਿਲਕੁਲ ਪੱਤਾ ਤੱਕ ਨਾ ਹਿੱਲੇ। ਇੱਥੇ ਆ ਕੇ ਉਹਨਾਂ ਨੇ ਕੁਛ ਚਿਰ ਪ੍ਰਾਪੇਗੰਡਾ ਕੀਤਾ ਤੇ ਉਹਨਾਂ ਦੀ ਸਕੀਮ ਇਹ ਸੀ ਕਿ ਇੱਕ ਤਾਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਤੇ ਇੱਕ ਛਾਉਣੀਆਂ ਦੇ ਵਿੱਚ ਪ੍ਰਚਾਰ ਕਰਕੇ ਬਗਾਵਤ ਕੀਤੀ ਜਾਵੇ। ਇਹ ਕੋਈ ਬਚਗਾਨਾ ਆਈਡੀਆ ਨਹੀਂ ਸੀ, ਬਹੁਤ ਵੱਡਾ ਉਹਨਾਂ ਦੇ ਪਿੱਛੇ ਉਹਨਾਂ ਦੀ ਜੋ ਸੀਗਾ ਇੱਕ। ਤੇ ਉਹਨਾਂ ਨੇ 2 ਛਾਉਣੀਆਂ ਮਿਥੀਆਂ ਸੀ ਪੰਜਾਬ ਦੀਆਂ ਵੱਡੀਆਂ, ਇੱਕ ਫਿਰੋਜ਼ਪੁਰ ਦੀ, ਇੱਕ ਲਾਹੌਰ ਦੀ, ਮੀਆਂ ਮੀਰ ਦੀ। ਇਹ ਦੋਵੇਂ ਛਾਉਣੀਆਂ ਉੱਤਰੀ ਭਾਰਤ ਦੀਆਂ ਵੱਡੀਆਂ ਛਾਉਣੀਆਂ ਸੀ ਤੇ ਅਸਲੇ ਖਾਨੇ ਦਾ ਸਾਰਾ ਭੰਡਾਰ ਇਹਨਾਂ ਛਾਉਣੀਆਂ 'ਚ ਸੀ, ਦੋਹਾਂ 'ਚ। ਸੋ ਸਕੀਮ ਉਹਨਾਂ ਦੀ ਇਹ ਸੀ ਕਿ ਇਹਨਾਂ ਛਾਉਣੀਆਂ 'ਚ ਬਗਾਵਤ ਕਰਕੇ ਅਸਲਾ ਲੁੱਟਿਆ ਜਾਵੇ, ਉਹ ਅਸਲਾ ਲੋਕਾਂ ਨੂੰ ਦਿੱਤਾ ਜਾਵੇ, ਜਿਹਦੇ ਵਾਸਤੇ ਉਹਨਾਂ ਨੇ ਲਾਰੀਆਂ ਟਰੱਕਾਂ ਦਾ ਇੰਤਜ਼ਾਮ ਕਰ ਰੱਖਿਆ ਸੀ ਕਿ ਬਗਾਵਤ ਕਰਕੇ ਉਹ ਅਸਲਾ ਪਿੰਡਾਂ ਦੇ ਵਿੱਚ ਲੋਕਾਂ ਤੱਕ ਪਹੁੰਚਾਇਆ ਜਾਊ। ਲਾਹੌਰ ਵਾਲਾ ਮਾਝੇ 'ਚ, ਜਿਹੜਾ ਫਿਰੋਜ਼ਪੁਰ ਵਾਲਾ ਉਹ ਮਾਲਵੇ ਦੇ ਵਿੱਚ। ਸੋ ਬਹੁਤ ਵੱਡੀ ਸਕੀਮ ਸੀਗੀ, ਆਪਾਂ ਉਹਦੀ ਡਿਟੇਲ 'ਚ ਨਹੀਂ ਜਾਂਦੇ। ਪਰ
ਜਦੋਂ ਉਹਦਾ ਇਤਿਹਾਸ ਲਿਖਿਆ ਗਿਆ, ਜਿਹੜੀ ਆਪਾਂ ਨਾਇਕ ਵਾਲੀ ਜਾਂ ਮਹਾਨਾਇਕ ਵਾਲੀ ਗੱਲ ਕਰਦੇ ਹਾਂ ਨਾ, ਉਹ ਬਣਦੀ ਇਹ ਹੈ ਵੀ ਉਹਨੂੰ ਇਤਿਹਾਸ 'ਚ ਪੇਸ਼ ਕਿਵੇਂ ਕੀਤਾ ਗਿਆ। ਕਿਉਂਕਿ ਹੁਣ ਸਾਨੂੰ ਕੀ ਪਤਾ ਲੱਗੂ ਸਰਾਭਾ ਕੌਣ ਸੀ, ਅਸੀਂ ਜਾਂ ਤਾਂ ਸਕੂਲਾਂ ਦੀਆਂ ਪਾਠ ਪੁਸਤਕਾਂ 'ਚੋਂ ਪੜ੍ਹਾਂਗੇ, ਜਾਂ ਕਿਸੇ ਲੇਖਕਾਂ ਨੇ ਜੋ ਉਹਦੇ ਬਾਰੇ ਲਿਖਤਾ ਉਹ ਪੜ੍ਹਾਂਗੇ, ਜਾਂ ਜੋ ਕੁਛ ਬੰਦਿਆਂ ਨੇ ਬੋਲਤਾ, ਜਿਹੜਾ ਬੋਲੂ ਉਹ ਵੀ ਕਿਤੋਂ ਪੜ੍ਹ ਕੇ ਬੋਲੂ। ਸੋ ਇਤਿਹਾਸ ਦੇ ਵਿੱਚ ਕਿਸੇ ਲਹਿਰ ਜਾਂ ਵਿਅਕਤੀ ਨੂੰ ਪੇਸ਼ ਕਿਵੇਂ ਕੀਤਾ ਹੈ, ਇਹ ਬਹੁਤ ਮਹੱਤਵਪੂਰਨ ਹੁੰਦਾ ਹੈ। ਸੋ ਗਦਰ ਲਹਿਰ ਨੂੰ ਜਦੋਂ ਪੇਸ਼ ਕੀਤਾ, ਉਹਦੇ ਹਮੈਤੀਆਂ ਨੇ ਵੀ, ਜਿਹੜੇ ਬੰਦੇ ਵਾਕਈ ਉਸ ਲਹਿਰ ਨਾਲ ਹਮਦਰਦੀ ਵੀ ਰੱਖਦੇ ਸੀ, ਉਹਨਾਂ ਦੀ ਵੀ ਇਹ ਸਮਰੱਥਾ ਨਹੀਂ ਸੀ ਕਿ ਉਹ ਉਹਦੀਆਂ ਸਾਰੀਆਂ ਗੁਲਾਈਆਂ ਤੇ ਗਹਿਰਾਈਆਂ ਨੂੰ ਸਮਝ ਸਕਦੇ। ਉਹਨਾਂ ਨੇ ਬੜੇ ਸਿੱਧੜ ਜਿਹੇ ਸਿੱਟੇ ਕੱਢ ਲਏ, ਕਿਉਂਕਿ ਲਹਿਰ ਫੇਲ ਹੋ ਗਈ। ਜਿਹੜੀ ਚੀਜ਼ ਫੇਲ ਹੋ ਜੇ ਉਹਦਾ ਫਿਰ ਕੋਈ ਵਾਲੀ ਵਾਰਸ ਨਹੀਂ ਰਹਿ ਜਾਂਦਾ। ਉਹ 'ਚ ਉਹਨਾਂ ਨੇ ਸਿੱਟਾ ਵੀ ਫੇਲ ਕਿਉਂ ਹੋ ਗਈ। ਉਹ ਬੜੇ ਫਾਰਮੂਲੇ ਜਿਹੜੇ ਕਿਤਾਬਾਂ ਦੇ ਵਿੱਚ ਆ ਜਾਂਦੇ ਨੇ, ਉਹ ਜੀ ਲੋਕਾਂ ਨਾਲੋਂ ਟੁੱਟ ਗਏ ਸੀ, ਲੋਕ ਅਜੇ ਤਿਆਰ ਨਹੀਂ ਸੀ, ਉਹਨਾਂ ਨੇ ਕਾਹਲੀ ਕੀਤੀ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕੱਢ ਕੇ ਉਹ ਫਿਰ ਲਹਿਰ ਨੂੰ ਲਿਟਲ ਜਾਂ ਛੋਟਾ ਕਰਕੇ ਦਿਖਾ ਦਿੰਦੇ ਵੀ ਬਹੁਤੇ ਦੂਰ ਅੰਦੇਸ਼ ਬੰਦੇ ਨਹੀਂ ਸੀ, ਜਜ਼ਬਾਤੀ ਹੋ ਗਏ, ਜਜ਼ਬਾਤੀ ਹੋ ਕੇ ਭੰਬੂਕੇ ਵਾਂਗੂ ਮੱਚ ਕੇ ਖਤਮ ਹੋ ਗਏ, ਜਿਹਦਾ ਮਤਲਬ ਉਹਦੀ ਕੋਈ ਬਹੁਤੀ ਮਹੱਤਤਾ ਨਹੀਂ ਬਣਦੀ। ਐਕਚੁਅਲੀ ਗੱਲ ਇਹ ਨਹੀਂ ਸੀ। ਮੈਂ ਕਿਤਾਬ ਦੇ ਵਿੱਚ, ਜੇ ਤੁਸੀਂ ਕਿਤਾਬ ਪੜ੍ਹੋਗੇ ਕਰਤਾਰ ਸਿੰਘ ਸਰਾਭਾ ਵਾਲੀ, ਇਹ ਸਾਰੀਆਂ ਗੱਲਾਂ ਠੋਸ ਤੱਥ ਤੇ ਹਵਾਲੇ ਦੇ ਕੇ ਝੁਠਲਾਈਆਂ। ਉਹਨਾਂ ਦੇ ਜੋ ਅੰਦਾਜ਼ਾ ਸੀ ਕਿ ਜਦੋਂ ਜੰਗ ਲੱਗੂਗੀ, ਜੰਗ ਦੇ ਵਿੱਚ ਪੰਜਾਬ ਦਾ ਜਿਹੜਾ ਸਿੱਖ ਹੈ ਜਾਂ ਕਿਸਾਨ ਹੈ, ਉਹਨੂੰ ਭਰਤੀ ਕਰਕੇ ਝੋਕਿਆ ਜਾਊ, ਤੋਪਾਂ ਦਾ ਬਾਲਣ ਬਣਾਇਆ ਜਾਊ, ਉਦੋਂ ਜਾ ਕੇ ਲੋਕਾਂ 'ਚ ਜਜ਼ਬਾ ਭਰਿਆ ਜਾਵੇ ਕਿ ਜੇ ਮਰਨਾ ਹੈ ਤਾਂ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਮਰੋ। ਤੁਸੀਂ ਆਪਦੇ ਜਿਹਨੇ ਤੁਹਾਨੂੰ ਗੁਲਾਮ ਬਣਾਇਆ ਉਹਨਾਂ ਦੇ ਵਾਸਤੇ ਕਿਉਂ ਮਰਦੇ ਹੋ। ਬੜੀ ਕੋਈ ਇਹ 'ਚ ਗੁੰਝਲ ਨਹੀਂ ਸੀ ਵੱਡੀ। ਉਹਨਾਂ ਨੂੰ ਇਹ ਸੀ ਕਿ ਇਸ ਦਾ ਸਾਨੂੰ ਹੁੰਗਾਰਾ ਮਿਲੂ, ਲੋਕ ਤਿਆਰ ਹੋ ਜਾਣਗੇ, ਫੌਜੀ ਤਿਆਰ ਹੋ ਜਾਣਗੇ ਤੇ ਆਮ ਲੋਕ ਵੀ ਤਿਆਰ ਹੋ ਜਾਣਗੇ। ਕਿਉਂਕਿ ਦੇਸ਼ ਦੇ ਵਿੱਚ ਜੰਗ ਲੱਗੀ ਤੇ ਇੱਕ ਬਹੁਤ ਵੱਡਾ ਉਭਾਰ ਤੇ ਲਹਿਰ ਉੱਠ ਖੜੀ ਹੋਈ ਸੀ। ਉਸ ਤੋਂ ਪਹਿਲਾਂ, ਕੁਛ ਚਿਰ ਪਹਿਲਾਂ, ਉੱਥੋਂ ਦਾ ਇੱਕ ਡੈਲੀਗੇਸ਼ਨ ਆਇਆ ਸੀ ਕੈਨੇਡਾ ਦੇ ਵਿੱਚੋਂ, ਭਾਈ ਬਲਵੰਤ ਸਿੰਘ ਹੋਰਾਂ ਦੀ ਅਗਵਾਈ ਹੇਠ। ਉਹਨਾਂ ਨੇ ਜਦੋਂ ਇੱਥੇ ਆ ਕੇ ਮੀਟਿੰਗਾਂ ਕੀਤੀਆਂ ਤਾਂ ਲਾਹੌਰ ਦੇ ਬਰੈਡਲੇ ਹਾਲ 'ਚ ਜਿਹੜੀ ਮੀਟਿੰਗ ਹੋਈ, ਉਹਦੇ 'ਚ ਹਿੰਦੂ, ਸਿੱਖ, ਮੁਸਲਮਾਨ ਤਿੰਨਾਂ ਦੇ ਜੋ ਚੋਟੀ ਦੇ ਆਗੂ ਜਾਂ ਪਤਵੰਤੇ ਵਰਗ ਸੀ, ਵੱਡੇ ਵਕੀਲ, ਵੱਡੇ ਜ਼ਿਮੀਂਦਾਰ, ਵੱਡੇ ਵਿਦਵਾਨ, ਸਾਰੇ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਤੇ ਸਾਰਿਆਂ ਨੇ ਹਿੱਕ ਠੋਕ ਕੇ ਗੱਲ ਕੀਤੀ ਸੀ ਕਿ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਕੱਢ ਕੇ ਦਮ ਲਵਾਂਗੇ। ਹੁਣ ਜਦੋਂ ਉਹ ਬੰਦੇ ਇਹ ਕਹਿ ਰਹੇ ਨੇ ਤਾਂ ਉਹਨਾਂ ਦਾ ਉੱਥੇ ਬਹਿ ਕੇ ਇਹ ਫੈਸਲਾ ਕਰਨਾ ਕਿ ਲੋਕ ਤਿਆਰ ਨੇ ਤੇ ਜਾ ਕੇ ਬਸ ਆਪਾਂ ਇੱਕ ਕੰਮ ਕਰਨਾ ਹੈ, ਲੋਕਾਂ ਨੂੰ ਇਸ ਗੱਲ ਵਾਸਤੇ ਹੋਕਾ ਦੇਣਾ ਹੈ ਤੇ ਉੱਠਣ ਵਾਸਤੇ ਉਹਨਾਂ ਨੂੰ ਟੁੰਬਣਾ ਹੈ, ਉਭਾਰਨਾ ਹੈ। ਜਦੋਂ ਉਹ ਇੱਥੇ ਆਏ, ਜੰਗ ਲੱਗ ਗਈ। ਕਿਉਂਕਿ ਜਦੋਂ ਪਹਿਲਾਂ ਬਰੈਡਲੇ ਹਾਲ ਦੀ ਜਿਹੜੀ ਮੈਂ ਮੀਟਿੰਗ ਦੀ ਗੱਲ ਕੀਤੀ ਹੈ, ਉਹ ਉਦੋਂ ਆ ਜਦੋਂ ਜੰਗ ਨਹੀਂ ਸੀ ਲੱਗੀ। ਇਹ ਸਾਡੇ ਵਾਸਤੇ ਸਮਝਣ ਵਾਸਤੇ ਅੱਜ ਵੀ ਬਹੁਤ ਕਿ ਹਾਲਤ ਪਲਟਾ ਕਿਵੇਂ ਮਾਰਦੀ ਹੈ ਇੱਕਦਮ, ਤੇ ਉਹਦੇ ਨਾਲ ਬੰਦੇ ਕਿਵੇਂ ਪਾਸੇ ਬਦਲਦੇ ਨੇ। ਹੁਣ ਜਦੋਂ ਜੰਗ ਲੱਗ ਗਈ ਤਾਂ ਅੰਗਰੇਜ਼ਾਂ ਨੇ ਆਪਦੇ ਜਿਹੜੇ ਹਮੈਤੀ ਵਰਗ ਸੀ, ਜਿਨ੍ਹਾਂ ਨਾਲ ਉਹਨਾਂ ਦੀਆਂ ਸਾਂਝਾਂ ਸੀ, ਉਹਨਾਂ ਦੇ ਪੂਰੇ ਪੇਚ ਕੱਸਦੇ ਕਿ ਜੇ ਹੁਣ ਸਾਡਾ ਵਿਰੋਧ ਕਰੋਗੇ ਤਾਂ ਮੌਤ ਦੀ ਸਜ਼ਾ ਹੈ। ਵੀ ਇਹਨਾਂ ਸੌਖਾ ਨਹੀਂ ਵਿਰੋਧ ਕਰਨਾ, ਜੇ ਤਾਂ ਇਹ ਖਤਰਾ ਲੈ ਸਕਦੇ ਹੋ ਫੇਰ ਬੋਲੋ। ਕਹਿਣ ਦਾ ਭਾਵ ਉਹਨਾਂ ਦਾ ਇਹ ਸੀ। ਤੇ ਨਹੀਂ, ਸਾਨੂੰ ਚਾਹੀਦੇ ਬੰਦੇ, ਉਹ ਬੰਦੇ ਭਰਤੀ ਕਰਾਉਣ ਵਾਸਤੇ ਪ੍ਰਚਾਰ ਦੀ ਲਹਿਰ ਚਲਾਓ। ਕਿਉਂਕਿ ਉਹ ਬੰਦੇ ਵੱਡੇ ਵਕੀਲ, ਵੱਡੇ ਜ਼ਿਮੀਂਦਾਰ, ਵੱਡੇ ਵਿਦਵਾਨ, ਵੱਡੇ ਆਗੂ, ਜਿਨ੍ਹਾਂ ਦਾ ਲੋਕਾਂ 'ਤੇ ਅਸਰ ਰਸੂਖ ਬੜਾ ਹੁੰਦਾ ਹੈ, ਉਹਨਾਂ ਦੇ ਕਹੇ ਤੋਂ ਲੋਕ ਤੁਰਦੇ ਹੁੰਦੇ ਹੈ। ਸੋ ਜਦੋਂ ਜੰਗ ਲੱਗ ਗਈ, ਜਿਹੜਾ ਉਹ ਸੈਕਸ਼ਨ ਸੀ ਉਹ ਉਧਰ ਤੁਰ ਗਿਆ। ਕਾਂਗਰਸ ਪਾਰਟੀ ਨੇ ਫੈਸਲਾ ਕਰ ਲਿਆ ਸਰਬਸੰਮਤੀ ਨਾਲ ਕਿ ਅੱਜ
बहुत विपता भीड़ पै गई है साडी सरकार ते। सो इस वास्ते असीं भर्ती च सहाई होईए। पिंड पिंड जाके जलसे करने, प्रचार करना शुरू करता सारिਆਂ ने। गांधी तो लैके लाला लाजपत राय तक, तिलक तो लैके नाना भाई नारो जी तक, दादा भाई नारो जी तक, ਜਿਹੜੇ भी ਵੱਡੇ लीडर ਸੀਗੇ। सो जदों ਉਹ ਇੱਥੇ ਆਏ, ਹੁਣ ਉਹ ਤਾਂ ਇਹ ਆਸ ਲੈ ਕੇ ਆਏ ਸੀ ਕਿ ਜਦੋਂ ਇਹ ਬੰਦੇ ਸਾਡੇ ਨਾਲ ਤੁਰਨਗੇ ਤਾਂ ਦੂਜਿਆਂ ਨੂੰ ਤੋਰਨਾ ਬਹੁਤ ਸੌਖਾ ਹੋ ਜੂ। ਸੋ ਉਹਨਾਂ ਨੇ ਬਿਲਕੁਲ ਹੀ ਉਧਰੋਂ ਮੂੰਹ ਫੇਰ ਲਿਆ, ਸਗੋਂ ਇਹਨਾਂ ਦੇ ਖਿਲਾਫ, ਇਹਨਾਂ ਨੂੰ ਦੇਸ਼ ਦੇ ਗਦਾਰ ਕਹਿ ਕੇ, ਦੁਸ਼ਮਣ ਦੇ ਏਜੰਟ ਕਹਿ ਕੇ ਇਹਨਾਂ ਦੇ ਖਿਲਾਫ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰ ਲਈ। ਸੋ ਬਾਬਾ ਸੋਹਣ ਸਿੰਘ ਭਾਕਨਾ ਨੇ ਇਹ ਬਹੁਤ ਸਪਸ਼ਟ ਸ਼ਬਦਾਂ 'ਚ ਲਿਖਿਆ ਵੀ ਅਸੀਂ ਕਿਉਂ ਹਾਰੇ। ਕਹਿੰਦਾ ਇਹ ਨਹੀਂ ਕਿ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ, ਅਸੀਂ ਹਾਰੇ ਕਿਉਂਕਿ ਕੌਮੀ ਆਗੂਆਂ ਨੇ ਸਾਡੇ ਨਾਲ ਗਦਾਰੀ ਕੀਤੀ। ਆਹ ਕਾਰਨ ਸੀ ਜੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਇਹ ਕਹਿ ਕੇ ਕਿ ਲੋਕਾਂ ਨੇ ਸਾਥ ਨਹੀਂ ਦਿੱਤਾ, ਲੋਕ ਸਾਥ ਦੇ ਸਕਦੇ ਸੀ। ਕਿਉਂਕਿ ਜਦੋਂ ਮੈਂ ਕਿਤਾਬ ਲਿਖਣ ਲੱਗਿਆ ਬਰੀਕੀ 'ਚ ਪੜ੍ਹੀ ਗੱਲ ਕਿ ਅੰਗਰੇਜ਼ਾਂ ਨੇ ਸਾਰੇ ਆਪਦੇ ਸੂਈਆਂ ਨੂੰ, ਨੰਬਰਦਾਰਾਂ ਨੂੰ, ਜੈਲਦਾਰਾਂ ਨੂੰ, ਟੋਡੀਆਂ ਨੂੰ, ਮੁਖਬਰਾਂ ਨੂੰ ਪੂਰਾ ਕਾਇਮ ਕਰਤਾ ਸੀ ਕਿ ਬੰਦੇ ਬਾਹਰੋਂ ਆਏ ਹੈ, ਉਹਨਾਂ ਨੂੰ ਫੜਾਓ, ਤੁਸੀਂ ਇੰਨਾ ਇਨਾਮ ਦਿੱਤਾ ਜਾਊ। ਸਾਰੇ ਪੰਜਾਬ 'ਚ ਇੱਕ ਵੀ ਬੰਦਾ ਕਿਤੇ ਨਹੀਂ ਫੜਿਆ ਗਿਆ, ਕਿਸੇ ਮੁਖਬਰ ਨੇ ਫੜਾਇਆ ਹੋਵੇ ਜਾਂ ਕਿਸੇ ਜੈਲਦਾਰ ਨੇ ਫੜਾਇਆ ਹੋਵੇ। ਹੁਣ ਲੋਕਾਂ ਦੀ ਹਮਾਇਤ ਤੋਂ ਬਗੈਰ ਉਹ ਬੰਦੇ ਕਿਵੇਂ ਰਹਿ ਸਕਦੇ ਸੀ? ਸੋ ਗੱਲ ਲੋਕਾਂ ਦੀ ਨਹੀਂ ਸੀ, ਗੱਲ ਕੌਮੀ ਆਗੂਆਂ ਦੀ ਸੀ ਟੋਟਲ, ਜਿਨ੍ਹਾਂ ਨੇ ਉਸ ਲਹਿਰ ਤੋਂ ਪਿੱਠ ਫੇਰ ਕੇ ਸਗੋਂ ਉਹਨਾਂ ਨਾਲ ਗਦਾਰੀ ਕਰਕੇ। ਬਾਬਾ ਸੋਹਣ ਸਿੰਘ ਭਾਕਨਾ ਨੇ ਬਹੁਤ ਹੀ ਗੁੱਸੇ ਤੇ ਦੁੱਖ ਨਾਲ ਇਹ ਲਿਖਿਆ ਕਿ ਇੱਕੋ ਇੱਕ ਕਾਰਨ ਸਾਡੀ ਹਾਰ ਦਾ ਜੇ ਹੈ ਤਾਂ ਉਹ ਕੌਮੀ ਆਗੂਆਂ ਦੀ ਗਦਾਰੀ ਹੈ। ਤੇ ਇਹ ਕੁੜੱਤਣ, ਇਹ ਗੁੱਸਾ ਸਾਰੀ ਜ਼ਿੰਦਗੀ ਬਾਬਾ ਸੋਹਣ ਸਿੰਘ ਭਾਕਨਾ ਤੇ ਦੂਜੇ ਗਦਰੀ ਬਾਬਿਆਂ ਦੇ ਮਨਾਂ 'ਚੋਂ ਨਹੀਂ ਨਿਕਲਿਆ ਸੀ। ਕੋਈ ਗਦਰੀ ਬਾਬਾ ਇਹਨਾਂ ਨਾਲ ਨਹੀਂ ਚੱਲਿਆ, ਸਾਰੀ ਉਮਰ ਜੂਝਦੇ ਹੀ ਸਾਰੇ ਸ਼ਹੀਦ ਹੋਏ। ਇਹ ਨਹੀਂ ਕਿ ਹੁਣ ਆਪਣੀ ਸਰਕਾਰ ਆ ਗਈ, ਹੁਣ ਉਹ ਤੋਂ ਲੈ ਲਓ ਜੋ ਮਿਲਦਾ ਹੈ। ਬਹੁਤ ਕੁਝ ਦੇ ਸਕਦੀ ਸੀ ਸਰਕਾਰ, ਇੱਕ ਲਕੀਰ ਖਿੱਚ ਲਈ ਸੀ ਉਹਨਾਂ ਨੇ ਕਿ ਇਹ ਗਦਾਰਨ ਜਿਹੜੇ ਸਾਡੇ ਅਨੇਕਾਂ ਸਾਥੀਆਂ ਦੀਆਂ ਫਾਂਸੀਆਂ ਤੇ ਸ਼ਹੀਦੀਆਂ ਦੇ ਜ਼ਿੰਮੇਵਾਰ ਨੇ, ਇਹਨਾਂ ਦੇ ਕਰਕੇ ਆਜ਼ਾਦੀ ਦਾ ਜਿਹੜਾ ਸਾਡਾ ਪ੍ਰੋਜੈਕਟ ਸੀਗਾ ਉਹ ਨਹੀਂ ਪੂਰਾ ਹੋ ਸਕਿਆ ਨਿਸ਼ਾਨਾ। ਸੋ ਉਹਨਾਂ ਨੇ ਉਹ ਲਕੀਰ ਖਿੱਚੀ। ਇਹ ਹੁੰਦੇ ਕਿਰਦਾਰ। ਜਿੱਥੇ ਪੈਰ ਪੈਰ ਤੇ ਤੁਸੀਂ ਇਹ ਲਹਿਰ ਦਾ ਪੜ੍ਹੋਗੇ ਨਾ, ਉੱਥੇ ਗੱਲ ਕਿਰਦਾਰ ਤੇ ਆਊ, ਇਖਲਾਕੀ ਬੰਦਿਆਂ ਦਾ ਇਖਲਾਕ ਕੀ ਸੀ। ਬਹੁਤ ਘੱਟ ਬੰਦੇ ਇਹੋ ਜਿਹੇ ਨਿਕਲੇ, ਬਹੁਤ ਘੱਟ। ਇੱਕ ਸੀ ਭਗਵਾਨ ਸਿੰਘ ਪ੍ਰੀਤਮ, ਜਿਹਨੇ ਗਦਰ ਲਹਿਰ 'ਚ ਬਹੁਤ ਕੰਮ ਕੀਤਾ ਸੀ। ਤੇ ਜਿੰਨੀਆਂ ਤੁਸੀਂ ਗਦਰਿਆਂ ਦੀਆਂ ਕਵਿਤਾਵਾਂ ਪੜ੍ਹੋਗੇ ਉਹਦੇ 'ਚੋਂ ਬਹੁਤ ਕਵਿਤਾਵਾਂ ਉਹਦੀਆਂ, ਉਦੋਂ ਨੇ ਲੋਕਾਂ ਨੂੰ ਬਹੁਤ ਟੁੰਬਿਆ, ਬਹੁਤ ਉਭਾਰਿਆ। ਉਹੀ ਬੰਦਾ ਸੀ ਜਿਹੜਾ ਬੰਦੇ ਮਾਤਰਮ ਨੂੰ ਜਿਹਨੇ ਪਾਪੂਲਰਾਈਜ਼ ਕੀਤਾ, ਜਿਹਨੇ ਭਾਰਤ ਮਾਤਾ ਨੂੰ ਪਾਪੂਲਰਾਈਜ਼ ਕੀਤਾ, ਕਿਉਂਕਿ ਉਹਦੀ ਸੋਚ ਦੇ ਉੱਤੇ ਵਿਦੰਤਕ ਰੰਗ ਚੜਿਆ ਹੋਇਆ ਸੀ। ਪਰ ਉਸ ਸਮੇਂ ਉਹਨੇ ਕੰਮ ਬਹੁਤ ਕੀਤਾ। ਪਰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਹਨੇ ਮੂੰਹ ਸਿਰ ਮਨਾਇਆ, ਨਵਾਂ ਵਿਆਹ ਕਰਵਾਇਆ, ਇੱਥੇ ਆਇਆ। ਪ੍ਰਤਾਪ ਸਿੰਘ ਕੈਰੋਂ ਨੇ ਉਹਨੂੰ ਤਰਨ ਤਾਰਨ ਕੋਠੀ ਪਾ ਕੇ ਦੇਤੀ ਵੀ ਹੁਣ ਤੂੰ ਮੌਜਾਂ ਕਰ। ਤੇ ਉਹਨੇ ਬਾਬਾ ਸੋਹਣ ਸਿੰਘ ਭਾਕਨਾ ਨੂੰ, ਕਿਉਂਕਿ ਉਹਨਾਂ ਇਕੱਠਿਆਂ ਕੰਮ ਕੀਤਾ ਸੀ, ਬਾਬਾ ਸੋਹਣ ਸਿੰਘ ਭਾਕਨਾ ਨੂੰ ਵੀ ਕਿਤੇ ਕਹਿ ਬੈਠਾ ਕਿ ਹੁਣ ਦੇਸ਼ ਆਜ਼ਾਦ ਹੋ ਗਿਆ, ਹੁਣ ਕਾਹਦੇ ਵਾਸਤੇ ਰੁਲਦੇ ਫਿਰਦੇ ਹੋ, ਹੁਣ ਸਰਕਾਰ ਮਿਹਰਬਾਨ ਹੈ, ਜੋ ਦਿੰਦੀ ਹੈ ਲੈ ਲਓ, 4 ਦਿਨ ਸੁੱਖ ਦੇ ਕੱਟੀਏ। ਆਹ ਫਰਕ ਹੁੰਦਾ ਹੈ, ਅੱਜ ਵੀ ਅਸੀਂ ਦੇਖਦੇ ਹਾਂ। ਪਰ ਉਦੋਂ ਇਕੱਲਾ ਹੀ ਸੀ ਉਹ, ਇੱਕੋ ਇੱਕ ਕੇਸ। ਅੱਜ ਸ਼ਾਇਦ ਇਦੋਂ ਉਲਟਾ ਹੋ ਕਿ ਇਹ ਜਿਹੀਆਂ ਚੀਜ਼ਾਂ ਤੋਂ ਬਚਣ ਵਾਲਾ ਸ਼ਾਇਦ ਇੱਕ ਹੋਵੇ ਤੇ 100 ਰੁੜ ਜਾਣ। ਇਹ ਫਰਕ ਸੀਗਾ ਉਹਨਾਂ ਦਾ। ਸੋ ਉਹਨਾਂ ਦੇ ਜੇ ਤੁਸੀਂ ਆਪਾਂ ਕਿਰਦਾਰ ਦੀ ਗੱਲ ਕਰੀਏ ਤਾਂ ਇੱਕ ਚੀਜ਼ ਚੋਂ ਨਹੀਂ, ਅਨੇਕਾਂ ਚੀਜ਼ਾਂ ਚੋਂ। ਗਦਰ ਪਾਰਟੀ ਇੱਕੋ ਇੱਕ ਸ਼ਾਇਦ ਦੁਨੀਆ ਦੀ ਪਾਰਟੀ ਹੋ ਜਿਹਦੇ 'ਚ ਕਦੇ ਵੀ ਕੋਈ ਬਖੇੜਾ, ਝਗੜਾ, ਕਲੇਸ਼ ਹੀ ਨਹੀਂ ਪਿਆ, ਨਾ ਫੁੱਟ ਪਈ, ਨਾ ਕਿਤੇ ਅਹੁਦੇ ਦੀ ਤਾਂ ਮਤਲਬ ਹੀ ਕੋਈ ਨਹੀਂ, ਕੋਈ ਅਹੁਦੇ ਕਰਕੇ ਕੋਈ ਉੱਥੇ ਰੌਲਾ ਪੈ ਗਿਆ ਹੋ, ਅਹੁਦੇ ਦੀ ਭੁੱਖ ਹੀ ਕੋਈ ਨਹੀਂ ਸੀ।
ਕੋਈ ਕੀ ਹੈ ਇਹ ਮਾਇਨੇ ਨਹੀਂ ਸੀ ਰੱਖਦਾ। ਕਿਸੇ ਦਾ ਅਹੁਦਾ ਹੈ ਜਾਂ ਨਹੀਂ ਹੈ, ਕੌਣ ਸਕੱਤਰ ਹੈ, ਕੌਣ ਪ੍ਰਧਾਨ ਹੈ, ਉਹ ਤਾਂ ਇੱਕ ਫੰਕਸ਼ਨਿੰਗ ਵਾਸਤੇ ਕੁਝ ਚੀਜ਼ਾਂ ਵੰਡ ਲੀਆਂ ਜ਼ਿੰਮੇਵਾਰੀਆਂ, ਇਦੋਂ ਵੱਧ ਹੋਰ ਕੁਛ ਨਹੀਂ। ਸਾਰੇ ਬੰਦੇ ਇੱਕੋ ਜਜ਼ਬੇ ਤੇ ਇੱਕੋ ਭਾਵਨਾ ਤੇ ਆਪਾ ਵਾਰੂ ਸਪਿਰਿਟ ਦੇ ਨਾਲ ਨਿਸ਼ਕਾਮ ਭਾਵਨਾ ਨਾਲ ਕੰਮ ਕਰਦੇ ਸੀ। ਹੁਣ ਇਹ ਕਿੱਡਾ ਵੱਡਾ ਫਰਕ ਹੈ ਜਦੋਂ ਅਸੀਂ ਅੱਜ ਦੇਖਦੇ ਹਾਂ ਸਾਡਾ ਜੋ ਹਾਲ ਹੈ ਕਿ ਅਹੁਦਿਆਂ ਪਿੱਛੇ ਮੇਰਾ ਨਾਮ ਮੂਹਰੇ ਆ ਜੇ, ਮੇਰੀ ਫੋਟੋ ਮੂਹਰੇ ਆ ਜੇ, ਇਸ ਕਮੇਟੀ 'ਚ ਮੈਂ ਆ ਜਾਂ, ਮਤਲਬ ਕਿਸ ਕਿਸਮ ਦੀ ਕਿੰਨਾ ਸਵਾਰਥ ਤੇ ਕਿਸ ਕਿਸਮ ਦੇ ਲਾਲਚ ਬੰਦਿਆਂ ਦੇ ਮਨਾਂ 'ਚ ਵਸੇ ਪਏ, ਜਿਹਦੇ ਕਰਕੇ ਕੁਝ ਬਣ ਨਹੀਂ ਰਿਹਾ। ਹੁਣ ਇਹ ਸੀ ਕਿ ਇਹ ਕਿਰਦਾਰ ਉਹਨਾਂ ਦੇ ਕਿਵੇਂ ਬਣ ਗਏ, ਇਹ ਵੀ ਕੋਈ ਰਹੱਸ ਨਹੀਂ ਸਿੱਖ ਵਾਸਤੇ। ਉਹ ਪੜ੍ਹੋ ਉਹਨਾਂ ਦਾ ਸਾਰਾ, ਉੱਥੇ ਅਮਰੀਕਾ 'ਚ ਉਹਨਾਂ ਨੇ ਕੰਮ ਕੀ ਕੀਤਾ। ਜਦੋਂ ਉਹ ਅਮਰੀਕਾ ਗਏ ਨੇ, ਉਹ ਡਾਲਰ ਕਮਾਉਣ ਵਾਸਤੇ ਗਏ ਸੀਗਾ ਲਾਲਚ, ਸਵਾਰਥ ਵੀ ਸੀ। ਉੱਥੇ ਜਾ ਕੇ 90% ਬੰਦੇ ਸ਼ਰਾਬੀ ਬਣੇ, ਵਾਲ ਕਟਾਏ, ਸਭ ਕੁਝ ਹੋਇਆ। ਪਰ ਜਦੋਂ ਮੁਹਿੰਮ ਵਿੱਢੀ ਬਾਬਾ ਸੋਹਣ ਸਿੰਘ ਭਕਨਾ ਨੇ ਤੇ ਹੋਰਨਾਂ ਨੇ, ਗਦਰ ਲਹਿਰ ਤਾਂ ਬਹੁਤ ਬਾਅਦ 'ਚ ਬਣੀ ਹੈ, ਉਦੋਂ ਪਹਿਲਾਂ ਇੱਕ ਧਾਰਮਿਕ ਲਹਿਰ ਚੱਲੀ, 2-3 ਸਾਲ ਧਾਰਮਿਕ ਲਹਿਰ ਚੱਲੀ ਕਿ ਲੋਕਾਂ ਦੇ ਵਿੱਚ ਧਾਰਮਿਕ ਜਜ਼ਬਾ ਪੈਦਾ ਕੀਤਾ ਜਾਵੇ। ਇਹ ਤਾਂ ਏਜੰਡਾ ਬਾਅਦ 'ਚ ਆਇਆ ਜਿਹੜਾ ਸੀਗਾ, ਇਹ ਨਹੀਂ ਕਿ ਸ਼ੁਰੂ ਇੱਥੋਂ ਕੀਤਾ ਪਹਿਲਾਂ ਪਾਰਟੀ ਬਣਾ ਲਓ। ਕੋਈ ਪਾਰਟੀ ਨਹੀਂ, ਕੁਛ ਨਹੀਂ, ਇੱਕ ਮੁਹਿੰਮ ਹੈ ਤੇ ਸਾਧਨ ਵੀ ਕੋਈ ਨਹੀਂ। ਉੱਥੇ ਗੁਰੂ ਗ੍ਰੰਥ ਸਾਹਿਬ ਲਿਜਾਣ ਦੀ ਇਜਾਜ਼ਤ ਹੀ ਨਹੀਂ ਸੀ, ਉਦੋਂ ਕੋਈ ਸਾਧਨ ਹੀ ਨਹੀਂ ਸੀ। 5 ਗ੍ਰੰਥੀ ਲੈ ਗਏ ਸੀ, ਉਹਨੂੰ ਇੱਕ ਟੋਕਰੀ 'ਚ ਰੱਖ ਕੇ ਉੱਤੇ ਫੁੱਲ ਸਜਾ ਕੇ ਉਹਨੂੰ ਜਗ੍ਹਾ ਜਗ੍ਹਾ ਲਿਜਾ ਕੇ ਉਹ ਕੀਰਤਨ ਕਰਦੇ, ਅੰਮ੍ਰਿਤ ਸੰਚਾਰ ਕਰਦੇ। ਮਤਲਬ ਦਿਨਾਂ ਦੇ ਵਿੱਚ ਉਹਨਾਂ ਨੇ ਪਾਸਾ ਪਲਟਦਾ, ਬੰਦਿਆਂ ਦੇ ਇਖਲਾਕ ਬਦਲਤੇ, ਚਰਿੱਤਰ ਬਦਲਤੇ। ਜੋ ਸ਼ਰਾਬੀ ਸੀ ਉਹ ਸ਼ਰਾਬ ਛੱਡ ਗਏ, ਜੋ ਅਫੀਮ ਖਾਂਦੇ ਸੀ ਅਫੀਮ ਛੱਡ ਗਏ, ਜਿਨ੍ਹਾਂ ਨੇ ਵਾਲ ਕਟਾਤੇ ਸੀ ਉਹਨੇ ਬਾਹਰ ਰੱਖ ਲਏ। ਹੁਣ ਆਪਾਂ ਕਹਿ ਸਕਦੇ ਹਾਂ ਕਿ ਇਹ ਤਾਂ ਅੱਜ ਵੀ ਕਰ ਰਹੇ ਆ ਪ੍ਰਚਾਰ, ਇਹੋ ਜਿਹਾ ਤਾਂ ਅੱਜ ਵੀ ਅੰਮ੍ਰਿਤ ਸੰਚਾਰ ਚੱਲ ਰਿਹਾ, ਅੱਜ ਵੀ ਕੀਰਤਨ ਹੋ ਰਹੇ ਨੇ, ਅੱਜ ਉਹ ਕਿਰਦਾਰ ਕਿਉਂ ਨਹੀਂ ਬਣ ਰਹੇ? ਇੱਥੇ ਬਸ ਇੱਕੋ ਘੁੰਡੀ ਹੈ ਕਿ ਉਹ ਕੀਰਤਨ ਕਰਨ ਵਾਲੇ, ਉਹ ਉਪਦੇਸ਼ ਜਾਂ ਪ੍ਰਚਾਰ ਕਰਨ ਵਾਲੇ ਬੰਦੇ ਕੌਣ ਸੀ? ਉਹ ਸ਼ੁੱਧ ਬੰਦੇ ਸੀ, ਆਤਮਾ ਸ਼ੁੱਧ ਸੀ ਉਹਨਾਂ ਦੀ, ਉਹ ਦੋਗਲੇ ਨਹੀਂ ਸੀ, ਉੱਤੋਂ ਕੁਛ ਹੋਰ ਤੇ ਵਿੱਚੋਂ ਹੋਰ, ਜੋ ਕਹਿੰਦੇ ਸੀ ਉਹੀ ਸੀ ਉਹ। ਸੋ ਇਸ ਕਰਕੇ ਉਹਦਾ ਅਸਰ ਪੈਂਦਾ। ਕਰਤਾਰ ਸਿੰਘ ਸਰਾਭਾ ਨੇ ਆਪ ਲਿਖਿਆ, ਕਹਿੰਦਾ ਵੀ ਜਿਹੜਾ ਅਕਾਲ ਤਖਤ ਹੈ ਜਾਂ ਸਾਡੇ ਧਾਰਮਿਕ ਅਸਥਾਨ, ਜਦੋਂ ਉਹ ਅੰਗਰੇਜ਼ਾਂ ਦੇ ਗੁਲਾਮ ਬਣ ਗਏ, ਉਹਨਾਂ ਦੇ ਅਪੁਆਇੰਟ ਕੀਤੇ ਬੰਦੇ ਉੱਥੇ ਆ ਗਏ। ਜਿਹੜਾ ਕਹਿੰਦਾ ਆਪ ਗੁਲਾਮ ਹੈ, ਜਦੋਂ ਦੂਜੇ ਨੂੰ ਉਹ ਅੰਮ੍ਰਿਤ ਛਕਾਊ, ਉਹ ਅੰਮ੍ਰਿਤ ਦਾ ਕੀ ਅਸਰ ਹੋ ਜਾਊ? ਪਹਿਲਾਂ ਆਪ ਤਾਂ ਆਜ਼ਾਦ ਹੋਵੇ। ਜਿੰਨੀ ਤੌਰ ਤੇ ਗੁਲਾਮ ਬੰਦਾ ਦੂਜੇ ਨੂੰ ਅੰਮ੍ਰਿਤ ਕੀ ਛਕਾ ਦੂਗਾ? ਉਹ ਅੰਮ੍ਰਿਤ ਛਕਾ ਕੇ ਉਹਦਾ ਕਾਇਆ ਪਲਟ ਕਿਵੇਂ ਕਰ ਦੂਗਾ? ਉਹਦੇ ਜੀਵਨ ਨੂੰ ਕਿਵੇਂ ਬਦਲ ਦੂਗਾ? ਸੋ ਇਹ ਜੋ ਸਾਡੇ ਬੰਦੇ ਆਪ ਸਵਾਰਥੀ ਨੇ, ਆਪ ਲਾਲਚੀ ਨੇ, ਆਪ ਕਰਪਟ ਨੇ, ਉਹ ਗਿਣਤੀਆਂ ਵਧਾਈ ਜਾਣ। ਸੋ ਆਹ ਇੱਕ ਵੱਡੀ ਗੱਲ ਸੀ ਕਿ ਉਹਨਾਂ ਨੇ ਆਪ ਤੁਰ ਕੇ, ਬਾਬਾ ਸੋਹਣ ਸਿੰਘ ਭਕਨਾ ਨੇ ਲਿਖਿਆ ਕਿ ਕੈਲੀਫੋਰਨੀਆ 'ਚ ਤਾਂ ਭੱਠਾ ਹੀ ਬੈਠਾ ਪਿਆ ਸੀ, ਕਿਉਂਕਿ ਜ਼ਿਆਦਾ ਜੱਟ ਗਏ, ਪਿੰਡਾਂ 'ਚੋਂ ਕਿਸਾਨ ਗਏ, ਜਾ ਕੇ ਉੱਥੇ ਵੀ ਜ਼ਮੀਨਾਂ 'ਤੇ ਕੰਮ ਕਰਨ ਲੱਗ ਗਏ। ਅਤੇ ਸ਼ਰਾਬ ਦੀ ਤਾਂ ਇੰਨੀ ਲਲਕ ਹੁੰਦੀ ਆ ਉੱਥੇ, ਫਿਰ ਪੂਰੀ ਖੁੱਲ੍ਹ ਹੈ ਵੀ ਬਹੁਤ ਸ਼ਰਾਬਾਂ ਪੀਣ ਲੱਗ ਗਏ ਸੀ ਬੰਦੇ। ਉਹ ਕਹਿੰਦੇ ਵੀ ਇੱਥੇ ਇਹਨਾਂ ਨੂੰ ਆਪਾਂ ਆਜ਼ਾਦੀ ਵਾਸਤੇ ਕਿੱਥੋਂ ਤਿਆਰ ਕਰ ਲਾਂਗੇ। ਤੋ 3 ਮਹੀਨੇ ਲਾਏ ਬਾਬਾ ਸੋਹਣ ਸਿੰਘ ਭਕਨਾ ਨੇ, ਕਰਤਾਰ ਸਿੰਘ ਸਰਾਭਾ ਨੇ ਤੇ ਇੱਕ ਬਾਬਾ ਗਾਂਧਾ ਸਿੰਘ ਉਰਫ ਭਗਤ ਸਿੰਘ। ਇਹ 3 ਬੰਦਿਆਂ ਨੇ ਜਗ੍ਹਾ ਜਗ੍ਹਾ ਜਾ ਕੇ ਬੰਦਿਆਂ ਨੂੰ ਕੁਛ ਮਹੀਨਿਆਂ ਦੇ ਵਿੱਚ ਹੀ ਬਿਲਕੁਲ ਬੰਦੇ ਬਦਲਤੇ। ਉਹਨਾਂ ਨੇ ਬੰਦਿਆਂ ਦੀ ਕਾਇਆ ਪਲਟ ਕਰਤੀ। ਫੇਰ ਜਾ ਕੇ ਉਹ ਲਹਿਰ ਬਣੀ ਹੈ, ਫੇਰ ਪਾਰਟੀ ਬਣੀ ਹੈ, ਉਹਦੇ ਵਿੱਚੋਂ ਫੇਰ ਉਹ ਬੰਦੇ ਨਿਕਲੇ। ਸੋ ਕਰਤਾਰ ਸਿੰਘ ਸਰਾਭਾ ਖਾਸ ਕਰਕੇ ਉਦੋਂ ਇਹਦੀ ਉਮਰ 17 ਸਾਲ ਸੀ ਅਜੇ, ਦਾੜੀ ਬਣੀ ਸੀ ਆਈ, ਬਿਲਕੁਲ ਆਪਾਂ ਮੁੰਡੂ ਜਿਹਾ ਹੀ ਕਹਿ ਸਕਦੇ ਹਾਂ ਨਾ। ਉਹ ਜਦੋਂ ਜਾ ਕੇ ਬਜ਼ੁਰਗਾਂ ਨੂੰ ਬਦਲਦਾ ਸੀ, ਤੁਸੀਂ ਦੇਖ ਲਓ ਕਿੱਡੀ ਵੱਡੀ ਗੱਲ ਹੋ। ਜਾਂ ਭਾਈ ਰਣਧੀਰ ਸਿੰਘ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਕਿਸ ਕਿਸਮ ਦੀ ਗੁਰਮਤਿ ਗੁੱਦੀ ਸ਼ਖਸੀਅਤ ਸੀ।
ਜਿਹੜੇ ਸ਼ਹੀਦ ਭਗਤ ਸਿੰਘ ਨੂੰ ਇਸ ਕਰਕੇ ਮਿਲਣ ਤੋਂ ਇਨਕਾਰ ਕਰਤਾ ਸੀ ਕਿ ਤੂੰ ਪਤਿਤ ਹੋ ਗਿਆ, ਉਹਨਾਂ ਦੇ ਮਨੋਂ ਲੱਥ ਗਿਆ ਸੀ। ਪਰ ਜਦੋਂ ਸਰਾਭਾ ਮਿਲਿਆ ਬਸ ਫਿਰ ਉਹ ਵੀਰ, ਉਹਨੂੰ ਵੀਰ ਕਹਿ ਕੇ ਸੰਬੋਧਨ ਕਰਦੇ ਸੀ। ਪਰ ਦੋਹਾਂ ਦੇ ਵਿੱਚ ਇੰਨਾ ਆਪਸ ਦੂਜੇ ਦਾ ਬਣਿਆ ਸਤਿਕਾਰ ਵਾਲਾ ਰਿਸ਼ਤਾ ਕਿ ਜਿਹੜਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੈ, ਅਦਰਵਾਈਜ਼ ਤਾਂ ਉਹ ਤਾਂ ਧਰਮ ਪ੍ਰਚਾਰ ਦੇ ਕਾਰਜ 'ਚ ਲੱਗਿਆ ਹੋਇਆ ਸੀ, ਰਾਜਨੀਤੀ ਨਾਲ ਕੋਈ ਸੰਬੰਧ ਹੀ ਨਹੀਂ ਸੀ। ਪਰ ਕਿੱਡੇ ਵੱਡੀ ਗੱਲ ਵਾਸਤੇ ਤਿਆਰ ਹੋ ਗਿਆ ਕਿ ਜਦੋਂ ਫਿਰੋਜ਼ਪੁਰ ਦੀ ਛਾਉਣੀ 'ਚ ਬਗਾਵਤ ਕਰਨੀ ਸੀ ਤਾਂ ਸਾਰਾ ਜਥਾ ਉਹਨਾਂ ਦਾ 40 ਤੋਂ ਵੱਧ ਬੰਦੇ ਹਾਰਮੋਨੀਅਮ ਤੇ ਢੋਲਕੀਆਂ ਲੈ ਕੇ ਉੱਥੇ ਪਹੁੰਚੇ। ਸਾਰੇ ਰਾਹ ਪਾਠ ਕਰਦੇ ਗਏ ਟ੍ਰੇਨ ਦੇ ਵਿੱਚ ਤਾਂ ਕਿ ਕਿਸੇ ਨੂੰ ਸ਼ੱਕ ਕੋਈ ਨਾ ਪਵੇ। ਮਤਲਬ ਸਰਾਭੇ ਦੇ ਕਹੇ ਕਿੱਡਾ ਵੱਡਾ ਜ਼ਿੰਦਗੀ ਦਾ ਰਿਸਕ ਲਿਆ, ਕਿੱਡਾ ਮੋੜ ਕੱਟਿਆ ਕਿ ਨਹੀਂ ਅੱਜ ਆਹ ਕਰਨਾ ਜ਼ਰੂਰੀ ਹੈ। ਸੋ ਮੇਰੇ ਕਹਿਣ ਤੋਂ ਇਹ ਭਾਵ ਸੀ ਕਿ ਜਿਹੜਾ ਇਖਲਾਕ ਹੈ ਨਾ, ਜਿਹੜੀ ਜੇ ਤੁਹਾਡੀ ਆਤਮਾ ਸ਼ੁੱਧ ਹੈ ਫਿਰ ਤੁਹਾਡੇ ਬੋਲੇ ਸ਼ਬਦ ਜਾਂ ਕਿਸੇ ਨੂੰ ਕਹੇ ਫਿਰ ਉਹ ਪ੍ਰੇਰਿਤ ਕਰਦੇ, ਐਵੇਂ ਤਾਂ ਉਹਨਾਂ ਕੁਛ ਨਹੀਂ। ਲੱਖ ਭਾਸ਼ਣ ਦੇਈ ਚਲੋ ਕੁਛ ਨਹੀਂ ਬਣਦਾ। ਸੋ ਇਹ ਗੱਲਾਂ ਸੀਗੀਆਂ ਜਿੱਥੋਂ ਪਹਿਲਾਂ ਉਹਨਾਂ ਨੇ ਬੁਨਿਆਦ ਰੱਖੀ ਅਮਰੀਕਾ ਦੇ ਵਿੱਚ ਧਾਰਮਿਕ ਲਹਿਰ ਚਲਾ ਕੇ, ਫਿਰ ਉਹਦੇ ਵਿੱਚੋਂ ਸਿਆਸੀ ਜਥੇਬੰਦੀ ਨਿਕਲੀ। ਉਹ ਸਿਆਸੀ ਜਥੇਬੰਦੀ 'ਚ ਤਾਂ ਕੋਈ ਰੱਫੜ ਨਹੀਂ ਪਿਆ, ਤਾਂ ਆਪਾਂ ਧਾਪੀ, ਤਾਂ ਨਹੀਂ ਲਾਲਚ ਆਇਆ, ਤਾਂ ਨਹੀਂ ਕੋਈ ਸਵਾਰਥ ਆਇਆ, ਕਿਉਂਕਿ ਉਹ ਪਹਿਲਾਂ ਬੁਨਿਆਦ ਸੀ। ਸੋ ਇਹ ਇੱਕ ਸਾਡੇ ਵਾਸਤੇ ਵੀ ਸਬਕ ਹੈ ਕਿ ਠੀਕ ਹੈ, ਸਿਆਸੀ ਜਥੇਬੰਦੀ ਬਗੈਰ ਸੰਘਰਸ਼ ਨਹੀਂ ਲੜੇ ਜਾਂਦੇ, ਨਾ ਰਾਜਸੀ ਤਾਕਤ ਹਾਸਲ ਕੀਤੀ ਜਾ ਸਕਦੀ ਹੈ, ਪਰ ਉਹ ਸਿਆਸੀ ਜਥੇਬੰਦੀ ਦਾ ਜਿਹੜੀ ਬੁਨਿਆਦ ਹੈ ਉਹ ਤੁਹਾਡਾ ਧਾਰਮਿਕ ਜਜ਼ਬਾ ਤੇ ਇਖਲਾਕ ਹੋਣਾ ਚਾਹੀਦਾ, ਨਹੀਂ ਕੁਛ ਨਹੀਂ। ਆ ਕਰਤਾਰ ਸਿੰਘ ਸਰਾਭਾ ਬਾਈ ਜਿਹੜੀ ਮੈਂ ਕਿਤਾਬ ਲਿਖੀ ਹੈ, ਇਹਦੇ ਵਿੱਚ ਤੁਸੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਪੜ੍ਹੋਗੇ। ਇੱਕ ਲੰਮਾ ਹਵਾਲਾ ਦਿੱਤਾ ਹੈ ਕਿ ਕੌਮੀਅਤ ਤੋਂ ਕੀ ਭਾਵ ਹੈ। ਕਹਿੰਦਾ ਜੇ ਕੋਈ ਬੰਦਾ ਸਿਰਫ ਰਾਜ ਦੀ ਹਵਸ਼ 'ਚੋਂ ਰਾਜ ਵਾਸਤੇ ਲੜ ਰਿਹਾ, ਉਹ ਰਾਜ ਲੈ ਕੇ ਵੀ ਕੀ ਸਵਾਰ ਦੂ। ਉਹ ਕਹਿੰਦਾ ਵੀ ਜਿਹੜੀ ਇਹੀ ਜੀ ਕੌਮੀਅਤ ਹੈ ਜਿਹੜੀ ਟਿਕੀ ਇਸ ਤੇ ਹੈ ਕਿ ਅਸੀਂ ਇਹਨਾਂ ਨੂੰ ਹਟਾ ਕੇ ਆਪ ਆਉਣਾ ਹੈ, ਉਹ ਕੌਮੀਅਤ ਨਹੀਂ। ਜਿੱਥੇ ਰੂਹਾਨੀਅਤ ਦੀ ਕਣੀ ਨਹੀਂ, ਉਹ ਕੌਮੀਅਤ ਕਿਸੇ ਦਾ ਕੁਛ ਨਹੀਂ ਸਵਾਰ ਸਕਦੀ। ਸੋ ਰੂਹਾਨੀਅਤ ਦੀ ਕਣੀ ਨਹੀਂ ਤੁਹਾਡੇ ਮਨੋ ਵਿਕਾਰਾਂ ਤੋਂ ਸੁਰਖਰੂ ਕਰਨਾ ਹੈ, ਤੇ ਮਨੋ ਵਿਕਾਰਾਂ ਤੋਂ ਸੁਰਖਰੂ ਹੋ ਕੇ ਹੀ ਗੁਰੂ ਦੇ ਆਦਰਸ਼ਾਂ ਨੂੰ ਅਸੀਂ ਕਿਤੇ ਅਮਲ ਦੇ ਵਿੱਚ ਸਾਕਾਰ ਕਰ ਸਕਦੇ ਹਾਂ। ਸੋ ਇਹ ਇੱਕ ਟੋਟਲ ਉਹਨਾਂ ਦੇ ਜੀਵਨ 'ਚੋਂ ਅਨੇਕਾਂ ਗੱਲਾਂ ਨੂੰ ਹੁਣ ਆਪਾਂ ਇੱਥੇ ਐਵੇਂ ਉਹੀ ਗੱਲਾਂ ਦੁਹਰਾ ਹੋਊਗਾ। ਤੁਸੀਂ ਕਿਤਾਬ ਪੜ੍ਹੋ, ਮੈਂ ਜ਼ਰੂਰ ਇਹ ਜ਼ੋਰਦਾਰ ਮੇਰਾ ਸੁਝਾਅ ਹੋਊ। ਕਈ ਵਾਰ ਅਸੀਂ ਮੋਟੀਆਂ ਜਿਹੀਆਂ ਗੱਲਾਂ ਸੁਣ ਕੇ ਵੀ ਚਲੋ ਸਾਨੂੰ ਲੱਗ ਗਿਆ ਪਤਾ ਲੱਗਣ ਦੀ ਗੱਲ ਨਹੀਂ। ਜਿਹੜੀ ਚੀਜ਼ ਇੱਕ ਅੰਦਰ ਜਾਣੀ ਹੈ, ਗ੍ਰਹਿਣ ਕਰਨੀ ਹੈ, ਉਹ ਪੜ੍ਹ ਕੇ ਵੱਧ ਹੁੰਦੀ ਹੈ, ਸੁਣ ਕੇ ਘੱਟ। ਕਿਉਂਕਿ ਸੁਣੋਗੇ ਤਾਂ ਤੁਸੀਂ ਕੁਛ ਕੁ ਗੱਲਾਂ, ਉਸ ਕਿਤਾਬ ਦੇ ਵਿੱਚ ਬਹੁਤ ਜ਼ਿਆਦਾ ਹੋਰ ਗੱਲਾਂ ਸ਼ਾਮਲ ਨੇ। ਉਹ ਸਾਰਾ ਕੁਝ ਪੜ੍ਹ ਕੇ ਫਿਰ ਸਾਨੂੰ ਪਤਾ ਲੱਗੂ ਕਿ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਕੀ ਚੀਜ਼ ਸੀ। ਬਾਬਾ ਸੋਹਣ ਸਿੰਘ ਭਾਕਣਾ ਇਹਦੇ ਬਾਪ ਦੀ ਉਮਰ ਦਾ ਸੀ, ਪਰ ਫਿਰ ਵੀ ਬਾਬਾ ਸੋਹਣ ਸਿੰਘ ਭਾਕਣਾ ਇੰਨੇ ਸਤਿਕਾਰ ਨਾਲ ਇਹਦਾ ਨਾਮ ਲੈਂਦਾ। ਸਾਰੇ ਜਿੰਨੇ ਬਾਬੇ ਸੀਗੇ ਵੱਡੀ ਉਮਰ ਦੇ, ਕੋਈ ਗੱਲ ਤਾਂ ਸੀ ਇਹਦੇ ਵਿੱਚ ਨਾ। ਸੋ ਉਹ ਸਮਝਣ ਵਾਸਤੇ ਉਹ ਕਿਤਾਬ ਜ਼ਰੂਰ ਪੜ੍ਹੋ ਕਿ ਜਦੋਂ ਇਸ ਤਰ੍ਹਾਂ ਦੇ ਅਸੀਂ ਕੋਈ ਕਾਰਜ ਕਰਨੇ ਨੇ ਜਾਂ ਇਹੋ ਜਿਹੇ ਨਿਸ਼ਾਨੇ ਰੱਖਣੇ ਨੇ, ਇਹੋ ਜਿਹੀ ਇੱਛਾ ਰੱਖਣੀ ਹੈ। ਇੱਕ ਤਾਂ ਇਹ ਹੈ ਨਾ ਕਿ ਜੋ ਹੋ ਰਿਹਾ ਅਸੀਂ ਕੀ ਲੈਣਾ, ਉਹ ਤਾਂ ਠੀਕ ਹੈ, ਦੁਨੀਆ ਵੀ ਜਿਉਂ ਰਹੀ ਹੈ। ਜੇ ਇਹ ਹੈ ਕਿ ਨਹੀਂ, ਜੋ ਹੋ ਰਿਹਾ ਗਲਤ ਹੋ ਰਿਹਾ, ਤੈਨੂੰ ਬਦਲਣਾ ਹੈ, ਫਿਰ ਤਾਂ ਕੁਛ ਪ੍ਰੇਰਨਾਵਾਂ ਲੈਣੀਆਂ ਪੈਣਗੀਆਂ ਹੋਰ ਨਾ ਬਣ ਕਿ ਦੂਜਿਆਂ ਨੇ ਭਲਾ ਕਿਵੇਂ ਕੀਤਾ, ਉਹ ਕੀ ਸੀ। ਇਤਿਹਾਸ ਦਾ ਇਹੀ ਹੁੰਦਾ, ਹੋਰ ਇਤਿਹਾਸ ਨੂੰ ਅਸੀਂ ਸ਼ੌਕ ਵਾਸਤੇ, ਮਨ ਪਰਚਾਵੇ ਵਾਸਤੇ ਥੋੜ੍ਹਾ ਹੈ। ਤੇ ਜਦੋਂ ਇਤਿਹਾਸ ਸਿਰਫ ਮਨ ਪਰਚਾਵੇ ਦਾ ਸਾਧਨ ਬਣ ਜੇ, ਫਿਰ ਤਾਂ ਉਹਦੀ ਸਾਰੀ ਰੂਹ ਹੀ ਕਤਲ ਹੋ ਜਾਂਦੀ ਹੈ ਇਤਿਹਾਸ ਦੀ।
ਸੋ ਮੇਰਾ ਖਿਆਲ ਹੈ ਕਾਫੀ ਸਮਾਂ ਹੋ ਗਿਆ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਇੱਕ ਗੱਲ ਮੈਂ ਹੋਰ ਥੋੜ੍ਹੀ ਜੇ ਯਾਦ ਦਿਓ 2-4 ਮਿੰਟ, ਉਹ ਇਹ ਸੀ ਕਿ ਜਿਹੜੀ ਤਿਆਰੀ ਦੀ ਗੱਲ ਹੁੰਦੀ ਹੈ ਨਾ, ਆਮ ਤੌਰ 'ਤੇ ਜਿਹੜੇ ਵਿਦਵਾਨ ਹੈ ਯੂਨੀਵਰਸਿਟੀਆਂ 'ਚ ਪੜ੍ਹੇ, ਉਹਨਾਂ ਨੇ ਕੁਝ ਫਾਰਮੂਲੇ ਬਣਾ ਲਏ ਕਿ ਇਸ ਤਰ੍ਹਾਂ ਕੰਮ ਕਰਨਾ ਹੈ, ਇਸ ਤਰ੍ਹਾਂ ਲੋਕਾਂ ਨੂੰ ਤਿਆਰ ਕਰਨਾ ਹੈ, ਜਦੋਂ ਉਹ ਤਿਆਰ ਹੋ ਜਾਣਗੇ ਫਿਰ ਕੁਝ ਹੋਊ। ਇਹ ਜਿਹੜਾ ਤਿਆਰ ਹੋਣ ਦਾ ਵੀ ਜਿਹੜਾ ਨਾ ਵੀ ਲੋਕਾਂ ਨੂੰ ਇਨਕਲਾਬੀ ਤਬਦੀਲੀ ਵਾਸਤੇ ਤਿਆਰ ਕਿਵੇਂ ਕਰਨਾ ਹੈ, ਬਹੁਤ ਸਾਰੇ ਲੋਕਾਂ ਨੇ ਇਹ ਨਿਰਣਾ ਕੱਢਿਆ ਜਿਨ੍ਹਾਂ ਨੇ ਕਿਤਾਬਾਂ ਲਿਖੀ ਗਦਰ ਪਾਰਟੀ ਦੀ, ਕਿ ਉਹਨਾਂ ਨੇ ਪ੍ਰੀ ਮੈਚਿਓਰ ਸਟੈਪ ਚੁੱਕ ਲਿਆ। ਅਜੇ ਲੋਕ ਤਿਆਰ ਨਹੀਂ ਸੀ, ਅਜੇ ਲੋਕਾਂ 'ਚ ਹੋਰ ਪ੍ਰਾਪੇਗੰਡਾ ਕਰਨਾ ਚਾਹੀਦਾ ਸੀ, ਅਜੇ ਲੋਕਾਂ ਨੂੰ ਹੋਰ ਜਥੇਬੰਦ ਕਰਨਾ ਚਾਹੀਦਾ ਸੀ। ਇਹ ਗੱਲ ਕਈ ਵਾਰ ਤਰਕ ਦੀ ਪੱਧਰ 'ਤੇ ਬੰਦੇ ਨੂੰ ਜੱਚ ਵੀ ਜਾਂਦੀ ਹੈ, ਖਾਸ ਕਰਕੇ ਕਿਉਂਕਿ ਲਹਿਰ ਫੇਲ ਹੋ ਗਈ, ਫਿਰ ਹੋਰ ਜੱਚ ਜਾਂਦੀ ਹੈ ਵੀ ਸ਼ਾਇਦ ਹਾਂ ਇਹੀ ਉਹਨਾਂ ਤੋਂ ਗਲਤ ਹੋ ਗਿਆ। ਹੁਣ ਜਿਹੜਾ ਤਿਆਰੀ ਦਾ ਹੈਗਾ ਨਾ ਅਮਲ, ਇਹ ਵੀ ਇੰਨਾ ਸਮੂਥ ਤੇ ਸਹਿਜ ਪੱਧਰਾ ਨਹੀਂ ਹੁੰਦਾ, ਇਹ ਸਮਾਂ ਦੇਖਣਾ ਪੈਂਦਾ। ਕੁਝ ਸਮੇਂ ਹੁੰਦੇ ਨੇ ਜਦੋਂ ਇਤਿਹਾਸ ਬਹੁਤ ਸਲੋ ਚੱਲਦਾ ਹੈ, ਬੜੀ ਸੁਸਤ ਚਾਲ ਚੱਲਦਾ ਹੈ, 20-20, 30-30, 40-40 ਸਾਲ ਕੋਈ ਵੱਡੀ ਘਟਨਾ ਨਹੀਂ ਵਾਪਰਦੀ, ਉਹਦਾ ਮਿਜਾਜ ਹੀ ਇਸ ਤਰ੍ਹਾਂ ਦਾ ਹੁੰਦਾ ਹੈ। ਉਦੋਂ ਇਸ ਤਰ੍ਹਾਂ ਦੇ ਕੰਮ ਵੀ ਤੁਸੀਂ ਅਜੇ ਲੋਕਾਂ ਨੂੰ ਹੌਲੀ 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 ਤਿਆਰ ਕਰਨਾ ਹੈ। ਪਰ ਕੁਝ ਸਮੇਂ ਆਉਂਦੇ ਨੇ, ਸਾਰਾ ਇਤਿਹਾਸ ਦੁਨੀਆ ਦਾ ਇਹਨਾਂ ਲਈ ਭਰਿਆ ਪਿਆ ਹੈ, ਕਿ ਜਦੋਂ ਇਤਿਹਾਸ ਜਿਹੜਾ ਹੈ ਉਹ ਇੰਨੀ ਤੇਜ਼ ਰਫ਼ਤਾਰ ਨਾਲ ਚੱਲਦਾ ਹੈ ਕਿ ਜਿਹੜੀਆਂ ਗੱਲਾਂ ਮਹੀਨਿਆਂ ਸਾਲਾਂ 'ਚ ਹੋਣੀਆਂ ਹੁੰਦੀਆਂ ਉਹ ਘੰਟਿਆਂ ਤੇ ਦਿਨਾਂ 'ਚ ਵਾਪਰ ਜਾਂਦੀਆਂ। ਜਿਹੜੀਆਂ ਗੱਲਾਂ ਲੋਕਾਂ ਨੇ ਦਹਾਕਿਆਂ 'ਚ ਸਿੱਖਣੀਆਂ ਹੁੰਦੀਆਂ ਉਹ ਦਿਨਾਂ 'ਚ ਸਿੱਖ ਲੈਂਦੇ ਆ ਉਦੋਂ। ਸੋ ਦੇਖਣਾ ਇਹ ਪੈਂਦਾ ਇਤਿਹਾਸ ਦਾ ਉਹ ਦੌਰ ਕਿਹੜਾ ਹੈ ਜਿਹਦੇ 'ਚ ਤੁਸੀਂ ਕੰਮ ਕਰ ਰਹੇ ਹੋ। ਜੇ ਇਤਿਹਾਸ ਮੱਠਾ ਚੱਲ ਰਿਹਾ ਹੈ, ਅਜੇ ਸਮਾਂ ਹੋਇਆ ਜਾਏ, ਕੋਈ ਵੱਡੀ ਉਥਲ ਪੁਥਲ ਨਹੀਂ, ਕੋਈ ਤੇਜ਼ੀ ਨਹੀਂ, ਉਹਦੀ ਚਾਲ ਬੜੀ ਸੁਸਤ ਹੈ, ਫਿਰ ਤੁਸੀਂ ਲੱਖ ਯਤਨ ਕਰ ਲਓ, ਤੁਸੀਂ ਕੋਈ ਵੱਡੀ ਛਾਲ ਨਹੀਂ ਮਾਰ ਸਕਦੇ, ਵੱਡੀ ਤਬਦੀਲੀ ਨਹੀਂ ਲਿਆ ਸਕਦੇ। ਪਰ ਜਦੋਂ ਇਤਿਹਾਸ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ, ਉਦੋਂ ਜੇ ਤੁਸੀਂ ਸੁਸਤੀ ਕਰੋਗੇ ਫਿਰ ਵੀ ਇਤਿਹਾਸ ਤੁਹਾਨੂੰ ਮਾਫ਼ ਨਹੀਂ ਕਰੂਗਾ। ਸੋ ਬਾਬਾ ਸੋਹਣ ਸਿੰਘ ਭਾਖੜਾ ਨੇ ਲਿਖਿਆ ਇੱਕ ਥਾਂ ਤੇ ਬਹੁਤ ਦੁਖੀ ਹੋ ਕੇ, ਕਹਿੰਦਾ ਇਨਕਲਾਬੀ ਕੰਮਾਂ ਵਿੱਚ ਕਈ ਵਾਰ ਦਿਨਾਂ ਦੀ ਢਿੱਲ ਵੀ ਵੱਡੇ ਤੁਹਾਡੇ ਵਾਸਤੇ ਦਰਦਨਾਕ ਸਿੱਟੇ ਕੱਢ ਦਿੰਦੀ। ਦਿਨਾਂ ਦੀ ਢਿੱਲ ਵੀ, ਉਹ ਦਿਨਾਂ ਦੀ ਢਿੱਲ ਕੀ ਸੀ ਕਿ ਜਦੋਂ ਪਾਰਟੀ ਨੇ ਫੈਸਲਾ ਕੀਤਾ ਕਿ ਇਹਨਾਂ ਦਾ ਅੰਦਾਜ਼ਾ ਇਹ ਬਣ ਗਿਆ ਕਿ ਜੰਗ ਲੱਗ ਸਕਦੀ ਹੈ, ਉਦੋਂ ਇਹਨਾਂ ਨੂੰ ਇਹ ਸੀ ਆਉਣ ਵਾਲੇ 5-4 ਸਾਲਾਂ 'ਚ ਜੰਗ ਲੱਗੂ, ਕਿ ਜਿੱਧਰ ਨੂੰ ਗੱਲਾਂ ਵੱਧ ਰਹੀਆਂ ਹਨ। ਬਸ ਦ੍ਰਿਸ਼ਟੀ ਦੇਖੋ ਅਨਪੜ੍ਹ ਬੰਦਿਆਂ ਦੀ ਕੀ ਸੀ, ਸਾਰੀ ਦੁਨੀਆ ਦੀ ਸਿਆਸਤ ਨੂੰ ਦੇਖ ਰਹੇ ਸੀ ਕਿ ਅਮਰੀਕਾ, ਇੰਗਲੈਂਡ, ਜਰਮਨੀ, ਜਾਪਾਨ, ਇਹਨਾਂ ਦਾ ਕੀ ਬਣ ਰਿਹਾ ਭਲਾ। ਉਹ 'ਚ ਉਹਨਾਂ ਨੇ ਸਿੱਟਾ ਕੱਢਿਆ ਕਿ ਜੰਗ ਅਟੱਲ ਹੈ, ਜਿੱਧਰ ਨੂੰ ਗੱਲ ਵੱਧ ਰਹੀ ਹੈ, ਤਿੱਖੀ ਹੋ ਰਹੀ ਹੈ, ਅਖੀਰ ਨੂੰ ਜਾ ਕੇ ਇਹਨਾਂ ਨੇ ਲੜਨਾ ਹੈ, ਉਦੋਂ ਆਪਾਂ ਦਾ ਲਾਉਣਾ ਹੈ। ਕਿਉਂਕਿ ਜੰਗ 'ਚ ਉਲਝਿਆ ਅੰਗਰੇਜ਼ ਬਹੁਤ ਕਮਜ਼ੋਰ ਹੋਇਆ ਹੋ, ਬਾਹਰਲੇ ਮੋਰਚਿਆਂ 'ਤੇ ਫੌਜਾਂ ਭੇਜਣੀਆਂ ਪੈਣਗੀਆਂ, ਇੱਥੇ ਵੈਕਿਊਮ ਕ੍ਰੀਏਟ ਹੋ ਜੂ, ਖਲਾ ਪੈ ਜੂਗਾ, ਅਤੇ ਉਦੋਂ ਜਾ ਕੇ ਅਸੀਂ ਸਟਰਾਈਕ ਕਰਨੀ ਹੈ। ਦ੍ਰਿਸ਼ਟੀ ਕਿੱਡੀ ਸੀ। ਪਰ ਉਹਦੇ ਵਾਸਤੇ ਪਹਿਲਾਂ ਤਿਆਰੀਆਂ ਦੀ ਲੋੜ ਸੀ ਕਿ ਪੇਪਰ ਕੱਢੀਏ, ਪਹਿਲਾਂ ਆਪਾਂ ਇੱਥੇ ਲੋਕਾਂ ਨੂੰ ਜਾਗਰੂਕ ਕਰੀਏ, ਫਿਰ ਜਾ ਕੇ ਦੇਸ਼ 'ਚ ਕਰੀਏ। ਉਹ ਪੇਪਰ ਕੱਢਣ ਦਾ ਫੈਸਲਾ ਕੀਤਾ ਅਤੇ ਉਹਦੇ ਵਾਸਤੇ ਇੱਕ ਵਿਦਵਾਨ ਲੱਭਿਆ ਕਿ ਵਿਦਵਾਨ ਕੋਈ ਚਾਹੀਦਾ, ਪੇਪਰ ਆਮ ਬੰਦਾ ਤਾਂ ਕੱਢ ਨਹੀਂ ਸਕਦਾ। ਉਹ ਵਿਦਵਾਨ ਲੱਭਿਆ ਲਾਲਾ ਹਰਦਿਆਲ, ਜਿਹਦੀ ਬੜੀ ਧਾਂਕ ਸੀ। ਉਹ ਬਰਕਲੇ ਉੱਥੇ ਪੜ੍ਹਾਉਂਦਾ ਸੀਗਾ, ਸਟੈਨਫੋਰਡ ਯੂਨੀਵਰਸਿਟੀ 'ਚ। ਸੋ ਪਾਰਟੀ ਨੇ ਫੈਸਲਾ ਕਰ ਲਿਆ ਕਿ ਆਪਾਂ ਤੁਰਤ ਅਖਬਾਰ ਕੱਢੀਏ, ਪੈਸਾ ਵੀ ਇਕੱਠਾ ਕਰ ਲਿਆ। ਪਰ ਲਾਲਾ ਹਰਦਿਆਲ 6 ਮਹੀਨੇ ਮੁੜ ਕੇ ਕਿਤੇ ਲੱਭਿਆ ਵੀ। ਹੇਠਾਂ ਪਾਰਟੀ ਦੀਆਂ ਇਕਾਈਆਂ ਪੇਪਰ ਦੀ ਉਡੀਕ ਕਰੀ ਜਾਣ, ਉਹਦਾ ਪਤਾ ਹੀ ਨਹੀਂ ਸੀ ਕਿੱਥੇ ਆ, ਉਹ ਭੁੱਲ ਹੀ ਗਿਆ ਮੇਰੇ ਤੇ ਕੋਈ ਜ਼ਿੰਮੇਵਾਰੀ ਲੱਗੀ ਹੈ। ਇਸ ਸੰਦਰਭ 'ਚ ਬਾਬਾ ਭਾਖੜਾ ਨੇ ਲਿਖਿਆ ਸੀ
ਕਹਿੰਦਾ ਜਿਹੜੀ 6 ਮਹੀਨੇ ਉਹਨੇ ਸਾਡੀ ਪਛੇਤ ਪਾਤੀ ਨਾ, ਸਾਥੋਂ ਉਹ ਪਛੇਤ ਨਹੀਂ ਨਿਕਲੀ। ਕਿਉਂਕਿ ਜੰਗ ਅਚਾਨਕ ਲੱਗ ਗਈ। ਇਹਨਾਂ ਨੂੰ ਸੀ 4-5 ਸਾਲ ਲੱਗਣਗੇ, ਤੇ ਜੰਗ ਤਾਂ 14 'ਚ ਹੀ ਲੱਗ ਗਈ। ਪਾਰਟੀ 12-13 'ਚ ਬਣਾਈ ਹੈ, ਤੇ ਕੰਮ ਕਰਨ ਦਾ ਮੌਕਾ ਨਾ ਮਿਲਿਆ। ਕਹਿੰਦਾ ਜੇ 6 ਮਹੀਨੇ ਵੀ ਸਾਨੂੰ ਉਹ ਮਿਲ ਜਾਂਦੇ ਤਾਂ ਅਸੀਂ ਹਾਲਾਤ ਬਦਲ ਸਕਦੇ ਸੀ। ਸੋ ਉਹਦੀ ਜਿਹੜੀ ਇਹ ਕੋਤਾਹੀ ਹੈ ਵੀ ਉਸ ਮੌਕੇ ਦਿਨਾਂ ਦੀ ਢਿੱਲ ਵੀ ਕਿੱਡੇ ਵੱਡੇ ਜਾ ਕੇ ਫਰਕ ਪਾ ਸਕਦੀ ਹੈ। ਸੋ ਉਹ ਜਿਹੜੇ ਪੀੜ ਦੇ ਵਿੱਚ ਕੰਮ ਕਰ ਰਹੇ ਸੀਗੇ, ਉਹਦੇ 'ਚ ਕੰਮ ਇਸ ਤਰ੍ਹਾਂ ਨਹੀਂ ਸੀ ਹੋਣਾ ਕਿ ਪਹਿਲਾਂ ਹੌਲੀ ਹੌਲੀ ਲੋਕਾਂ 'ਚ ਪ੍ਰਚਾਰ ਕਰੋ, ਫਿਰ ਉਹਨਾਂ ਦੀਆਂ ਇਕਾਈਆਂ ਬਣਾਓ, ਜਥੇਬੰਦੀਆਂ ਬਣਾਓ। ਉੱਥੇ ਕੰਮ ਕਰਨ ਦਾ ਤਰੀਕਾ ਹੋਰ ਹੋਣਾ ਸੀ। ਸੋ ਉਸ ਮੌਕੇ ਜਿਵੇਂ ਆਪਾਂ ਕਹਿੰਦੇ ਹਾਂ ਨਾ, ਇੱਕ ਐਡਾ ਤੇਜ਼ ਵਗ ਰਿਹਾ ਪਾਣੀ, ਛੱਲਾਂ ਮਾਰਦਾ, ਉਦੋਂ ਕੰਮ ਵੀ ਉਸ ਤਰ੍ਹਾਂ ਕਰਨਾ ਪੈਂਦਾ। ਸੋ ਉਹ ਫਿਰ ਉਹਨਾਂ ਨੇ ਉਸ ਤਰ੍ਹਾਂ ਦਾ ਕੰਮ ਕੀਤਾ। ਜਿਹੜੇ ਕੰਮ ਦਹਾਕਿਆਂ 'ਚ ਹੋਣੇ ਸੀ, ਉਹਨਾਂ ਨੇ ਹਫ਼ਤਿਆਂ ਦੇ ਵਿੱਚ ਕੀਤੇ ਆ ਕੇ। ਤਾਂ ਤੁਸੀਂ ਕਿਤਾਬ ਦੇ ਵਿੱਚ ਪੜ੍ਹੋਗੇ, ਜੇ ਤੁਸੀਂ ਸਰਾਭਾ ਦਾ ਦੇਖੋ ਮਤਲਬ ਕਿਤੇ ਜਾ ਕੇ, ਵੀ 5 ਮਹੀਨਿਆਂ 'ਚ ਐਂ ਲੱਗਦਾ ਕਿ ਉਹ ਨਾ ਕਿਤੇ ਬੈਠਾ ਹੋਣਾ ਨਾ ਸੁੱਤਾ ਹੋਣਾ, ਇੰਨੇ ਕੰਮ। ਕਿਹੜੀ ਛਾਉਣੀ ਆ ਉੱਤਰੀ ਭਾਰਤ ਦੀ ਜਿਹਦੇ 'ਚ ਉਹ ਨਹੀਂ ਗਿਆ? ਪੇਪਰ ਕੱਢਣਾ, ਆਪ ਲਿਖਣਾ, ਉਹਦੀਆਂ ਕਾਪੀਆਂ ਕਰਵਾਉਣੀਆਂ, ਲੋਕਾਂ 'ਚ ਵੰਡਣਾ, ਡਾਕੇ ਮਾਰਨੇ ਹੈ, ਪਾਰਟੀ ਦੀਆਂ ਮੀਟਿੰਗਾਂ ਕਰਨੀਆਂ, ਬੰਗਾਲ 'ਚ ਜਾ ਕੇ ਲੀਡਰਾਂ ਨੂੰ ਕੰਟੈਕਟ ਕਰਨਾ, ਅਕਾਲੀ ਜਿਹੜੇ ਆਗੂ ਸੀਗੇ ਉਹਨਾਂ ਨਾਲ ਸੰਪਰਕ ਕਰਨਾ। ਮਤਲਬ ਪਤਾ ਹੀ ਨਹੀਂ ਬੰਦਾ ਕਿੰਨੇ ਕੰਮ ਕਰ ਰਿਹਾ। ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਪਾਂ 21 ਫਰਵਰੀ ਨੂੰ ਬਗਾਵਤ ਕਰਨੀ ਹੈ, ਤਾਂ ਉਦੋਂ ਵੀ ਉਹਨੇ 3 ਫਰਵਰੀ ਤੋਂ ਲੈ ਕੇ 11 ਫਰਵਰੀ ਤੱਕ 8 ਦਿਨਾਂ 'ਚ ਉੱਤਰੀ ਭਾਰਤ ਦੀਆਂ 9 ਛਾਉਣੀਆਂ ਗਾਤੀਆਂ। ਤੇ ਉਹ ਛਾਉਣੀਆਂ ਵੀ ਕੋਈ ਐ ਨਹੀਂ ਕਿ ਇੱਕ ਦਿੱਲੀ ਹੈ ਤੇ ਇੱਕ ਮਥੁਰਾ, ਇੱਕ ਆਗਰਾ ਹੈ, ਪਰ ਕਿੱਥੋਂ ਤੱਕ ਉਹ ਬਨਾਰਸ, ਲਖਨਊ, ਅਯੋਧਿਆ, ਫੈਜ਼ਾਬਾਦ ਤੱਕ, ਇਹਨਾਂ ਸਾਰੀਆਂ ਛਾਉਣੀਆਂ ਦੇ ਵਿੱਚ। ਉਸ ਮੌਕੇ ਸਾਧਨ ਵੀ ਕਿੰਨੇ ਕੁ ਸੀ, ਗੱਡੀਆਂ ਤਰੋੜ। ਮਤਲਬ ਕਿਸ ਤੂਫਾਨੀ, ਜਿਹੜਾ ਮੈਂ ਤਾਂ ਸਰਲੇਖ ਦਿੱਤਾ ਨਾ, ਤੂਫਾਨਾਂ ਦਾ ਸ਼ਾਹ ਸਵਾਰ, ਕਿ ਜਦੋਂ ਸਮਾਂ ਤਾਂ ਤੂਫਾਨ ਵਾਂਗੂ ਵਗ ਰਿਹਾ, ਉਦੋਂ ਉਹ 'ਤੇ ਕਾਠੀ ਪਾਉਣੀ, ਇਹ ਆਮ ਬੰਦੇ ਦਾ ਕੰਮ ਨਹੀਂ। ਜਿਹੜਾ ਅਥਰਾ ਘੋੜਾ ਹੁੰਦਾ ਉਹਦਾ ਸਵਾਰੀ ਹਰੇਕ ਨਹੀਂ ਕਰ ਸਕਦਾ, ਉਹ 'ਚ ਸਧਾਰਨ ਗੁਣ ਚਾਹੀਦੇ ਆ। ਸੋ ਇੰਨੀ ਕਮਾਂਡ ਸੀ ਉਹਦੀ ਸਾਰੇ ਕੰਮਕਾਰ ਦੇ ਉੱਤੇ। ਸੋ ਇਸ ਤਰ੍ਹਾਂ ਦੀ ਦ੍ਰਿਸ਼ਟੀ ਲੈ ਕੇ ਸਰਾਭੇ ਨੇ ਕੰਮ ਕੀਤਾ। ਇਹ ਵਾਹਿਗੁਰੂ ਦੀ ਬਖਸ਼ ਸੀ ਉਹਨੂੰ ਕੋਈ। ਹੁਣ ਜਦੋਂ ਇਹ ਕਿਤਾਬ ਛਪ ਚੁੱਕੀ ਸੀ ਮੇਰੀ, ਉਦੋਂ ਬਾਅਦ ਇੱਕ ਹੋਰ ਦਸਤਾਵੇਜ਼ ਬੜਾ ਮਹੱਤਵਪੂਰਨ ਸਾਹਮਣੇ ਆਇਆ, ਲਿਖਣ ਵੇਲੇ ਨਹੀਂ ਸੀ। ਉਹ ਇਹ ਹੈ ਕਿ ਕਰਤਾਰ ਸਿੰਘ ਸਰਾਭਾ ਦੇ 3 ਚਾਚੇ ਸੀ। ਇਹਦੇ ਪਿਤਾ ਦਾ ਚਲਾਣਾ, ਇਹ 5 ਸਾਲ ਦਾ ਸੀ ਜਦੋਂ ਇਹਦਾ ਬਾਪ ਦਾ ਸਿਰ ਤੋਂ ਸਾਇਆ ਚਲਿਆ ਗਿਆ। 12 ਸਾਲ ਦਾ ਸੀ ਜਦੋਂ ਮਾਂ ਦੀ ਵੀ ਮੌਤ ਹੋ ਗਈ। ਇੱਕ ਇਹਦੀ ਭੈਣ ਸੀ ਵੱਡੀ, ਇੱਕ ਇਹ ਆਪ ਸੀ। ਫਿਰ ਆਪਦੇ ਦਾਦੇ ਕੋਲ ਹੀ ਰਿਹਾ। ਪਰ ਇਹਦੇ 3 ਚਾਚੇ ਸੀ ਜਿਹੜੇ ਪੜ੍ਹੇ ਲਿਖੇ ਸੀ ਤੇ ਅਫਸਰ ਸੀ ਅੰਗਰੇਜ਼ਾਂ ਵੇਲੇ, ਉੜੀਸਾ ਦੇ ਵਿੱਚ। ਉੱਥੇ ਇਹ 1 ਸਾਲ ਜਾ ਕੇ ਰਿਹਾ ਉਹਨਾਂ ਕੋਲੇ। 10ਵੀਂ ਨੇ ਉੱਥੋਂ ਕੀਤੀ। ਕਟਕ ਸ਼ਹਿਰ ਦੇ ਵਿੱਚ ਰਹਿੰਦੇ ਸੀ। ਉਹਨਾਂ 'ਚੋਂ ਇੱਕ ਚਾਚਾ ਤਾਂ ਡਾਕਟਰ ਸੀਗਾ ਫੌਜ ਦੇ ਵਿੱਚ, ਵੀਰ ਸਿੰਘ ਉਹਦਾ ਨਾਂ ਸੀ, ਸਬ ਅਸਿਸਟੈਂਟ ਸਰਜਨ ਸੀ। ਇੱਕ ਜੰਗਲਾਤ ਮਹਿਕਮੇ ਦਾ ਅਫਸਰ ਸੀ। ਸੋ 3 ਚਾਚੇ ਪੜ੍ਹੇ ਹੋਏ ਸੀ। ਉਹਨਾਂ ਨੇ ਇਹਦੀ ਮਦਦ ਵੀ ਕੀਤੀ ਪੜ੍ਹਨ ਵੇਲੇ ਤੇ ਅਮਰੀਕਾ ਭੇਜਣ ਵੇਲੇ। ਉੱਥੇ ਜਦੋਂ ਇਹ ਗਦਰ ਵਾਲੇ ਪਾਸੇ ਪੈ ਗਿਆ, ਪੜ੍ਹਾਈ ਦਾ ਵਿਚਾਰ ਛੱਡ ਕੇ, ਜਦੋਂ ਅਖਬਾਰ ਕੱਢਿਆ, ਗਦਰ ਅਖਬਾਰ, ਤਾਂ ਉਹਦੇ ਇਹ ਲੋਕਾਂ ਨੂੰ ਭੇਜਦੇ ਸੀ ਬਾਈ ਪੋਸਟ। ਕਰਤਾਰ ਸਿੰਘ ਸਰਾਭਾ ਨੇ ਆਪਦੇ ਚਾਚੇ ਨੂੰ, ਕਿਉਂਕਿ ਉਹ ਫੌਜ 'ਚ ਸੀ ਉਸ ਮੌਕੇ, ਉਹ ਸੈਂਟਰਲ ਅਫਰੀਕਾ ਦੇ ਵਿੱਚ ਤੈਨਾਤ ਸੀ, ਉੱਥੇ ਉਹਨੇ ਉਹਨੂੰ ਗਦਰ ਅਖਬਾਰ ਦੇ ਪੈਕਟ ਭੇਜਣੇ ਸ਼ੁਰੂ ਕਰਤੇ, ਨਾਲ ਚਿੱਠੀਆਂ ਵੀ ਲਿਖੀਆਂ। ਉਸ ਨੇ ਕੀ ਕੀਤਾ, ਉਹ ਇੰਨਾ ਡਰਿਆ, ਮਤਲਬ ਉਹਨੇ ਉਹ ਪੈਕਟ ਖੋਲ੍ਹੇ ਵੀ ਨਹੀਂ। ਈਵਨ ਚਿੱਠੀ ਇੱਕ ਅੱਧੀ ਪੜ੍ਹੀ, ਮੁੜ ਕੇ ਉਹ ਚਿੱਠੀ ਵੀ ਨਹੀਂ ਸੀ ਖੋਲ੍ਹਦਾ। ਉਹ ਆਪਦੇ ਅਫਸਰ ਨੂੰ ਦੇ ਦਿੰਦਾ ਸੀ ਵੀ ਆਹ ਅਮਰੀਕਾ ਤੋਂ ਆਈ ਹੈ ਤੇ ਮੈਨੂੰ ਲੱਗਦਾ ਮੇਰੇ ਭਤੀਜੇ ਨੇ ਭੇਜੀ ਹੋਣੀ ਹੈ, ਇਹ ਤੁਸੀਂ ਪੜ੍ਹ ਲਓ ਤੇ ਇਹਨੂੰ ਸੰਭਾਲ ਕੇ ਰੱਖਿਓ, ਹੋ ਸਕਦਾ ਜੇ ਗੱਲ ਗਾਂਹ ਵੱਧ ਗਈ ਇਹਦੀ ਕਿਤੇ ਲੋੜ ਪਊ ਆਪਾਂ ਨੂੰ। ਹੁਣ
ਜੇ ਗੱਲ ਗਾਂਹ ਵੱਧ ਗਈ ਇਹਦੇ ਅਰਥ ਬਾਅਦ 'ਚ ਮੈਂ ਤੁਹਾਨੂੰ ਸਮਝਾਊਂ ਕੀ ਸੀਗੇ। ਚਲੋ ਜੀ, ਉਹ ਜਦੋਂ ਫਿਰ ਉਹਦੇ ਚਾਚੇ ਨੇ ਸੋਚਿਆ ਵੀ ਇਹ ਤਾਂ ਹਟਦਾ ਹੀ ਨਹੀਂ ਭੇਜਣੋਂ, ਫਿਰ ਉਹਨੇ ਉਹਨੂੰ ਚਿੱਠੀ ਲਿਖੀ ਸਰਾਭੇ ਨੂੰ ਵੀ ਇਹ ਜਿਹੜੇ ਤੂੰ ਮੈਨੂੰ ਪੈਕਟ ਜੇ ਭੇਜਦਾ ਨਾ ਅਖਬਾਰ, ਮੈਂ ਇਹਨੂੰ ਪੜ੍ਹਦਾ ਨਹੀਂ, ਮੈਂ ਇਹਨੂੰ ਸਾੜ ਦਿੰਦਾ, ਤੇ ਤੂੰ ਨਮਕ ਹਰਾਮ ਕਰ ਰਿਹਾ ਬਾਦਸ਼ਾਹ ਦਾ, ਤੇ ਮੈਂ ਨਮਕ ਹਲਾਲ ਹਾਂ, ਮੈਂ ਇਹ ਸਰਕਾਰ ਦਾ ਨੌਕਰ ਹਾਂ, ਤੇ ਇਸ ਕਰਕੇ ਅੱਗੇ ਨੂੰ ਮੇਰੇ ਨਾਲ ਨਾ ਕੋਈ ਚਿੱਠੀ ਪੱਤਰ ਕੋਈ ਸੰਬੰਧ ਨਹੀਂ। ਇਹ ਚਿੱਠੀ ਲਿਖਤੀ ਹੋਈ। ਇਹ ਵੀ ਆਪਣੇ ਵਾਪਰਦਾ ਹੈ, ਆਪਦਿਆਂ ਦਾ ਲਹੂ ਚਿੱਟਾ ਕਿਵੇਂ ਹੁੰਦਾ, ਖਾਸ ਕਰਕੇ ਜਿਹੜੇ ਬੰਦੇ ਨੌਕਰੀ ਪੇਸ਼ਾ ਹੁੰਦੇ ਨੇ, ਮਤਲਬ ਉਹਨਾਂ 'ਚ ਕਿੰਨੀਆਂ ਕਮਜ਼ੋਰੀਆਂ, ਕਿਸ ਕਿਸਮ ਦੇ ਡਰ ਤੇ ਕਿੰਨਾ ਆ ਜਾਂਦਾ। ਉਹਦੇ ਜਵਾਬ 'ਚ ਸਰਾਭੇ ਨੇ ਫਿਰ ਚਿੱਠੀ ਆਪਦੇ ਚਾਚੇ ਨੂੰ ਲਿਖੀ। ਉਹ ਚਿੱਠੀ ਹੁਣ ਉਸ ਰਿਕਾਰਡ 'ਚੋਂ ਕਿਤੇ ਮੁਕੱਦਮੇ ਦੇ ਵਿੱਚ ਵਰਤੀ ਅੰਗਰੇਜ਼ਾਂ ਨੇ, ਉਹ ਚਿੱਠੀ ਹੁਣ ਬਾਹਰ ਆਈ ਹੈ। ਚਿੱਠੀ ਬਹੁਤੀ ਵੱਡੀ ਨਹੀਂ, ਪਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, 5 ਮਿੰਟ ਹੀ ਲੱਗਣਗੇ, ਤੁਹਾਨੂੰ ਪਤਾ ਲੱਗੂ ਇਹ 'ਚੋਂ ਇੱਕ ਤਾਂ ਸਰਾਭਾ ਕੀ ਸੀ, ਇੱਕ ਇਹ ਵਰਤਾਰਾ ਕੀ ਵਾਪਰਦਾ, ਬੰਦੇ ਜੇ ਡਰਨ ਬੰਦਿਆਂ ਨੂੰ ਉਹ ਕੀ ਬਣਾ ਦਿੰਦੇ। ਚਿੱਠੀ ਹੈ ਜੀ। ਪਿਆਰੇ ਚਾਚਾ ਜੀ, ਸਤਿ ਸ੍ਰੀ ਅਕਾਲ। ਮੈਨੂੰ ਤੁਹਾਡਾ ਖਤ ਮਿਲਿਆ ਹੈ ਜੋ ਮੈਂ ਪੜ੍ਹਿਆ ਅਤੇ ਵਿਚਾਰਿਆ। ਮੈਂ ਕਰਤਾਰ ਸਿੰਘ ਨਿਮਰਤਾ ਨਾਲ ਤੁਹਾਡਾ ਹੁਕਮ ਮੰਨਦਾ ਹਾਂ ਅਤੇ ਤੁਹਾਡੀ ਚੰਗੀ ਸਲਾਹ ਲਈ ਧੰਨਵਾਦੀ ਹਾਂ, ਪਰ ਦੁੱਖ ਦੀ ਗੱਲ ਇਹ ਹੈ ਕਿ ਇੱਕ ਦੇਸ਼ ਸੇਵਕ ਵਜੋਂ ਮੈਂ ਤੁਹਾਡੇ ਨਾਲ ਸਵਾਲ ਜਵਾਬ ਕਰਨ ਲਈ ਮਜਬੂਰ ਹਾਂ। ਮੈਨੂੰ ਆਸ ਹੈ ਕਿ ਇਸ ਨੂੰ ਧਿਆਨਪੂਰਵਕ ਵਿਚਾਰ ਕੇ ਉੱਤਰ ਦੇਵੋਗੇ। ਖਤੋ ਕਿਤਾਬਤ ਬੰਦ ਕਰਨਾ ਅਕਲਮੰਦੀ ਨਹੀਂ, ਕਿਉਂਕਿ ਉਹਨੇ ਕਿਹਾ ਸੀ ਮੈਨੂੰ ਨਾ ਖਤ ਪਾਇਆ ਕਰ। ਖਤੋ ਕਿਤਾਬਤ ਬੰਦ ਕਰਨਾ ਅਕਲਮੰਦੀ ਨਹੀਂ। ਜੇਕਰ ਤੁਸੀਂ ਉਚਿਤ ਸਮਝੋ, ਮੈਂ ਇਸ ਸੋਚ ਨਾਲ ਸੰਬੰਧਿਤ ਮਾਮਲਾ ਬੰਦ ਕਰ ਸਕਦਾ ਹਾਂ। ਤੁਹਾਨੂੰ ਪਹਿਲਾਂ ਇਸ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਚਿੱਠੀ ਪੱਤਰ ਕਰਨਾ ਬੰਦ ਨਹੀਂ ਕਰੋਗੇ। ਮੈਂ ਪਹਿਲਾਂ ਤੁਹਾਨੂੰ ਇਹ ਲਿਖਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਅਖਬਾਰ ਪੜ੍ਹੇ ਅਤੇ ਫੇਰ ਸਾੜ ਦਿੱਤੇ, ਜਾਂ ਇਹਨਾਂ ਨੂੰ ਉਵੇਂ ਹੀ ਬੱਝੇ ਰਹਿਣ ਦਿੱਤਾ ਜਿਵੇਂ ਇਹ ਭੇਜੇ ਗਏ ਸਨ। ਮੇਰੀ ਰਾਏ ਹੈ ਕਿ ਜੇਕਰ ਭਾਰਤ ਮਾਤਾ ਦਾ ਕੋਈ ਸੱਚਾ ਸਪੂਤ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਹ ਗਦਰ ਅਖਬਾਰ ਵਿੱਚ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਅਤੇ ਅੰਕਾਂ ਦੀ ਗਵਾਹੀ ਪੜ੍ਹ ਕੇ, ਇਹ 2 ਲੇਖ ਸੀ ਜਿਹੜੇ ਬਹੁਤ ਚੱਲੇ, ਜਿਹਦੇ 'ਚ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਸਾਰਾ ਗਾਥਾ ਦਿੱਤੀ ਹੋਈ ਸੀ। ਹਾਂ, ਉਹ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਅਤੇ ਅੰਕਾਂ ਦੀ ਗਵਾਹੀ ਪੜ੍ਹ ਕੇ ਇਸ ਨੂੰ ਕਦੇ ਵੀ ਨਹੀਂ ਸਾੜੇਗਾ। ਗਦਰ ਅਖਬਾਰ ਸਾੜਨ ਵਾਲੇ ਦੇਸ਼ ਦੇ ਦੁਸ਼ਮਣ ਹਨ। ਅਖਬਾਰ ਸਾੜਨ ਵਾਲੇ ਨੂੰ ਨਹੀਂ ਪਤਾ ਕਿ ਸਾਡੇ ਦੇਸ਼ ਵਾਸੀ ਭੁਜ ਦੀ ਰੇਤ ਵਿੱਚ ਨੰਗੇ ਪੈਰੀਂ ਸੜ ਰਹੇ ਹਨ। ਉਸ ਨੂੰ ਨਹੀਂ ਪਤਾ ਅਸੀਂ ਕੀ ਕਰ ਰਹੇ ਹਾਂ, ਅਸੀਂ ਕਿਸ ਦਾ ਨਿਮਕ ਹਲਾਲ ਕਰ ਰਹੇ ਹਾਂ। ਸੱਚ ਤਾਂ ਇਹ ਹੈ ਕਿ ਗਦਰ ਅਖਬਾਰ ਸਾੜਨ ਵਾਲਾ ਆਦਮੀ ਅਕਲ ਦਾ ਅੰਨਾ ਹੈ। ਉਹ ਨਹੀਂ ਜਾਣਦਾ ਕਿਉਂ 18ਵੀਂ ਸਦੀ ਵਿੱਚ ਹਿੰਦੁਸਤਾਨ ਵਿੱਚ 35 ਵਾਰ ਕਾਲ ਪਿਆ ਅਤੇ ਕਿਉਂ 1896 ਤੋਂ 1910 ਦੇ ਦਰਮਿਆਨ 80 ਲੱਖ ਹਿੰਦੁਸਤਾਨੀ ਪਲੇਗ ਨਾਲ ਮਰੇ। ਹਿੰਦੁਸਤਾਨ ਦੇ ਗਰੀਬ ਆਦਮੀ, ਜਿਸ ਨੂੰ ਬਹੁ ਗਿਣਤੀ ਭੋਲਾ ਸਮਝਦੀ ਹੈ, ਨੇ ਠੀਕ ਹੀ ਕਿਹਾ ਹੈ ਕਿ ਜਿਸ ਤਣ ਲੱਗੇ ਸੋਈ ਜਾਣੇ, ਕੌਣ ਜਾਣੇ ਪੀੜ ਪਰਾਈ। ਪਿਆਰੇ ਚਾਚਾ ਜੀ, ਤੁਸੀਂ ਆਪਣੇ ਆਪ ਵਿੱਚ ਮਸਤ ਹੋ। ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਨਮਕ ਹਰਾਮ ਕਰ ਰਹੇ ਹੋ ਕਿ ਨਮਕ ਹਲਾਲ। ਤੁਸੀਂ ਮੈਨੂੰ ਬਾਦਸ਼ਾਹ ਦਾ ਨਮਕ ਹਲਾਲ ਕਰਨ ਲਈ ਲਿਖਿਆ ਹੈ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹ ਨਮਕ ਤੁਹਾਡੇ ਬਾਦਸ਼ਾਹ ਦੀ ਮਾਂ ਲਈ ਬਣਾਇਆ ਗਿਆ ਸੀ? ਮੈਨੂੰ ਦੱਸੋ, ਕੀ ਅੰਗਰੇਜ਼ ਅਤੇ ਉਹਨਾਂ ਦੇ ਨੌਕਰ ਨਮਕ ਹਲਾਲ ਕਰ ਰਹੇ ਹਨ ਕਿ ਨਮਕ ਹਰਾਮ?
ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੁਸੀਂ ਕਿਸ ਦਾ ਲੂਣ ਖਾ ਰਹੇ ਹੋ। ਕੀ ਇਹ ਲੂਣ ਮਲਕਾ ਵਿਕਟੋਰੀਆ ਲਈ ਪੈਦਾ ਕੀਤਾ ਗਿਆ ਸੀ ਜਾਂ ਹਿੰਦੁਸਤਾਨ ਦੇ ਗਰੀਬ ਹਲਵਾਕ ਨੇ ਪੈਦਾ ਕੀਤਾ? ਸ਼ਾਬਾਸ਼, ਤੁਸੀਂ ਆਪਣੇ ਲੂਣ ਦੇ ਕਿੰਨੇ ਵਫਾਦਾਰ ਹੋ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਵਿਸ਼ਵਾਸ ਅਤੇ ਇਮਾਨਦਾਰੀ ਕੀ ਹੁੰਦੀ ਹੈ, ਸਾਡਾ ਧਰਮ ਕੀ ਹੈ ਤੇ ਅਸੀਂ ਕੌਣ ਹਾਂ। ਖੈਰ, ਜੇ ਤੁਹਾਨੂੰ ਨਹੀਂ ਪਤਾ ਮੈਂ ਦੱਸਦਾ। ਪਿਆਰੇ ਚਾਚਾ ਜੀ, ਤੁਸੀਂ ਸਿੰਘ ਹੋ। ਤੁਹਾਡਾ ਧਰਮ ਗਰੀਬ ਦੀ ਰੱਖਿਆ ਕਰਨਾ ਹੈ। ਆਪਣੀ ਕੌਮ ਲਈ ਸ਼ਹੀਦ ਹੋ ਜਾਣਾ ਤੁਹਾਡਾ ਫਰਜ਼ ਹੈ। ਜੇਕਰ ਤੁਸੀਂ ਆਪਣੇ ਲੂਣ ਪ੍ਰਤੀ ਸੱਚੇ ਹੋਣ ਦੇ ਇੱਛੁਕ ਹੋ ਤਾਂ ਗੁਰੂ ਰਾਮ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗੇ ਸਿੱਖ ਬਣੋ ਅਤੇ ਸ਼ਹੀਦ ਹੋਵੋ। ਤੁਹਾਡੇ ਧਰਮ ਸਥਾਨ ਢਾਹੇ ਜਾ ਰਹੇ ਹਨ, ਤੁਹਾਡੇ ਸਿੱਖਿਆ ਸਥਾਨ ਤਬਾਹ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦੇ ਖਾਲਸਾ ਕਾਲਜ 'ਤੇ ਕਬਜ਼ਾ ਕਰ ਲਿਆ ਸੀ ਉਦੋਂ ਅੰਗਰੇਜ਼ਾਂ ਨੇ, ਰਕਾਬਗੰਜ ਦੀ ਕੰਧ ਢਾਤੀ ਸੀਗੀ। ਤੁਹਾਡੇ ਸਿੱਖਿਆ ਸਥਾਨ ਤਬਾਹ ਕੀਤੇ ਜਾ ਰਹੇ ਹਨ। ਆਓ ਇਹਨਾਂ ਲਈ ਆਪਣੇ ਜੀਵਨ ਲਾ ਦਿਓ। ਤੁਹਾਡੇ ਬਾਦਸ਼ਾਹ ਨੇ ਗਰੀਬਾਂ ਤੋਂ ਟੈਕਸ ਉਗਰਾ ਕੇ ਤੁਹਾਨੂੰ ਕੁੱਤੇ ਵਾਂਗ ਹੱਡੀ ਪਾਈ ਹੈ ਅਤੇ ਆਪ ਇੰਗਲੈਂਡ ਦੀਆਂ ਤਿਜੋਰੀਆਂ ਭਰ ਰਿਹਾ ਹੈ। ਇਸ ਨੂੰ ਵਿਚਾਰੋ, ਹੱਡੀ ਚੂਸਣਾ ਛੱਡੋ ਅਤੇ ਗਰੀਬਾਂ ਦੀ ਸੇਵਾ ਕਰੋ। ਗਰੀਬਾਂ ਦੀ ਸੇਵਾ ਕਰਨ ਵਾਲਾ ਹੀ ਅਸਲ ਮਰਦ ਹੁੰਦਾ ਹੈ। ਸੂਰਾ ਸੋ ਪਹਿਚਾਣੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ। ਅੰਗਰੇਜ਼ਾਂ ਨੇ ਹਰ ਤਰ੍ਹਾਂ ਸਾਡੇ ਮੁਲਕ ਨੂੰ ਤਬਾਹ ਕੀਤਾ ਹੈ। ਇਸ ਬਾਰੇ ਵਿਚਾਰੋ। ਚੰਦ ਸਿੱਕਿਆਂ ਪਿੱਛੇ ਕੌਮ ਦੀ ਸੰਗੀ ਨਾ ਕੁੱਟੋ। ਤੁਹਾਨੂੰ ਇਹਨਾਂ ਅਖਬਾਰਾਂ ਨੂੰ ਧਿਆਨ ਨਾਲ ਪੜ੍ਹਨਾ ਅਤੇ ਉਸ ਵਿੱਚ ਲਿਖੇ ਬਾਰੇ ਵਿਚਾਰਨਾ ਚਾਹੀਦਾ ਹੈ। ਕੋਈ ਵੀ ਬਿਨਾਂ ਮਤਲਬ ਤੋਂ ਅਜਿਹਾ ਪ੍ਰਚਾਰ ਨਹੀਂ ਕਰਦਾ। ਯਕੀਨਨ ਇਹਨਾਂ ਪਿੱਛੇ ਕੋਈ ਅਰਥ ਜਾਂ ਮੰਤਵ ਹੈ। ਇਹ ਜਾਣਨਾ ਅਤੇ ਸਮਝਣਾ ਹਰ ਵਿਅਕਤੀ ਦਾ ਫਰਜ਼ ਹੈ ਕਿ ਅਖਬਾਰ ਕੀ ਕਹਿੰਦਾ ਹੈ। ਜੇ ਤੁਸੀਂ ਸਮਝਦੇ ਹੋ ਕਿ ਅਸੀਂ ਗਦਰ ਵਾਲੇ ਝੂਠ ਲਿਖਦੇ ਹਾਂ ਤਾਂ ਦੁਨੀਆ ਦੀਆਂ ਸਭ ਕੌਮਾਂ ਤੋਂ ਸੁਣੋ। ਮੈਂ ਤੁਹਾਨੂੰ ਅਮਰੀਕਾ ਦੇ ਸੈਕਟਰੀ ਆਫ ਸਟੇਟ ਦੁਆਰਾ ਲਿਖੀ ਇੱਕ ਕਿਤਾਬ ਭੇਜ ਰਿਹਾ ਹਾਂ। ਇਸ ਨੂੰ ਪੜ੍ਹੋ, ਵਿਚਾਰੋ ਕਿ ਕੀ ਦੇਸ਼ ਸੇਵਾ ਹੈ ਅਤੇ ਕੀ ਦੇਸ਼ ਧਰੋਹ। ਜੇਕਰ ਤੁਹਾਡਾ ਬਾਦਸ਼ਾਹ ਸੱਚਮੁੱਚ ਤੁਹਾਡਾ ਗਾਰਡੀਅਨ ਹੁੰਦਾ ਤਾਂ ਇਸ ਪੈਂਫਲੇਟ ਨੂੰ ਹਿੰਦੁਸਤਾਨ ਭੇਜੇ ਜਾਣ ਤੋਂ ਨਾ ਰੋਕਦਾ। ਮੈਂ ਕਿਸੇ ਦੀ ਚੁੱਕ ਵਿੱਚ ਆ ਕੇ ਕੰਮ ਨਹੀਂ ਸ਼ੁਰੂ ਕੀਤਾ। ਉਹਨੂੰ ਕਹਿੰਦੇ ਸੀ ਨਾ ਵੀ ਤੂੰ ਇੱਥੇ ਲੋਕਾਂ ਦੀ ਚੁੱਕ 'ਚ ਆ ਗਿਆ। ਉਹ ਕਹਿੰਦਾ ਮੈਂ ਸ਼ੁਰੂ ਕਿਵੇਂ ਕੀਤਾ? ਮੈਂ ਅਮਰੀਕਨ ਯੂਨੀਵਰਸਿਟੀਆਂ ਵਿੱਚੋਂ ਸਿੱਖਿਆ ਹੈ ਕਿ ਸਾਡੇ ਮੁਲਕ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਇਸ ਨੂੰ ਰੋਕਣਾ ਸਾਡਾ ਫਰਜ਼ ਹੈ। ਨੌਕਰੀ ਖਾਤਰ ਦੇਸ਼ ਨੂੰ ਵੇਚਣਾ ਅਖਲਾਕੀ ਅਤੇ ਧਾਰਮਿਕ ਅਸੂਲਾਂ ਦੇ ਖਿਲਾਫ ਹੈ। ਅਮਰੀਕਨ ਯੂਨੀਵਰਸਿਟੀਆਂ ਨੇ ਮੈਨੂੰ ਆਜ਼ਾਦੀ ਬਾਰੇ ਸੋਝੀ ਦਿੱਤੀ ਅਤੇ ਸਿੱਖ ਧਰਮ, ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਆਪ ਮਿਸਾਲ ਕਾਇਮ ਕੀਤੀ, ਨੇ ਮੈਨੂੰ ਆਜ਼ਾਦੀ ਲਈ ਆਪਾ ਵਾਰਨਾ ਸਿਖਾਇਆ ਹੈ। ਇਸ ਲਈ ਮੈਂ ਇਸ ਪਵਿੱਤਰ ਕਾਰਜ ਵਿੱਚ 1 ਇੰਚ ਵੀ ਪਿੱਛੇ ਨਹੀਂ ਹਟ ਸਕਦਾ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਕੌੜੇ ਸ਼ਬਦ ਲਿਖ ਦਿੱਤੇ ਹਨ, ਪਰ ਇਹ ਕੌੜੇ ਸ਼ਬਦ ਮੇਰੀ ਕਲਮ ਨੇ ਤਾਂ ਲਿਖੇ ਹਨ ਕਿਉਂ ਤੁਸੀਂ ਗਰੀਬ ਕੁਲੀਆਂ ਦੇ ਚੰਦੇ ਨਾਲ ਅਤੇ 14-14 ਘੰਟੇ ਖੂਨ ਪਸੀਨਾ ਇੱਕ ਕਰਕੇ ਛਾਪਿਆ ਅਖਬਾਰ ਸਾੜ ਦਿੱਤਾ। ਚਾਹੇ ਤੁਹਾਡੀ ਇੱਛਾ ਮੈਨੂੰ ਖਤ ਲਿਖਣਾ ਜਾਰੀ ਰੱਖਣ ਦੀ ਹੋਵੇ ਜਾਂ ਬੰਦ ਕਰਨ ਦੀ, ਮੈਂ ਆਪਣੇ ਧਰਮ ਅਤੇ ਅਸੂਲਾਂ ਉੱਤੇ ਪਹਿਰਾ ਦਿੰਦਾ ਰਹਾਂਗਾ। ਹੋਰ ਲਿਖਣਾ ਬੇਫਾਇਦਾ ਹੈ। ਤੁਹਾਡਾ ਚਾਕਰ ਕਰਤਾਰ ਸਿੰਘ। ਹੁਣ ਇਸ ਚਿੱਠੀ ਦੇ ਵਿੱਚੋਂ ਕਿੰਨਾ ਕੁਛ ਪ੍ਰਗਟ ਹੁੰਦਾ, ਜਿਹੜਾ ਇਹ ਸੀ ਪਰ ਬਾਰ-ਬਾਰ ਵੀ ਮੈਨੂੰ ਤਾਂ ਆਜ਼ਾਦੀ ਲਈ ਮਰਨਾ ਹੀ ਗੁਰੂ ਗੋਬਿੰਦ ਸਿੰਘ ਨੇ ਸਿਖਾਇਆ। ਜਾਂ ਉਹਨੂੰ ਕਹਿ ਰਹੇ ਤੂੰ ਆਪਦਾ ਧਰਮ ਪਛਾਣ, ਆਪਦੇ ਧਰਮ ਦੇ ਅਸੂਲਾਂ ਨੂੰ ਪਛਾਣ, ਵਾਸਤਾ ਕੀ ਪਾ ਰਿਹਾ ਹੈ। ਸੋ ਖੈਰ ਇਹ ਵਰਤਾਰਾ ਚੱਲਦਾ ਹੀ ਹੁੰਦਾ ਕਿ ਉਹਦੇ ਸਾਰੇ ਚਾਚਿਆਂ ਨੇ ਉਹ ਤੋਂ ਪਿੱਠ ਫੇਰ ਲਈ ਸੀਗੀ ਅਤੇ ਮੈਨੂੰ ਉਹਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ, ਜਿਹੜੇ ਹੁਣ ਗਾਹਾਂ ਕੁਛ ਹੈਗੇ, ਕਿ ਤਰੀਕ ਦੇ ਉੱਤੇ ਦਾਦੇ ਤੇ ਭੈਣ ਤੋਂ ਬਿਨਾਂ ਤੇ ਭਣੋਈਆ ਵੀ ਹੈ, ਉਹ ਰਾਜੋਆਣੇ ਦਾ ਸੀਗਾ, ਬਸ ਇਹ 3 ਬੰਦੇ ਤਰੀਕ ਤੇ ਜਾਂਦੇ ਸੀ। ਹੋਰ ਨਾ ਕੋਈ ਰਿਸ਼ਤੇਦਾਰ, ਨਾ ਕੋਈ ਚਾਚਾ, ਨਾ ਕੋਈ ਹੋਰ। ਅਜਿਹੇ ਮੌਕੇ ਆਪਦਾ ਜਿਹੜਾ ਹੈਗਾ ਸਿਦਕ ਕਾਇਮ ਰੱਖਣਾ ਇਹ ਬਹੁਤ ਔਖਾ ਹੁੰਦਾ। ਜਦੋਂ ਲੋਕਾਂ ਦੀ ਤਾਂ ਗੱਲ ਛੱਡੋ, ਆਪਦੇ ਵੀ ਬੰਦੇ ਇਸ ਤਰ੍ਹਾਂ ਕਰਨ ਲੱਗ ਜਾਣ। ਤੁਸੀਂ ਆ ਚਿੱਠੀ ਦੇ ਵਿੱਚੋਂ ਦੇਖੋ, ਗੁੱਸਾ ਵੀ ਹੈ
पर एक संजम च रह के भी गल कर रहा है। एक दलील भी, किते गाली गलोच नहीं, दलील है बड़ी पावरफुल। जदों सराबे का खत मिलिया चाचे ने, तो सराबे ने आपदे अफसर नूं खत लिखिया, नाले वो खत उहनूं भेजिया, नाले अफसर नूं जो खत लिखिया आपदे नूं, फौज दे नूं, वो पढ़ो। मैं निम्रता सहित तुहानूं सान फ्रांसिस्को तो इक्को दिन इक्को हथ लिखत मेरे ਵੱਲ लिखे 2 खत भेजण की आग्या मंगदा हाँ ਅਤੇ ਬੇਨਤੀ ਕਰਦਾ ਹਾਂ ਕਿ ਇਹ 2 ਖਤ ਅਤੇ ਅਮਰੀਕਾ ਤੋਂ ਮਿਲਣ ਵਾਲੇ ਹੋਰ ਖਤ ਖੋਲ੍ਹ ਕੇ ਪੜ੍ਹੇ ਜਾਣ ਅਤੇ ਜਿਵੇਂ ਠੀਕ ਸਮਝੋ ਨਸ਼ਟ ਕਰ ਦਿੱਤੇ ਜਾਣ। ਮੈਂ ਤੁਹਾਡੇ ਧਿਆਨ ਵਿੱਚ ਇਹ ਵੀ ਲਿਆਉਣਾ ਚਾਹੁੰਦਾ ਹਾਂ ਕਿ ਪਹਿਲਾ ਪੱਤਰ ਉਹਨੇ ਦੱਸਿਆ ਮੈਨੂੰ ਮੈਂ ਕਿੱਥੇ ਮਿਲਿਆ, ਉਹ ਅਫਰੀਕਾ ਦੇ ਵਿੱਚ। ਇਸ ਤੋਂ ਸਪਸ਼ਟ ਹੈ ਕਿ ਭੇਜਣ ਵਾਲਾ ਕੋਈ ਆਮ ਆਦਮੀ ਨਹੀਂ ਹੈ, ਬਲਕਿ ਅਜਿਹਾ ਸ਼ਖਸ ਹੈ ਜੋ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਦਿਨ ਮੈਂ ਜਵਾਨੀ ਤੌਰ ਉੱਤੇ ਤੁਹਾਨੂੰ ਦੱਸਿਆ ਸੀ ਕਿ ਇਹ ਆਦਮੀ ਅਮਰੀਕਾ ਵਿੱਚ ਪੜ੍ਹਾਈ ਲਈ ਗਿਆ ਮੇਰਾ ਭਤੀਜਾ ਹੋਵੇਗਾ। ਉਸ ਦਾ ਨਾਮ ਕਰਤਾਰ ਸਿੰਘ ਹੈ। ਜੇ ਮੈਂ ਸਿੱਟਾ ਕੱਢਣ ਵਿੱਚ ਸਹੀ ਹਾਂ ਕਿ ਪੱਤਰ ਭੇਜਣ ਵਾਲਾ ਕਰਤਾਰ ਸਿੰਘ ਹੀ ਹੋਵੇਗਾ, ਤਦ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਖਤ ਨਸ਼ਟ ਨਾ ਕੀਤੇ ਜਾਣ, ਸਗੋਂ ਤੁਹਾਡੇ ਦਫ਼ਤਰ ਵਿੱਚ ਸਾਂਭ ਲਏ ਜਾਣ। ਸ਼ਾਇਦ ਗੱਲ ਅੱਗੇ ਵਧਣ ਦੀ ਸੂਰਤ ਵਿੱਚ ਇਹਨਾਂ ਦੀ ਲੋੜ ਪਵੇ। ਗਵਾਹੀ ਵਜੋਂ ਮੈਂ ਬਹੁਤ ਪਰੇਸ਼ਾਨ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਇਹ ਜਾਣਕਾਰੀ ਮੈਨੂੰ ਬਿਨਾਂ ਦੇਰੀ ਤੋਂ ਦਿੱਤੀ ਜਾਵੇ ਕਿ ਇਹਨਾਂ ਖਤਾਂ ਵਿੱਚ ਕੀ ਲਿਖਿਆ ਗਿਆ ਹੈ। ਪੜ੍ਹੇ ਵੀ ਨਹੀਂ ਖੋਲ੍ਹ ਕੇ। ਮੇਰੀ ਅਗਲੀ ਬੇਨਤੀ ਹੈ ਕਿ ਮੈਨੂੰ ਇੱਥੇ ਆਉਣ ਪਿੱਛੋਂ 2 ਜਾਂ 3 ਖਤ ਅਤੇ ਇੱਕ ਪੈਕਟ ਜਿਸ ਵਿੱਚ ਇੱਕ ਨਾਲ ਪੈਂਫਲੇਟ ਤੇ ਅਖਬਾਰ ਸੀ ਮਿਲੇ ਹਨ, ਜਿਹੜੇ ਕਮਾਂਡਿੰਗ ਅਫਸਰ ਨੂੰ ਸੌਂਪ ਦਿੱਤੇ ਗਏ ਸਨ। ਉਸਨੇ ਵੀ ਇਹ ਤੁਹਾਨੂੰ ਭੇਜੇ ਹੋਣਗੇ। ਇਸ ਪਿੱਛੋਂ 3 ਹੋਰ ਪੈਕਟ ਆਏ ਜਿਨ੍ਹਾਂ ਵਿੱਚ ਸ਼ਾਇਦ ਉਹੀ ਪੈਂਫਲੇਟ ਬੰਨੇ ਹੋਏ ਸਨ ਜੋ ਕਮਾਂਡਿੰਗ ਅਫਸਰ ਨੇ ਨਸ਼ਟ ਕਰ ਦਿੱਤੇ ਸਨ। ਫਿਰ ਉਹ ਲਿਖਿਆ, ਮੈਂ ਤੁਹਾਡਾ ਖਤ ਉਹਦੇ ਅਫਸਰ ਨੇ ਇਹਨੂੰ ਖਤ ਲਿਖਿਆ, ਫਿਰ ਅਫਸਰ ਨੂੰ ਖਤ ਲਿਖਿਆ, ਜਿਹੜਾ ਲਾਈਨਾਂ ਬਹੁਤ ਇੰਪੋਰਟੈਂਟ ਹੈ। ਮੈਂ ਤੁਹਾਡੇ ਖਤ ਲਈ ਬਹੁਤ ਹੀ ਨਿਮਰਤਾ ਅਤੇ ਸਤਿਕਾਰ ਸਹਿਤ ਧੰਨਵਾਦ ਕਰਦਾ ਹਾਂ, ਕਿਉਂ ਜੋ ਇਹ ਖਤ ਭੇਜਣ ਵਾਲਾ ਮੇਰਾ ਭਤੀਜਾ ਹੈ। ਇਸ ਲਈ ਮੈਂ ਉਸ ਲੜਕੇ ਬਾਰੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ। ਇਹ ਲੜਕਾ ਸਿੱਖ ਨਹੀਂ ਹੈ, ਨਾ ਹੀ ਉਸ ਦਾ ਬਾਪ ਸਿੱਖ ਸੀ। ਮੈਂ ਸਮਝਦਾ ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੱਟ ਸਿੱਖ ਵੀ ਹਨ ਅਤੇ ਹਿੰਦੂ ਵੀ। ਉਸ ਦੇ ਮਾਪੇ ਮਰ ਚੁੱਕੇ ਹਨ। ਹਿੰਦੁਸਤਾਨ ਵਿੱਚ ਉਸ ਦੀ ਕੇਵਲ ਇੱਕ ਭੈਣ ਹੈ। ਉਸਨੇ ਅਮਰੀਕਾ ਵਿੱਚ ਪੜ੍ਹਾਈ ਕਰਨ ਲਈ ਮੈਥੋਂ ਪੈਸੇ ਮੰਗੇ ਸਨ, ਜੋ ਮੈਂ ਉਸ ਦੀ ਘਬਰੇਟ ਉਮਰ ਅਤੇ ਤਸੱਲੀ ਬਖਸ਼ ਪੱਧਰ ਦੀ ਸਿੱਖਿਆ ਪ੍ਰਾਪਤ ਨਾ ਹੋਣ ਕਾਰਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਇਹ ਵੀ ਸੁਣਿਆ ਸੀ ਕਿ ਉਹ ਇਖਲਾਕੀ ਤੌਰ ਉੱਤੇ ਵੀ ਚੰਗਾ ਨਹੀਂ ਹੈ, ਜਿਸ ਕਾਰਨ ਪੰਜਾਬੀ ਯੂਨੀਵਰਸਿਟੀ ਵਿੱਚ 2 ਸਾਲ ਲਈ ਕੱਢ ਦਿੱਤਾ ਗਿਆ ਸੀ। ਮੇਰੇ ਪਿਤਾ ਨੇ ਉਸ ਨੂੰ ਅਮਰੀਕਾ ਵਿੱਚ ਪੜ੍ਹਾਈ ਕਰਨ ਲਈ ਪੈਸੇ ਦਿੱਤੇ, ਪਰ ਉਹ ਗੱਭਰੂ ਹੋਣ ਅਤੇ ਧਾਰਮਿਕ ਸਿੱਖਿਆ ਤੋਂ ਹੀਣਾ ਹੋਣ ਕਾਰਨ ਬਹੁਤ ਭੈੜੇ ਵਿਅਕਤੀਆਂ ਨਾਲ ਰਲ ਗਿਆ, ਬਹੁਤ ਭੈੜਾ ਵਿਅਕਤੀ ਬਣ ਗਿਆ ਅਤੇ ਹੁਣ ਅਮਨ ਦੇ ਦੁਸ਼ਮਣਾਂ ਦੇ ਹੱਥਾਂ ਦਾ ਖਿਡੌਣਾ ਬਣ ਗਿਆ। ਮੈਂ ਮੁੜ ਨਿਮਰਤਾ ਸਹਿਤ ਅਤੇ ਸੱਚੇ ਦਿਲੋਂ ਤੁਹਾਡੇ ਵੱਲੋਂ ਬਾਪ ਜਿਹੀ ਮਿਹਰਬਾਨੀ ਦਿਖਾਉਣ ਲਈ ਧੰਨਵਾਦ ਕਰਦਾ ਹਾਂ। ਬੰਦਾ ਕਿਸ ਪੱਧਰ ਤੱਕ ਜਾਂਦਾ। ਮਤਲਬ ਇਹ ਵੀ ਉਹ ਤਾਂ ਸਿੱਖ ਹੀ ਨਹੀਂ, ਜੋ ਹਿੰਦੂ ਹੈ ਉਹ ਤਾਂ, ਕਿਉਂਕਿ ਸਿੱਖ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਸਿੱਖ ਨਮਕ ਹਲਾਲ ਨਹੀਂ ਹੋ ਸਕਦਾ, ਨਮਕ ਹਰਾਮ ਨਹੀਂ ਹੋ ਸਕਦਾ, ਮਤਲਬ ਉਹਦਾ ਕਹਿਣ ਤੋਂ ਇਹ ਭਾਵ ਸੀ। ਪਰ ਹੁਣ ਗੱਲ ਲੱਗਦੀ ਤਾਂ ਬੜੀ ਔਖੀ ਹੈ, ਪਰ ਇਹ ਗੱਲਾਂ ਜ਼ਿੰਦਗੀ 'ਚ ਅੱਜ ਵੀ ਵਾਪਰਦੀਆਂ। ਸੋ ਮੇਰਾ ਖਿਆਲ ਹੈ ਕਿ ਅੱਜ ਇੰਨੇ ਕੀ ਵਿਚਾਰਾਂ ਕਾਫੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
you